छपै छंद धूमर तुझा रथ धूमर धूमर सारथी विराजत धूमर वस्त्र तन धरो निरख धूरो मन लाजत धूमर धनक कर छक्यो बाण धूमरे सुहाए सो नार नाग भुजंग जच अर असुर लजाए ये छवि प्रभाव आलस निरपत जेदन जुट कह जुट है उद्यम विहीन सुन रे निरपत और सकल दम फुट है धूमर तुझा रथ धूमर धूमर सारथी विराजत। ਜਿਹੜਾ ਧੂਮਰ ਲੱਗਦਾ ਹੈ ਧੂਆਂ ਹੁੰਦਾ ਕਾਲਾ, ਵੈਸੇ ਇਹ ਕਾਲਾ ਲਫ਼ਜ਼ ਨਹੀਂ ਹੈਗਾ, ਅਗਿਆਨਤਾ ਫੈਲਾਉਣ ਦੀ ਗੱਲ ਹੈ। ਜਿਹੜਾ ਆਦਮੀ ਗੱਲ ਕਰਦਾ ਹੈ ਉਹਦੇ ਨਾਲ ਅਗਿਆਨਤਾ ਹੀ ਮਿਲਦੀ ਹੈ, ਲੋਕਾਂ ਨੂੰ ਫੈਲਦੀ ਹੈ, ਉਹਨੂੰ ਧੂਮਰ ਕਹਿੰਦੇ ਨੇ। ਜਿਹੜੀਆਂ ਕਰਾਮਾਤਾਂ ਦੀਆਂ ਗੱਲਾਂ ਕਰਦੀਆਂ ਨੇ ਨਾ, ਇਹ ਆਦਮੀ ਦੇ ਮਨ 'ਚ ਸ਼ੰਕਾ ਪੈਦਾ ਕਰਦੀਆਂ ਨੇ। ਧਰਮ ਦਾ ਕੰਮ ਹੁੰਦਾ ਸ਼ੰਕਾ ਦਾ ਨਿਵਾਰਨ ਕਰਨਾ, ਸ਼ੰਕਾ ਦੂਰ ਕਰਨੀ। ਜੇ ਧਰਮੇ ਸ਼ੰਕਾ ਖੜੀਆਂ ਕਰਕੇ ਘਰ ਨੂੰ ਭੇਜ ਦੇਵੇ, ਉਹ ਧਰਮ ਕਰਦਾ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਹਾਂ ਬਈ ਬਾਬੇ ਦੀਪ ਸਿੰਘ ਦਾ ਸੀ ਜਿਹੜਾ ਸੀਗਾ ਉਹ ਕੱਟਿਆ ਗਿਆ, ਕੁਛ ਕਾਫੀ ਉਰੇ ਉਹਨਾਂ ਨੇ ਸਿਰ 'ਤੇ ਹੱਥ 'ਤੇ ਚੱਕ ਲਿਆ, ਤਾਂ ਹਰ ਆਦਮੀ ਇਹ ਗੱਲ ਨੂੰ ਮੁਸ਼ਕਿਲ ਜੀ ਕਰਾਮਾਤ ਜੀ ਵਾਂਗੂ ਮੰਨਦਾ। ਫਿਰ ਕਹਿੰਦੇ ਨੇ ਵੀ ਬੱਚੇ ਨਿਆਣੇ ਸਵਾਲ ਕਰਦੇ ਨੇ, ਪੜ੍ਹੇ ਲਿਖੇ ਤਾਂ ਖੈਰ ਇਸ ਗੱਲ ਨੂੰ ਮੰਨਦੇ ਨਹੀਂ ਹੁੰਦੇ। ਉਹ ਇਹਨਾਂ ਨੂੰ ਜਿਹੜੇ ਕਰਾਮਾਤਾਂ ਦੀਆਂ ਗੱਲਾਂ ਕਰਨ ਵਾਲੇ ਧਰਮ ਵਾਲੇ ਉਹਨਾਂ ਨੂੰ ਬੇਵਕੂਫ ਮੰਨਦੇ ਨੇ ਵੀ ਪਾਗਲ ਨੇ, ਕਿਉਂ ਪੋਸੀਬਲ ਨਹੀਂ ਹੈ, ਖੂਨ ਨਿਕਲ ਜਾਣਾ ਇੱਕਦਮ। ਜਦੇ ਗੁਰੂਆਂ ਦੇ ਨਾਲ ਵੀ ਘਟਨਾਵਾਂ ਵਰਤੀਆਂ ਨੇ, ਜੇ ਉਹਨਾਂ 'ਚ ਇਹਦਾ ਮਤਲਬ ਹੈ ਇਹ ਕਰਾਮਾਤ ਹੈ ਨਹੀਂ ਸੀ ਜਾਂ ਉਹਨਾਂ 'ਚ ਕੋਈ ਸ਼ਕਤੀ ਹੈ ਨਹੀਂ ਸੀ। ਇਹ ਬਹੁਤੇ ਜਿਹੜੇ ਪਾਗਲ ਆਦਮੀ ਹੁੰਦੇ ਨੇ ਬਾਅਦ ਦੇ ਵਿੱਚ ਇਹ ਗੱਲਾਂ ਜੋੜ ਲੈਂਦੇ ਨੇ ਪਿੱਛੋਂ। ਇਵੇਂ ਹੀ ਕਰਾਮਾਤਾਂ ਸਾਰੇ ਧਰਮਾਂ ਦੇ ਪਿੱਛੇ ਨੇ। ਬਹੁਤ ਲੋਕ ਝੂਠ ਬੋਲਦੇ ਨੇ ਧਰਮ ਵਾਲੇ, ਉਹ ਝੂਠ ਦੀ ਉਹ ਖੱਟੀ ਖਾਂਦੇ ਨੇ ਲੋਕਾਂ ਨੂੰ ਭਰਮਤ ਕਰਨ ਵਾਸਤੇ। ਭਰਮਤ ਕਰਨਾ ਲੋਕਾਂ ਨੂੰ ਝੂਠ ਬੋਲ ਕੇ। ਇਹ ਜਿਹੜੇ ਮੱਤਾਂ ਨੇ ਅਸਲ 'ਚ ਪੂਰੀਆਂ ਮੱਤਾਂ ਨਹੀਂ ਹੁੰਦੀਆਂ। ਜੇ ਪੂਰੀ ਮੱਤ ਵਾਲਾ ਹੋਵੇ ਉਹਦੇ ਕੋਲ ਪੂਰੀ ਮੱਤ ਨਾ ਰਹੇ ਤਾਂ ਵੀ ਉੱਥੇ ਝੂਠ ਦਾ ਹੀ ਸਹਾਰਾ ਲੈਣਾ ਪੈਂਦਾ। ਝੂਠ ਦੇ ਸਾਰੇ ਬਿਨਾਂ ਮੱਤ ਖੜੀ ਹੋ ਨਹੀਂ ਰਹਿ ਸਕਦੀ, ਕੋਈ ਮੰਨਦਾ ਹੀ ਨਹੀਂ। ਹਾਂ, ਉਹਨਾਂ ਨੂੰ ਵਿਸ਼ਵਾਸ ਹੋਵੇ ਨਾ ਹੋਵੇ, ਉਹ ਮੰਨਦੇ ਨੇ ਹਾਂ ਬਈ ਕੁਛ ਸ਼ਕਤੀਆਂ ਹੁੰਦੀਆਂ ਨੇ ਧਾਰਮਿਕ ਬੰਦਿਆਂ ਕੋਲ, ਸ਼ਾਇਦ ਉਹ ਇੱਦਾਂ ਹੋਏ ਜਾਂਦਾ ਹੋਊਗਾ, ਤਾਕਤਾਂ ਹੁੰਦੀਆਂ ਨੇ। ਗੁਰਬਾਣੀ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ। ਗੁਰਬਾਣੀ ਸਪਸ਼ਟ ਹੈ ਇਸ ਗੱਲ 'ਤੇ। ਗੈਰ ਕੁਦਰਤੀ ਗੱਲ ਨੂੰ ਗੁਰਬਾਣੀ ਨਹੀਂ ਮੰਨਦੀ। ਗੈਰ ਕੁਦਰਤੀ ਗੱਲ ਪਰਮੇਸ਼ਰ ਚਾਹੇ ਤਾਂ ਮਾਇਆ ਫੇਰ ਦੇਵੇ, ਉਹਦਾ ਅਲੱਗ ਗੱਲ ਹੈ, ਪਰ ਆਦਮੀ ਫੇਰ ਦੇਵੇ ਨਹੀਂ ਹੋ ਸਕਦਾ। ਆਦਮੀ ਨਹੀਂ ਕੰਮ ਕਰ ਸਕਦਾ, ਉਹ ਆਵੇ ਕਰ ਦੇਵੇ, ਉਹ ਗੱਲ ਅਲੱਗ ਹੈ। ਧੂਮਰ ਤੋਂ ਜਾ ਉਹਦਾ ਜਿਹੜਾ ਧਰਮ ਦੀ ਤੁਜਾ, ਧਰਮ ਦਾ ਪ੍ਰਚਾਰ ਹੈ। ਤੁਜਾ ਪ੍ਰਚਾਰ ਇਹ ਹੁੰਦਾ ਅਸਲ 'ਚ ਧਰਮ ਦੀ ਜਿਹੜੇ ਪ੍ਰਚਾਰ ਹੈ ਉਹ ਭ੍ਰਮਤ ਕਰਨ ਵਾਲਾ ਹੀ ਹੈ। ਜਿਵੇਂ ਜੋਗੀਆਂ ਦਾ ਪ੍ਰਚਾਰ ਹੈ, ਈੜਾ ਪਿੰਗਲਾਂ ਦੀ ਗੱਲ ਕਰਦੇ ਨੇ, ਅਸਲ ਜੋਗੀ ਹੋਈ ਹੈ। ਇਹ ਜੋਗਮਤ ਦੀ ਉਹ ਗੱਲ ਚੱਲਦੀ ਹੈ, ਗਿਆਨ ਹੈ ਨਹੀਂ। ਉਹ ਜਿਹੜੇ ਸ਼ਬਦ ਕਹਿੰਦੇ ਨੇ ਈੜਾ ਪਿੰਗਲਾ ਸੁਖਣਾ, ਸਭ ਝੂਠ ਹੈ। ਉਹਨਾਂ ਦਾ ਝੂਠ ਬੋਲਦੇ ਨੇ। ਉਹ ਨਾੜੀ ਹੈ ਜੀ ਜਾਗਦੀ ਹੈ, ਕੁੰਡਲ ਨਹੀਂ ਹੈ, ਫਲਾਨਾ, ਸਭ ਫਜ਼ੂਲ ਗੱਲਾਂ ਨੇ। ਇਹ ਧੂਮਰ ਤੋਂ ਜਾ ਉਹਨਾਂ ਦੀ। ਰਥ ਧੂਮਰ, ਰਥ ਹੈ ਜਿਹੜਾ ਉਹ ਵੀ ਧੂਮਰ ਹੈ। ਰਥ ਜਿਹੜਾ ਅੱਗੇ ਮਨ ਹੈ, ਮਨ ਵੀ ਹੈ, ਮਨ 'ਚ ਗਿਆਨ ਹੈ ਨਹੀਂ। ਜਿਨ ਮਨ ਨਾਹੀਂ ਗਿਆਨ, ਲੋਕ ਕੀ ਨੰਦੇ ਵਾਪਰਾ, ਜਨ ਮਨ ਨਾਹੀਂ ਗਿਆਨ। ਜੇ ਬੁੱਧੀ ਹੈ ਇਹ ਮਨ ਹੈ, ਇੱਕੋ ਹੀ ਗੱਲ ਹੈ, ਉਹ 'ਚ ਗਿਆਨ ਹੈ ਨਹੀਂ। ਰਥਵਾ ਕੌਣ ਹੈ? ਰਥਵਾ ਜਿਹੜਾ ਅੱਗੇ ਲੀਡ ਕਰਦਾ ਉਹ ਰਥਵਾ ਹੁੰਦਾ। ਸੇਧ ਦਿੰਦਾ, ਅਗਵਾਈ ਕਰਦਾ। ਧੂਮਰ ਸਾਰਥੀ ਵਿਰਾਜਤ, ਜਿੱਥੇ ਮਨ ਬੁੱਧੀ ਅਗਵਾਈ ਕਰਦੇ ਹੁਣ ਉੱਥੇ ਧੂਮਰੇ ਹੁੰਦਾ। ਜਿੱਥੇ ਗੁਰੂ ਅਗਵਾਈ ਕਰੇ, ਸਤਿਗੁਰੂ ਅਗਵਾਈ ਕਰੇ,
ਉੱਥੇ ਧੂਮਰ ਨਹੀਂ ਹੁੰਦਾ। ਜਿੱਥੇ ਆਪਣੀ ਮਰਜ਼ੀ ਨਾਲ ਅਸੀਂ ਚੱਲਾਂਗੇ ਜਿੰਨੇ ਜੇ ਧੂਮਰ ਹੁੰਦਾ। ਦੇਖੋ ਪਾਰਸਨਾਥ ਆਪਣੀ ਮਰਜ਼ੀ ਨਾਲ ਚੱਲਦਾ, ਐਡਾ ਵੱਡਾ ਹੋ ਕੇ ਵੀ ਜੇ ਧੂਮਰ ਹੈ। ਗਿਆਨੀ ਗਿਆਨੀ ਅਸਲੀ ਗਿਆਨ ਨਹੀਂ ਹੈ ਉਹਦੇ ਕੋਲ। ਹਾਂ ਅਕਲ ਹੈ ਦੁਨਿਆਵੀ ਲੋਕਾਂ ਸਾਰਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਨੇ ਲੋਕ, ਪਰ ਜਿਹੜਾ ਵਿਵੇਕ ਹੈ ਮਿਲਿਆ ਜਾਂ ਮਛਿੰਦਰਨਾਥ ਮਿਲਿਆ ਉਹਨੂੰ ਦੱਸਦਾ ਵੀ ਤੇਰੇ ਕੋਲ ਆਹ ਗੱਲਾਂ ਹੈ ਨਹੀਂ। ਤੇਰੇ ਕੋਲ ਜਿਹੜੇ ਤੇਰੇ ਨਾਲ ਖੜੇ ਨੇ ਜਿਹਨੂੰ ਤੈਂ ਜਿੱਤਿਆ ਉਹ ਧੂਮਰ ਸੀ, ਉਹ ਬਿਲਕੁਲ ਅਗਿਆਨੀ ਨੇ, ਉਹਨਾਂ ਦੀ ਮੱਤ ਵਿੱਚ ਗਿਆਨ ਹੈ ਨਹੀਂ ਸੀ ਤਾਂ ਸਰੈਂਡਰ ਕਰ ਗਏ, ਨਹੀਂ ਤੈਨੂੰ ਸਰੈਂਡਰ ਨਹੀਂ ਸੀ ਕਰਦੇ। ਗਿਆਨ ਤੇਰੇ ਕੋਲ ਵੀ ਨਹੀਂ ਹੈ, ਤੇਰੇ ਕੋਲ ਤਰਕ ਇੰਨੇ ਨੇ ਉਹ ਲਾਜਵਾਬ ਕਰਤੇ थे। फिर शक्ति है, दुनियावी शक्ति है, राज शक्ति है, वो लाजवाब ने ते डरते फिर चुप ने, डरते ही चुप ने। जे इन्हों तो उदों अगे का ज्ञान देगा फिर गल होर है, वो तेरे को है नहीं है। जो वो विवेक गहाँ हुआ जो तो विवेक ही चलता ना। अविवेक इन्हों कोल है सारिਆਂ ਕੋਲ, ਇਹ ਵੀ अविवेकी ने ਧੂਮਰ नारायण, ये अविवेकी ने। अविवेकियों की लिस्ट आउंदी मत्तां ने सारियां होणियां अलग अलग। ਧੂਮਰ ਸਾਰਥੀ ਵਿਰਾਜਤ, सारथी भी ਧੂਮਰ है। जे मन मूहरे है तो बुद्धि मगर है, तो बुद्धि सारथी है। मनमुखी जिहड़ा हुंदा मन मूहरे है, बुद्धि पिछे, सारथी बुद्धि है ਉਹਦੀ। हाँ ਧੂਮਰ ਬਸਤਰ ਤਨ ਧਰੋ, ਨਿਰਖ ਧੂਰੋ ਮਨ ਲਾਜਤ। ਹਿਰਦੇ ਵਿੱਚ ਵਸਤਰ ਕੀ ਹੈ? ਸੱਚ ਪਹਿਣਾ, ਸੱਚ ਖਾਣੇ ਦੀ ਬਜਾਏ ਭਰਮ ਦਾ ਹੀ ਕੋਟ ਹੈ ਉੱਥੇ। ਭਰਮੇ ਇਕੱਠਾ ਕਰਦਾ ਅੰਦਰ, ਭਰਮ ਦੇ ਹੀ ਕੱਪੜੇ ਪਾਏ ਹੋਏ ਨੇ। ਧੂਮਰ ਬਸਤਰ ਤਨ ਧਰੋ, ਹਾਂ ਹਾਂ ਅਗਿਆਨਤਾ ਹੀ ਪਹਿਨੀ ਹੋਈ ਉਹਨੇ। ਜੋ ਭਾਂਡੇ 'ਚ ਵਸਤ ਪਾਈ ਆ ਉਹੀ ਬਾਹਰ ਕੱਢੂਗਾ। ਬਾਹਰ ਕੀ ਕੱਢੂ? ਗਿਆਨ ਕੀ ਦਊ ਲੋਕਾਂ ਨੂੰ? ਜੋ ਅੰਦਰ ਹੈ ਉਹੀ ਦਊਗਾ। ਜੋ ਵਸਤ ਪਾਏ ਭਾਂਡੇ ਸੋ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਨਿਰਖ ਧੂਰੋ ਮਨ ਲਾਜਤ, ਨਿਰਖ ਧੂਰੋ ਧੂਆਂ ਜਿਹੜਾ ਹੁੰਦਾ ਨਾ ਉਹ ਵੀ ਇੰਨਾ ਕਾਲਾ ਹੈ, ਯਾਨੀ ਜਿਹੜਾ ਬਾਹਰ ਧੂਆਂ ਨਾ ਜੇ ਆਪਾਂ ਫੈਲਾ ਦਈਏ, ਉਹ ਧੂਆਂ ਦਾ ਜੋ ਘੱਟ ਹਨੇਰਾ ਕਰਦਾ ਉਹ ਹਨੇਰਾ ਜ਼ਿਆਦਾ, ਉਹ ਬਾਹਰ ਹਨੇਰਾ ਕਰਦਾ ਧੂਆਂ, ਅੰਦਰ ਹਨੇਰਾ ਕਰਦਾ। ਇਹ ਅੰਦਰਲਾ ਧੂਆਂ ਉਹ ਬਾਹਰਲਾ ਧੂਆਂ। ਉਹ ਧੂਆਂ ਤਾਂ ਮਾੜਾ ਮੋਟਾ ਦਿਖੂ ਵੀ, ਜਿਹੜਾ ਧੂਆਂ ਹੁੰਦਾ ਇਹ ਤਾਂ ਮਾੜਾ ਮੋਟਾ ਦੀਦਾ ਵੀ ਹੈ ਆਪਾਂ ਨੂੰ ਥੋੜੀ ਬਹੁਤੀ ਦੂਰ ਤੱਕ। ਅੰਦਰਲਾ ਹਨੇਰੇ ਤਾਂ ਕੱਖ ਵੀ ਨਹੀਂ ਦੀਦਾ ਹੈਗਾ, ਫਿਰ ਕੁਛ ਵੀ ਨਹੀਂ ਦੀਦਾ ਹੈ, ਸਭ ਬੰਦ। ਹਾਂ ਧੂਮਰ ਧਨੁਖ ਕਰ ਛਕਿਓ, ਬਾਣ ਧੂਮਰੇ ਸੁਹਾਏ। ਧੂਮਰ ਧਨਖ ਕਰ ਛਕਿਓ, ਕਰ ਛਕਿਓ। ਹੱਥ ਪੜਿਆ ਧੂਮਰ ਧਨਖ ਵੀ ਧੂਮਰ, ਯਾਨੀ ਉਹਦੇ ਹੀ ਤੀਰ ਚਲਾਉਂਦਾ। ਤ੍ਰਿਸ਼ਨਾ ਦੇ ਤੀਰ ਨੇ, ਅਗਿਆਨਤਾ ਦਾ ਧਨਖ। ਅਗਿਆਨਤਾ ਦੇ ਧਨਖ ਦੇ ਵਿੱਚੋਂ ਜਿਹੜਾ ਮਨ ਹੈ ਨਾ, ਮਨ ਇਹਦਾ ਹੀ ਧਨਖ ਬਣਾਊ। ਫਿਰ ਬੁੱਧੀ ਹੋਰ ਕੀ ਕਰੂ? ਦੂਏ ਦਾ ਵੀ ਮਨ ਹੈ, ਮਨ ਪਾਉਂਦੇ ਤੀਰ ਛੱਡੂ। ਜੋ ਮਨ ਨੂੰ ਚੰਗੇ ਲੱਗਦੇ ਨੇ ਉਹ ਤੀਰ ਛੱਡੂ। ਬਾਣ ਧੂਮਰੇ ਸੁਹਾਏ, ਧੂਮਰੇ ਬਾਣ ਉਹ ਚੰਗੇ ਲੱਗਦੇ ਨੇ, ਸੁਹਾਏ ਸਭ ਨੂੰ ਚੰਗੇ ਲੱਗਦੇ ਨੇ। ਧੂਮਰੇ ਬਾਣ ਸਾਰੀ ਪਬਲਿਕ ਨੂੰ ਚੰਗੇ ਲੱਗਦੇ ਨੇ। ਰਿੱਧੀਆਂ ਸਿੱਧੀਆਂ ਦੀਆਂ ਗੱਲਾਂ ਸਾਰੀ ਪਬਲਿਕ ਨੂੰ ਚੰਗੀਆਂ ਲੱਗਦੀਆਂ ਨੇ, ਤਾਂ ਹੀ ਜ਼ਿਆਦਾ ਭੀੜ ਹੁੰਦੀ ਹੈ ਉੱਥੇ। ਇਸ ਮਨੋਕਾਮਨਾ ਦੀ ਪੂਰਤੀ ਵਾਲੇ ਜਿਹੜੇ ਬਾਣ ਨੇ ਉੱਥੇ ਤਾਂ ਸਾਰੀਆਂ ਹੀ ਮੱਖੀਆਂ ਚਲੀਆਂ ਜਾਂਦੀਆਂ ਨੇ, ਉੱਥੇ ਤਾਂ ਸਭ ਮੱਖੀਆਂ ਜਾਂਦੀਆਂ ਨੇ। ਇਸ ਕਰਕੇ ਨੌਂਗਲੀ ਬਦਲਿਆ ਸੀ ਪ੍ਰਚਾਰ ਵੀ ਜੇ ਤਾਂ ਕਰਨਾ ਇਕੱਠ ਲਾਉਣੀਆਂ ਪਬਲਿਕ ਮਗਰ ਸਾਰੀ, ਫਿਰ ਤਾਂ ਪ੍ਰਚਾਰ ਇਹੋ ਜਿਹਾ ਕਰੋ ਮਨੋਕਾਮਨਾਵਾਂ ਪੂਰੀਆਂ ਕਰਨ ਦਾ, ਤਾਂ ਗੋਲਕ ਭਰੂਗੀ, ਤਾਂ ਵੋਟਾਂ ਮਿਲਣਗੀਆਂ, ਤਾਂ ਦੁਨੀਆ ਮਗਰ ਲੱਗੂਗੀ। ਜੇ ਗੁਰਮਤਿ ਦਾ ਪਿਓਰ ਪ੍ਰਚਾਰ ਕਰਨਾ ਫਿਰ ਇਕੱਲੇ ਹੀ ਰਹਿ ਜਾਵਾਂਗੇ, ਫਿਰ ਨਹੀਂ ਕਿਸੇ ਨੇ ਮਗਰ ਲੱਗਣਾ। ਦਸਮ ਪਾਤਸ਼ਾਹ ਨੂੰ ਪੰਜਾਬ ਛੱਡ ਕੇ ਜਾਣਾ ਪੈ ਗਿਆ ਸੀ। ਪਿੰਡਾਂ ਵਾਲੇ ਜਿਹੜੇ ਮੁਲਖੀਆ ਸੀ ਉਹ ਵਿਰੋਧ 'ਚ ਸੀਗੇ ਖੜੇ, ਉਹਨੇ ਨਹੀਂ ਸੀ ਬੰਦੇ ਨਾਲ ਇਹਨਾਂ ਦੇ। ਉਹਨਾਂ ਦੇ ਮਾਲਵੇ ਦੇ ਪਿੰਡਾਂ ਦੇ ਪਿੰਡ ਉੱਠ ਕੇ ਤੁਰ ਪੈਂਦੇ ਮਗਰ। ਜੇ ਮਾਲਵੇ 'ਚ ਗਏ ਹੀ ਨੇ, ਪਿੰਡਾਂ ਦੇ ਪਿੰਡ ਆ ਜਾਂਦੇ, ਮਾਝੇ 'ਚੋਂ ਮਾਲਵੇ ਸਾਰਾ ਇਕੱਠਾ ਨਾ ਹੋ ਜਾਂਦੇ। ਨਹੀਂ ਹੋਏ, ਇੰਨੀ ਸਿੱਖੀ ਨਹੀਂ ਸੀਗੀ ਐਵੇਂ। ਉਹ ਜਿਹੜੇ ਸੀਗੇ ਉਹ ਸੀਗੇ ਬਸ।
ਉਹ ਪੱਕਾ ਹੀ ਸੀ, ਬਾਕੀ ਨਹੀਂ ਸੀ। ਸੋ ਨਰ ਨਾਗ ਭੁਜੰਗ ਜਾਚਰ ਅਸੁਰ ਲਜਾਏ। ਸੋ ਨਰ ਨਾਗ ਭੁਜੰਗ, ਆ ਦੇਖ ਭੁਜੰਗ ਲਫ਼ਜ਼ ਜਿਹੜਾ ਆਇਆ, ਜਿਹੜੇ ਛੋਟੇ ਸਿੱਧਾਂ ਦੇ ਚੇਲੇ ਨੇ ਭੁਜੰਗ ਕਹਿੰਦੇ ਨੇ ਉਹਨੂੰ। ਭੁਜੰਗ ਜਿੱਥੇ ਆਊਗਾ ਸਿੱਧਾਂ ਦੀ ਗੱਲ ਆਊਗੀ, ਸੱਪ ਹੁੰਦਾ ਹੈ ਭੁਜੰਗ। ਨਾਗ ਭੁਜੰਗ ਸ਼ਿਵ ਜੀ ਦੇ ਚੇਲਿਆਂ ਦੀ ਗੱਲ ਆਊਗੀ, ਨਾਥਾਂ ਦੀ ਜੋਗੀਆਂ ਦੀ ਗੱਲ ਆਊਗੀ ਇੱਥੇ। ਸੋ ਨਰ ਨਾਗ ਭੁਜੰਗ, ਹਾਂ ਉਹ ਜਿਹੜੇ ਆਮ ਆਦਮੀ ਨੇ, ਨਰ ਨੇ। ਭੁਜੰਗ ਜਿਹੜੇ ਨਵੇਂ ਚੇਲੇ ਰੱਖਦੇ ਨੇ। ਜਚ ਅਰ ਅਸੁਰ ਲਜਾਏ। ਜਚ ਔਰ ਅਸੁਰ ਲਜਾਏ, ਉਹ ਸਾਰੇ ਕਹਿੰਦੇ ਨੇ ਹਾਂ ਬਈ ਕਰਾਮਾਤਾਂ ਦੀਆਂ ਗੱਲਾਂ ਜੋ ਕਰਦੇ ਨੇ, ਸ਼ਿਵ ਜੀ ਦੀਆਂ ਕਹਾਣੀਆਂ ਜੋ ਸੁਣਾਉਂਦੇ ਨੇ, ਹੋਰ ਸਾਧਾਂ ਦੀਆਂ ਗੱਲਾਂ ਜੋ ਕਰਦੇ ਨੇ। ਇੱਥੇ ਹੁੰਦਾ ਸੀ ਆਪਣੇ ਉੱਚੇ ਜਟਾਣੀ ਇੱਕ ਸਾਧ ਹੁੰਦਾ ਸੀ, ਉਹਦੇ ਕੋਲ ਬਹਿੰਦੇ ਸੀ ਮਰਾਸੀ ਜੇ। ਕਹਿੰਦਾ ਜੀ ਰਾਤ ਨੂੰ ਅਸੀਂ ਗਏ 3 ਥਾਂ ਹੋਇਆ ਪਿਆ। ਝੂਠੇ ਬੋਲਣੇ ਜਿਵੇਂ ਮਰਜ਼ੀ ਬੋਲੀ ਜਾਣ, ਸਮਝਿਆ ਜੀ। ਬੜੀਆਂ ਗੱਪਾਂ ਮਾਰੋ ਜੀ, ਐਂ ਕੁੱਟ ਦਿੰਦਾ। ਅਸੀਂ ਚਲੇ ਗਿਆ ਸੀਗਾ ਵੀ ਜੇ ਉਹ ਸਾਨੂੰ ਕੁੱਟਿਆ ਸੀ ਢਾਹ ਲੈਣ। ਕਾਹਨੂੰ ਕਹਿੰਦਾ ਕਿਸੇ ਨੂੰ ਅੱਖ ਪਛਾਣ ਲੈਂਦੇ ਨੇ। ਇਹ ਸਾਰੇ ਦੇਖੇ ਨੇ, ਕੁਛ ਵੀ ਨਹੀਂ ਹੁੰਦਾ, ਇਹਨਾਂ ਝੂਠ ਬੋਲਦੇ ਹੁੰਦੇ। ਹਾਂਜੀ, ਇਹ ਛਵੀ ਪ੍ਰਭਾਵ ਆਲਸ ਨਿਰਪਤ ਜੇ ਦਿਨ ਜੁੱਧ ਕਹੇ। ਆਲਸੀ ਹੁੰਦੇ ਨੇ, ਆਲਸੀ ਲੋਕ। ਇਹ ਕੁਛ ਨਹੀਂ ਕਰਨਾ, ਸਾਰਾ ਦਿਨ ਧੂਣਾ ਸੇਕੀ ਜਾਣਾ, ਬੈਠਿਆ ਨੇ, ਕੰਮ ਨਹੀਂ ਕਰਦੇ ਹੁੰਦੇ। ਇਹ ਛਵੀ ਪ੍ਰਭਾਵ ਆਲਸ ਨਿਰਪਤ, ਹਾਂ, ਨਾ ਸ਼ਬਦ ਵਿਚਾਰ ਕਰਨਾ, ਨਾ ਇਹਨਾਂ ਨੇ ਦੇਹ ਨਾਲ ਕੋਈ ਕੰਮ ਕਰਨਾ। ਘੋਰੀ ਹੁੰਦੇ ਨੇ, ਨਹਾਉਂਦੇ ਵੀ ਨਹੀਂ, ਸੋਏ ਮੜ ਲੈਂਦੇ ਨੇ। ਜਿਹੜਾ ਆਦਮੀ ਨਹਾਉਂਦਾ ਹੀ ਨਹੀਂ, ਉਹਨੂੰ ਅਕਲ ਕਿੱਥੋਂ ਆਉਣੀ। ਪਾਣੀ ਉਹ ਨਹੀਂ ਜਿਹਨੇ ਸਾਰਾ ਜ਼ਿੰਦਗੀ ਪਿੰਡ ਦੇ ਪਾਉਣਾ, ਉਹਨੂੰ ਅਕਲ ਕਿੱਥੋਂ ਆਉਣੀ ਹੈ। ਇਹ ਘੋਰੀ ਨੇ ਸਾਰੇ, ਘੋਰੀ ਇਹਨਾਂ ਚੋਂ ਆਏ ਨੇ। ਗਾਹਾਂ ਘੋਰੀ ਆ ਜਾਂਦੇ ਇਹਨਾਂ ਦੇ ਵਿੱਚੋਂ ਨਿਕਲ ਕੇ ਹੋਰ ਜ਼ਿਆਦਾ। ਜੇ ਦਿਨ ਜੁੱਧ ਕਹਿ ਜੁੱਟ ਹੈ, ਜਿੱਦਣ ਇਹ ਤੇਰੇ ਨਾਲ ਚਰਚਾ, ਗਿਆਨ ਚਰਚਾ ਤੇ ਆ ਗਏ ਨਾ, ਇਹਨਾਂ ਨੇ ਤਾਂ ਬੋਲਣਾ ਝੂਠ। ਤੇਰੇ ਕੋਲ ਸਿੱਧ ਨਹੀਂ ਹੋਣਾ ਵੀ ਇਹ ਝੂਠ ਹੈ ਤੁਹਾਡਾ। ਗੁਰੂ ਨਾਨਕ ਨਾਲ ਇਹੀ ਆਏ ਸੀ ਕਿ ਜੁੱਧ ਕੋ ਜੁੱਟ ਹੈ। ਆਏ ਨਹੀਂ ਗੁਰੂ ਨਾਨਕ ਨਾਲ, ਗੱਲਬਾਤ ਨਹੀਂ ਕੀਤੀ। ਉੱਥੇ ਫਿਰ ਕੀ ਕੰਮ ਆਇਆ? ਸਾਰੇ ਹੀ ਫਿਰਦੇ ਤੇ ਕਿਸੇ ਨੇ ਫੜਿਆ ਉਹਨਾਂ ਦੇ ਬਾਂਹ? ਕਿਹੜੇ ਜੋਗੀਆਂ ਨੂੰ ਘੇਰਿਆ ਕਿਸੇ ਨੇ? ਜੇ ਘੇਰਿਆ ਗੁਰੂ ਨਾਨਕ ਨੇ ਘੇਰਿਆ ਜਾ ਕੇ, ਜੇ ਘੇਰਿਆ ਤਾਂ ਕਬੀਰ ਨੇ ਘੇਰਿਆ ਜਾ ਕੇ, ਭਗਤਾਂ ਨੇ ਘੇਰੇ ਨੇ, ਹੋਰ ਕਿਸੇ ਨੇ ਨਹੀਂ ਘੇਰੇ। ਜਿਸ ਦਿਨ ਯੁੱਧ ਕੋ ਜੁੱਟ ਹੈ, ਜਦ ਲਲਕਾਰਤਾ ਵੀ ਆਓ ਸਾਡੇ ਨਾਲ ਕਰੋ ਗਿਆਨ ਚਰਚਾ, ਉਦੋਂ ਕੀ ਕਰੇਗਾ? ਉਦੋਂ ਕੰਮ ਕੀ ਆਊ? ਉਦਮ ਵਿਹੀਨ ਸੁਣ ਰੇ ਨਿਰਪਤ ਔਰ ਸਗਲ ਦਲ ਫੁੱਟ ਹੈ। ਉਦਮ ਵਿਹੀਨ, ਸਾਰਾ ਹੀ ਜਿੰਨਾ ਉਦਮ ਵਿਹੀਨ ਹੋਊ ਦਲ, ਸਾਰੇ ਜਿਹੜੇ ਸ਼ਬਦ ਵਿਚਾਰ ਨਹੀਂ ਕਰਦੇ, ਗਿਆਨ ਵਿਚਾਰ ਨਹੀਂ ਕਰਦੇ, ਵਾਵਰੇ ਤਾਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਹੋਇਆ। ਗਿਆਨ ਵਿਚਾਰ ਤੋਂ ਸਖਣੇ ਜਿਹੜੇ ਬੰਦੇ ਨੇ, ਸਾਰੇ ਇਹਨਾਂ ਸਾਹਮਣੇ ਢਾਟੇਰੀ ਹੋ ਜਾਣਗੇ, ਸਭ ਨੂੰ ਭੰਨ ਦੇਣਗੇ। ਨਹੀਂ ਛੱਡਣ ਕਿਸੇ ਨੂੰ, ਇਹਨਾਂ ਨੇ ਖੜੇ ਨਹੀਂ ਰਹਿ ਸਕਣਾ ਇਹਨਾਂ ਦੇ ਸਾਹਮਣੇ ਕਿਸੇ ਨੇ। ਉਹਨਾਂ ਨੇ ਤਾਂ ਝੂਠ ਦੇ ਗੋਲੇ ਚਲਾਉਣੇ ਨੇ, ਝੂਠ ਦੇ ਗੋਲੇ ਨੇ। ਝੂਠ ਨੂੰ ਝੂਠ ਸਾਬਤ ਕਰਨਾ ਵੀ ਤਾਂ ਔਖਾ। ਉਹ ਸ਼ਬਦ ਕਹਿੰਦੇ ਨੇ ਸਾਨੂੰ ਸੁਣਦਾ, ਨਾਦ ਸੁਣਦਾ, ਦੱਸੋ ਵੀ ਨਾਦ ਕੀ ਸਬੂਤ ਹੈ? ਉਹ ਤਾਂ ਕਹਿੰਦੇ ਨੇ ਸਾਨੂੰ ਸੁਣਦਾ। ਤੇ ਜਿਹਨੂੰ ਨਾਦ ਬਾਰੇ ਗਿਆਨ ਹੋਈ, ਦੱਸੋ ਵੀ ਨਾਦ ਹੁੰਦਾ ਕੀ ਹੈ, ਇਹ ਦੱਸੋ। ਨਾਦ ਉਹੀ ਪੁੱਛੂ ਹੁੰਦਾ ਜਿਹਦੇ ਕੋ, ਜਿਹਨੂੰ ਸੁਣਿਆ ਹੋਵੇ। ਸੁਣੋ ਕਿਹਨੂੰ? ਸੁਣੋ ਉਦਮੀ ਨੂੰ। ਜਿਹਨੇ ਸ਼ਬਦ ਵਿਚਾਰ ਕੀਤਾ ਹੈ ਉਹੀ ਨਾਦ ਤੇ ਪਹੁੰਚੂ, ਹੋਰ ਕੌਣ ਪਹੁੰਚੂ? ਛਪੈ ਛੰਦ, ਹੁਣ ਗ੍ਰੰਥ ਇਹਦੇ ਕੋਲ ਪਏ ਨੇ, ਉਹਨਾਂ ਦੀ ਵਿਚਾਰ ਨਹੀਂ ਕਰਦਾ। ਗ੍ਰੰਥਾਂ ਦੀ ਵਿਚਾਰ ਨਹੀਂ, ਵਿੱਚੋਂ ਬੁੱਝਣ ਵਾਲੀ ਗੱਲ ਬੁੱਝਦਾ ਨਹੀਂ ਹੈਗਾ, ਧੱਕੇ ਨਾਲੇ ਗੱਡੀ ਚਲਾਈ ਜਾਂਦਾ। ਜੇ ਇਹਨਾਂ ਨੇ ਨਹੀਂ ਬੁੱਝਿਆ ਤੇ ਤੂੰ ਤਾਂ ਬੁੱਝਣਾ ਗੱਲ। ਛਪੈ ਛੰਦ
ਹਰਤ ਤੁਜਾ ਅਰ ਧਨਕ ਹਰਿਤ ਬਾਜੀ ਰਥ ਰੂਪਤ ਹਰਤ ਬਸਤਰ ਤਨ ਤਰੇ ਨਿਰਕ ਸੁਰ ਨਰ ਮਨ ਮੋਹਤ। ਇਹ ਹਰਿਤ ਵਾਲੇ ਨੇ, ਹਰੇ ਰੰਗ ਵਾਲੇ ਮੁਸਲਮਾਨ ਨੇ। ਹਰਤ ਤੁਜਾ ਜੋਗੀਆਂ ਨਾਲ ਚਰਚਾ ਕਰਕੇ ਗੁਰੂ ਨਾਨਕ ਮੁਸਲਮਾਨਾਂ ਵੱਲ ਵੀ ਗਏ ਨੇ ਨਾ। ਇਹ ਹਰਾ ਰੰਗ ਚਾਹੇ ਮੁਸਲਮਾਨਾਂ ਕੋਲ ਬਾਅਦ ਦਾ ਆਇਆ ਹੋਵੇ, ਪਹਿਲਾਂ ਤੇ ਪਿੱਛੋਂ ਹੀ ਚੱਲਿਆ ਹੁੰਦਾ। ਹਰੇ ਰੰਗ ਵਾਲੇ ਇਹਨਾਂ ਕੋਲ ਇਹੀ ਵਿਚਾਰਧਾਰਾ ਹੁੰਦੀ ਹੈ, ਮੁੜ ਵਿਚਾਰਧਾਰਾ ਉਹੀ ਆਏ। ਜੇ ਗੁਰਮਤਿ ਮੁੜ ਕੇ ਉਹੀ ਆਉਂਦੀ, ਇਹ ਵੀ ਉਹੀ ਨੇ। ਜੇ ਗੁਰਮਤਿ ਉਹੀ ਆਉਂਦੀ ਆ ਤਾਂ ਇਹ ਵੀ ਉਹੀ ਨੇ ਨਾਲ ਦੀਆਂ, ਇਹ 'ਚ ਪੈਦਾ ਹੋਈਆਂ ਹੋਈਆਂ ਨੇ। ਇਹ ਗੱਡੀ ਦਾ ਪਹੀਆ ਜਦ ਘੁੰਮਦਾ ਤਾਂ ਸਾਰਾ ਕੁਝ ਨਾਲੇ ਘੁੰਮਦਾ। ਪਹੀਆ ਘੁੰਮੂ ਸਾਰਾ ਨਾਲੇ ਘੁੰਮਣਾ। ਨਵੀਆਂ ਨਹੀਂ ਮੱਤਾਂ ਬਣਦੀਆਂ ਹੁੰਦੀਆਂ, ਮੇਨ ਇਹੀ ਹੁੰਦੀਆਂ ਨੇ। ਨਵੀਆਂ ਤਾਂ ਆ ਜਿਹੜੀਆਂ ਰੋਜ਼ ਬਣਦੀਆਂ ਨੇ, ਸੰਤ ਸੂਹ ਅਨੇਕਮਤੀ ਕੇ, ਇਹ ਨਹੀਂ ਕੁਛ ਹੁੰਦੀਆਂ। ਇਹਦਾ ਕੀ ਹੈ? ਇਹ ਤਾਂ ਮੈਂ ਡਿਜ਼ਾਈਨ ਹੈ, ਕੱਪੜਾ ਤਾਂ ਉਹੀ ਹੈ, ਡਿਜ਼ਾਈਨ ਬਦਲੀ ਜਾਂਦੇ ਰੋਜ਼, ਰੰਗ ਉਹੀ ਨੇ। ਇਹਦਾ ਡਿਜ਼ਾਈਨ ਹੈ, ਹੋਰ ਦੇ ਲੈਂਦੇ ਨੇ, ਨਹੀਂ ਕੁਛ ਹੁੰਦਾ। ਹਰਿਤ ਤੁਜਾ ਅਰ ਧਨੁਕ ਹਰਿਤ ਬਾਜੀ ਰਥ ਸੋਭਤ। ਹਰਿਤ ਤੁਜਾ ਔਰ ਧਨਖ ਹਰਿਤ, ਬਾਜੀ ਘੋੜੇ ਵੀ ਨੇ, ਰਥ ਵੀ ਹੈ, ਸੋਭਤ ਬਾਜੀ ਸੁਭੰਤ। ਹਾਂ, ਸੁਭੰਤ। ਇਹ ਹਰੇ ਰੰਗ ਵਾਲੇ ਨੇ ਮੁਸਲਮਾਨ। ਹਾਂ, ਹਰਿਤ ਬਸਤਰ ਤਨ ਧਰੇ ਨਿਰਕ ਸੁਰ ਨਰ ਮਨ ਮੋਹੰਤ। ਹਰੇ ਹੀ ਵਸਤਰ ਪਾਏ ਨੇ ਉਹਨਾਂ ਨੇ, ਹਰੀਆਂ ਚਾਦਰਾਂ ਚੜਾਉਂਦੇ ਨੇ ਪੀਰਾਂ ਤੇ, ਹਰੇ ਕੱਪੜੇ ਵੀ ਪਾਉਂਦੇ ਨੇ। ਹਾਂ, ਪਵਨ ਵੇਗ ਰਥ ਚਲਤ ਭ੍ਰਮਣ ਭੰਗੂਲਾ ਲਖ ਲਾਜਤ। ਆ ਦੇਖੋ, ਉਹਨਾਂ ਦਾ ਰਥ ਪਵਨ ਵੇਗ ਨਾਲ ਚੱਲਦਾ ਹੈ। ਬੁੱਧ ਹੈ ਉਹਨਾਂ ਕੋਲ, ਗਿਆਨ ਹੈ ਉਹਨਾਂ ਕੋਲ। ਪਵਨ ਵੇਗ ਰਥ ਚਲਤ, ਪਵਨ ਵੇਗ ਚੱਲਦਾ ਰਥ। ਸ਼ਬਦ ਬਾਣ ਮਾਰਦੇ ਨੇ, ਉਹ ਸ਼ਬਦ ਬਾਣ ਮਾਰਦੇ ਨੇ, ਚਰਚਾ ਗਿਆਨ ਚਰਚਾ ਕਰਦੇ ਨੇ। ਹਾਂ, ਪੌਣ ਕੀ ਬਾਣੀ ਬੋਲਦੇ ਨੇ। ਭ੍ਰਮਣ ਭੰਗੂਲਾ ਲਖ ਲਾਜਤ। ਆ ਜਿਹੜੇ ਬਾਬਰੋਲੇ ਨੇ, ਭ੍ਰਮਣ ਭੰਗੂਲਾ ਲਖ ਲਾਜਤ, ਉਹ ਬਬੂਲਾ ਉਹ ਹੈ ਜਿਹੜੇ ਜੋਗੀ ਨੇ। ਜੋਗੀ ਭੱਜ ਗਏ ਸੀ ਡਰਦੇ ਇਹਨਾਂ ਤੋਂ, ਮੁਸਲਮਾਨਾਂ ਤੋਂ। ਹੀ ਗਿਆਨ ਚਰਚਾ ਵੀ ਨਹੀਂ ਸੀ ਕਰਦੇ, ਕਹਿੰਦੇ ਆਓ ਮੈਦਾਨ 'ਚ ਕਰੋ। ਨਾਥ ਰਹਿ ਗਏ ਸੀਗੇ ਇਹ ਉਰੇ। ਗੁਰੂ ਨਾਨਕ ਨੂੰ ਨਾਥ ਮਿਲੇ ਨੇ, ਜੋਗੀ ਨਹੀਂ ਮਿਲੇ। ਜੋਗੀ ਪਹਾੜਾਂ 'ਚ ਚਲੇ ਗਏ ਸੀ। ਨਾਥਾਂ ਨੇ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਸੀ ਮੁਸਲਮਾਨਾਂ ਨਾਲ। ਨਾਥਾਂ ਨੇ ਮੁਸਲਮਾਨਾਂ ਨਾਲ ਕੰਪਰੋਮਾਈਜ਼ ਕਰ ਲਿਆ ਸੀ। ਉਹ ਰਹੇ ਨੇ, ਉਹਨਾਂ ਨੇ ਗੱਲ ਕੀਤੀ ਹੈ। ਨਾਥ ਦਾ ਹੀ ਚੇਲਾ ਨਾ ਸ੍ਰੀ ਚੰਦ। ਫਿਰ ਸ੍ਰੀ ਚੰਦ ਨਾਥ ਦਾ ਹੀ ਚੇਲਾ ਹੈ, ਜੋਗੀਆਂ ਦਾ ਚੇਲਾ ਨਹੀਂ ਹੈ। ਜੋਗੀ ਅਲੱਗ ਨੇ। ਜੋਗੀ ਤਾਂ ਰਾਮਦੇਵ ਵਾਲੇ ਨੇ, ਜੋਗਮਤ ਵਾਲੇ। ਇਹ ਤਾਂ ਭੱਜ ਗਏ ਸੀ। ਉਹ ਵੀ ਹਰਦੁਆਰੇ ਆਇਆ, ਥੱਲੇ ਨਹੀਂ ਆਇਆ। ਪਹਾੜਾਂ ਦੇ ਨੇੜੇ ਥੱਲੇ ਮੈਦਾਨ 'ਚੋਂ ਲੜਦੇ ਨੇ, ਇਹ ਪਰੇ ਹੀ ਰਹਿੰਦੇ ਨੇ ਜੋਗੀ। ਹਾਂ, ਸੁਣਤ ਸ਼ਰਵਣ ਚੱਕ ਸ਼ਬਦ ਵੇਗ ਮਨ ਮਹਿ ਸੁਖ ਸਾਜਤ। ਸੁਣਤ ਸ਼ਰਵਣ ਚੱਕ ਸ਼ਬਦ, ਉਹਦਾ ਸ਼ਬਦ ਸੁਣ ਕੇ ਚਕਿਤ ਹੋ ਜਾਂਦੇ ਨੇ ਲੋਕ, ਗੱਲ ਸੁਣ ਕੇ ਉਹਨਾਂ ਦੀ। ਸੁਣਤ ਸ਼ਰਵਣ ਚੱਕ ਸ਼ਬਦ, ਹਾਂ, ਉਹਨਾਂ ਦੇ ਸ਼ਬਦ ਸੁਣ ਕੇ ਹੈਰਾਨ ਹੁੰਦੇ ਨੇ। ਇਹੋ ਜਿਹੀਆਂ ਗੱਲਾਂ ਨੇ ਉਹਨਾਂ ਦੀਆਂ। ਕੁਝ ਗੱਲਾਂ 'ਚ ਦਮ ਹੈ ਇਸਲਾਮ ਦੀਆਂ। ਹਾਂ, ਇਸਲਾਮ ਦੀਆਂ ਗੱਲਾਂ 'ਚ ਦਮ ਹੈ, ਕੁਰਾਨ ਦੀਆਂ ਗੱਲਾਂ 'ਚ ਇਹਦੀ ਦਮ ਨਹੀਂ ਹੈ। ਐਵੇਂ ਨਹੀਂ ਕਿਹਾ ਹਿੰਦੂਆਂ ਨਾਲ ਤੁਰਕੂ ਕਰਨਾ। ਹਿੰਦੂ ਤਾਂ ਆਪਣਾ ਧਰਮ ਸੀ ਉਹਨਾਂ ਦਾ। ਦੇਖੋ, ਹਿੰਦੂ ਧਰਮ 'ਚ ਪੈਦਾ ਹੋਇਆ ਕਬੀਰ ਵੀ, ਨਾਮਦੇਵ ਵੀ ਹਿੰਦੂ ਧਰਮ 'ਚ ਪੈਦਾ ਹੋਇਆ। ਆਪਣੇ ਮਤ ਨੂੰ ਕਾਲੀ ਮੰਨਦਾ ਹੈ, ਉਹਨਾਂ ਦੀ ਮਤ ਨੂੰ ਨਾ, ਆਪਣੀ ਮਤ ਨੂੰ ਨਹੀਂ ਮੰਨਦਾ, ਉਹਨਾਂ ਦੀ ਨੂੰ ਕਾਲੀ ਮੰਨਦਾ ਹੈ। ਇਹਦਾ ਮਤਲਬ ਹੈਰਾਨ ਉਹ ਵੀ ਹੋਇਆ ਉਹਨਾਂ ਦੀਆਂ ਗੱਲਾਂ ਸੁਣ ਕੇ। ਅਸਲ ਇਸਲਾਮ ਧਰਮ ਨੇ ਹੀ ਹਿੰਦੂਆਂ ਨੂੰ ਵਿਆਕੁਲ ਕੀਤਾ ਹੈ। ਇੱਥੇ ਆ ਕੇ ਉਹਦੇ ਭਗਤਾਂ ਦਾ ਜਨਮ ਹੋਇਆ ਇਸਲਾਮ ਧਰਮ ਦੀ ਵਜ੍ਹਾ ਨਾਲ ਹੋਇਆ। ਵਿਆਕੁਲ ਕਰਤਾ ਇੱਥੇ ਵੀ ਤੁਹਾਡਾ ਧਰਮ ਤਾਂ ਬੇਕਾਰ ਹੈ। ਮੂਰਤੀ ਪੂਜਾ ਤੇ ਉਹਨਾਂ ਨੇ ਬੁਖਲਾ ਗਏ ਵੀ ਸੱਚੇ ਆਦਮੀ ਸੀ। ਇਹ ਕੀ ਗੱਲ? ਧਰਮ ਸਾਡਾ ਬੇਕਾਰ ਹੈ। ਇਹਨਾਂ ਨੂੰ ਤਾਂ ਰਾਖਸ਼ ਕਹਿੰਦੇ ਰਹੇ ਨੇ, ਇਹਨਾਂ ਦਾ ਧਰਮ। ਸਾਡੇ ਧਰਮ ਤੋਂ ਵਧੀਆ ਕੋਈ ਧਰਮ ਹੀ ਨਹੀਂ ਹੈ। ਫਿਰ ਖੋਜ ਸ਼ੁਰੂ ਹੋਈ ਹੈ। ਖੋਜ ਸ਼ੁਰੂ ਕਰਕੇ ਦੇਖ ਲਿਆ ਵੀ ਇਹਨਾਂ ਕੋਲ ਤਾਂ ਕੁਛ ਹੈ ਨਹੀਂ, ਇਹਨਾਂ ਕੋਲ ਬਿਲਕੁਲ ਨਹੀਂ ਹੈ ਕੁਛ। ਮੂਰਤੀ ਪੂਜਾ ਕਰਦੇ ਨੇ, ਬੈਨ ਵੀ ਲਾਇਆ ਹੋਇਆ ਸੀ। ਉਹਨਾਂ ਨੇ ਕਿਹਾ ਵੀ ਆਦਮੀ ਚਾਰ ਵਰਣ ਹੋ ਨਹੀਂ ਸਕਦੇ, ਖੂਨ ਸਾਰਿਆਂ 'ਚ ਇੱਕ ਹੈ। ਉਹਨਾਂ ਨੇ ਕਿਹਾ ਵੀ ਦੇਖੋ ਨਾ, ਕਈ ਗੱਲਾਂ ਦੇ ਵਿੱਚ ਨਾਲ ਨੇ ਉਹ ਖੜੇ ਗੁਰਮਤਿ ਦੇ।
ਵਰਣ ਨਹੀਂ ਮੰਨਦੇ ਮੁਸਲਮਾਨ, ਵਰਣ ਨੂੰ ਮੰਨਦੇ ਨਹੀਂ ਹੁਣ। ਕਹਿੰਦੇ ਖੁਦਾ ਨੇ ਇੱਕ ਬਣਾਏ ਨੇ, ਸਾਰਿਆਂ ਜਾਂ ਖੁਦਾ ਹੈ, ਘੱਟ ਵੱਧ ਕੌਣ ਹੈ? ਉਹਨਾਂ ਦੀ ਗੱਲਾਂ 'ਚ ਦਮ ਹੈ, ਇਹਨਾਂ ਦੀਆਂ ਗੱਲਾਂ ਦਾ ਹੀ ਕੱਖ ਨਹੀਂ। ਦਮ ਕਿੱਥੇ? ਦਮ ਰਹਿਣੇ ਨਹੀਂ ਦਿੱਤਾ ਇਹਨਾਂ ਨੇ, ਗੱਲਾਂ 'ਚ ਦਮ ਰਹਿਣੇ ਨਹੀਂ ਦਿੱਤਾ। ਅਗਿਆਨਤਾ ਦੇ ਸਿਰ ਤੇ ਰੋਟੀ ਖਾਂਦੇ ਨੇ ਜਿੰਨੇ ਹਿੰਦੂ ਸੰਤ ਵੀ ਅਗਿਆਨਤਾ ਦੇ ਸਿਰ ਤੇ ਰੋਟੀ ਖਾਂਦੇ ਨੇ। ਅਗਿਆਨਤਾ ਦੇ ਸਿਰ ਤੇ ਗੋਲਕ ਦੀਆਂ ਰੋਟੀਆਂ ਨੇ ਸੇਕ ਹੁੰਦੀਆਂ, ਅਗਿਆਨਤਾ ਦੇ ਸਿਰ ਕੀਰਤਨ ਦਰਬਾਰ ਨੇ। ਗਿਆਨ ਤੋਂ ਤਾਂ ਇਹ ਵੀ ਡਰਦੇ ਨੇ, ਗਿਆਨ ਤੋਂ ਸਾਰੇ ਡਰਦੇ ਹੁੰਦੇ ਨੇ। ਜਿਹੜੇ ਧਰਮ ਵਾਲੇ ਨੇ, ਪਰੰਪਰਾਗਤ ਧਰਮ ਵਾਲੇ, ਮਤਾਂ ਵਾਲੇ, ਗਿਆਨ ਤੋਂ ਸਾਰੇ ਡਰਦੇ। ਗਿਆਨ ਤਾਂ ਸਾਰਿਆਂ ਨੂੰ ਹੋ ਜਾਣਾ, ਉਹਨਾਂ ਦਾ ਪਰਦਾ ਜੋ ਚੱਕਿਆ ਜਾਣਾ, ਛੋਟਾ ਬੜਾ ਹੀ ਨਹੀਂ ਕੋਈ, ਬਰਾਬਰ ਜੋ ਕਰ ਦੇਣਾ ਸਾਰਿਆਂ ਨੂੰ। ਬਰਾਬਰ ਹੋਣ ਤੋਂ ਡਰਦੇ ਨੇ, ਉਹ ਵਿਹਲੇ ਖਾਂਦੇ ਨੇ। ਸਰਦਾਰੀ ਬਣੀ ਹੋਈ ਹੈ, ਲੋਕ ਪੈਰੀ ਪੈਂਦੇ ਨੇ, ਆ ਕੇ ਜੋੜੇ ਝਾੜਦੇ ਨੇ। ਕਾਰ ਦੀਆਂ ਟਾਇਰਾਂ ਦੀ ਮਿੱਟੀ ਮੱਥੇ ਨੂੰ ਲਾਈ ਜਾਂਦੀਆਂ ਜਨਾਨੀਆਂ, ਤੇ ਉਹਨਾਂ ਨੂੰ ਤਾਂ ਉਹਨਾਂ ਦੀ ਸਪਿਰਿਟ ਜਾਂਦੀ ਹੈ, ਖਤਮ ਹੁੰਦੀ ਹੈ, ਚੌਧਰੇ ਖਤਮ ਹੁੰਦੀ ਹੈ ਉਹਨਾਂ ਦੀ। ਤਾਂ ਉਹਨਾਂ ਵਾਸਤੇ ਤਾਂ ਇਹ ਮਹਾਂਪਰਲੇ ਹੁੰਦੀ ਹੈ। ਇਹ ਜਿਹੜੇ ਆਮ ਸੰਤ ਨੇ, ਆਮ ਲੋਕ ਨੇ, ਪਰਮ ਗਿਆਨੀ ਨੇ, ਨਾਮ ਦਾ ਪੈਦਾ ਹੋਣਾ, ਨਾਮ ਦਾ ਪ੍ਰਗਟ ਹੋਣਾ, ਉਹਨਾਂ ਵਾਸਤੇ ਪਰਲੇ ਤੇ ਘੱਟ ਨਹੀਂ ਹੁੰਦਾ। ਪਰਲੇ ਹੁੰਦੀ ਹੈ ਸਗਲ ਮਤਾਂਤ, ਸਾਰੀਆਂ ਮਤਾਂ ਦਾ ਅੰਤ ਹੋ ਜਾਂਦਾ ਹੈ। ਬਸ ਕੇਵਲ ਆ ਨਾਮ ਹੀ ਰਹਿ ਜਾਂਦਾ ਸਾਰਿਆਂ ਕੋਲ। ਨਾਨਕ ਦੇ ਘਰ ਕੇਵਲ ਨਾਮ ਹੀ ਹੁੰਦਾ, ਫਿਰ ਉਹ ਸਾਰਿਆਂ ਨੂੰ ਵਰਤਿਆ ਜਾਂਦਾ। ਸੁਨਤ ਸ਼ਰਵਣ ਚੱਕ ਸ਼ਬਦ, ਮੇਘ ਮਨ ਮਹਿ ਸੁਖ ਸਾਜਤ। ਜਿਹੜੇ ਮੇਘ ਨੇ, ਜਿਹੜੇ ਪ੍ਰਚਾਰਕ ਨੇ, ਮੇਘ ਹੁੰਦਾ ਜਿਹੜਾ ਪ੍ਰਚਾਰਕ ਹੋਵੇ। ਚੰਗੇ ਪ੍ਰਚਾਰਕ ਨੇ, ਪ੍ਰਚਾਰਕ ਜਿਹੜੇ ਚੰਗੇ ਨੇ, ਇਮਾਨਦਾਰੀ ਦੇ ਪ੍ਰਚਾਰਕ ਨੇ, ਇਮਾਨਦਾਰੀ ਨਾਲ ਪ੍ਰਚਾਰ ਕਰਨਾ ਚਾਹੁੰਦੇ ਨੇ, ਮੇਘ ਉਹੀ ਹੁੰਦੇ ਨੇ। ਸਭ ਨੂੰ ਇੱਕੋ ਜਿਹਾ ਮੰਨ ਕੇ ਪ੍ਰਚਾਰ ਕਰਦੇ ਨੇ। ਮੇਘ ਇੱਕੋ ਜਿਹਾ ਵਰਤਦਾ ਨਾ ਸਭ ਤੇ, ਗੰਦਾ ਥਾਂ ਹੋਵੇ, ਬੰਦਾ ਹੋਵੇ, ਉੱਚਾ ਹੋਵੇ, ਨੀਵਾਂ ਹੋਵੇ, ਇੱਕੋ ਜਿਹਾ ਵਰਤ ਜਾਣਾ। ਉਹ ਨਾ ਉੱਚੇ ਦੀ ਲਿਹਾਜ਼ ਕਰਦਾ, ਨਾ ਨੀਵੇਂ ਨੂੰ ਤਿਰਸਕਾਰ ਕਰਦਾ। ਉਹ ਉਹਨਾਂ ਨੂੰ ਕੁਛ ਸ਼ਾਂਤੀ ਹੋਈ ਜਾਵੇ, ਹਾਂ ਸੁਖ ਸਾਜਤ, ਉਹਨਾਂ ਨੂੰ ਸੁੱਖ ਮਿਲੇ। ਹੋਰ ਗੱਲਾਂ ਤਕੜੀਆਂ ਮਿਲੀਆਂ ਨੇ, ਹੋਰ ਉਹਨਾਂ ਨੂੰ ਗਿਆਨ ਹੋਰ ਮਿਲੇ, ਉਹ ਮਜ਼ਬੂਤ ਹੋਏ ਨੇ। ਉਹ ਦੂਜਿਆਂ ਨਾਲੋਂ ਡਿਫਰੈਂਟ ਸੀ ਉਹਨਾਂ ਦੇ ਖਿਆਲ, ਪੱਥਰ ਪੂਜਾ ਤੋਂ ਉਹਨਾਂ ਨੂੰ ਬਲ ਮਿਲਿਆ। ਉਹ ਕਹਿੰਦੇ ਆਚਰਣ ਚਾਹੀਦਾ। ਜਿਹੜੇ ਲੋਕ ਕਹਿੰਦੇ ਸੀ ਵੀ ਸਿੱਖੀ ਦਾ ਆਚਰਣ ਹੈ ਨਹੀਂ, ਪਰ ਉਹਨਾਂ ਕੋਲ ਪੂਰਾ ਗਿਆਨ ਹੈ ਨਹੀਂ ਸੀ, ਚੁੱਪ ਹੋ ਜਾਂਦੇ। ਹਾਂ, ਦਬੀ ਜ਼ਬਾਨ ਨਾਲ ਗੱਲਾਂ ਬਾਹਰ ਕਰਦੇ ਹੀ ਨੇ ਲੋਕ, ਸਾਰੇ ਹੀ ਕਰਦੇ ਨੇ, ਅਸ਼ਾਂਤੀ ਸਾਰੇ ਹੀ ਹੈ, ਪਰ ਗੱਲ ਦਾ ਗਿਆਨ ਪੂਰੀ ਦਾ ਹੈ ਨਹੀਂ ਸੀ। ਜੇ ਪੂਰੀ ਗੱਲ ਦਾ ਗਿਆਨ ਹੋ ਗਿਆ, ਸਾਰੇ ਬੋਲਣ ਲੱਗੇ, ਮੁਖਰ ਹੋਣ ਲੱਗੇ। ਇਹ ਛਵੀ ਪ੍ਰਤਾਪ ਮਦ ਨਾਮ, ਨਿਰਭ ਜੇਦਨ ਤੁਰੰਗ ਨਚਾਏ ਹੈ। ਇਹ ਛਵੀ ਹੈ ਮਦ, ਹੈ ਹੰਕਾਰ ਹੈ ਜੋ ਉਹਦੇ 'ਚ, ਕਿਉਂਕਿ ਜੋ ਕਹਾਣਾ ਹੀ ਹੈ ਨਾ, ਆਇਆ ਨਾ ਚੜ ਕੇ ਆਏ ਨੇ, ਤਾਂ ਹੀ ਤਾਂ ਇਸਲਾਮ ਨੂੰ ਤਲਵਾਰ ਦੇ ਜ਼ੋਰ ਨਾਲ ਫੈਲਾ ਦੇਣਾ। ਇੱਥੇ ਆ ਕੇ ਕਮੀ ਹੈ, ਉਹ ਵੀ ਤਾਂ ਤੇਰੇ ਵਾਂਗੂ ਹੀ ਨੇ। ਫਿਰ ਮਦ, ਜਿੱਦਾਂ ਤਰੰਗ ਆ ਗਿਆ, ਜੇ ਤਰੰਗ ਨਚਾਤਾ ਆ ਕੇ, ਤਰੰਗ ਜਲ ਨਚਾਉਂਦਾ ਜਦ ਉਹਨੂੰ ਜੰਗ ਕਰਨ ਦੇ ਇਰਾਦੇ ਨਾਲ ਹੋਵੇ। ਘੋੜਾ ਲਿਆ ਕੇ ਮੈਦਾਨ 'ਚ ਜਲ ਨਚਾਉਂਦਾ, ਨੱਚਦੇ ਨੇ ਘੋੜੇ। ਉਹ ਬਾਹਰ ਕਿਵੇਂ ਕਰਨੇ ਨੇ, ਉਹਦੇ ਹਿਸਾਬ ਨਾਲ ਘੋੜੇ ਪੈਰ ਪੜਦੇ ਹੁੰਦੇ ਨੇ, ਲੱਗੇ ਹੁੰਦੇ ਨੇ ਘੋੜੇ। ਜਿਵੇਂ ਆਦਮੀ ਪੈਂਤਰਾ ਬਦਲਦਾ, ਘੋੜੇ ਪੈਂਤਰੇ ਦੇ ਲੱਗੇ ਹੁੰਦੇ ਨੇ, ਉਹਨੂੰ ਨੱਚਣਾ ਕਹਿੰਦੇ ਨੇ। ਨੱਚਦੇ ਨਹੀਂ ਹੁੰਦੇ ਘੋੜੇ, ਘੋੜੇ ਸਿੱਖੇ ਹੁੰਦੇ ਨੇ ਪੈਂਤਰੇ। ਜਿਵੇਂ ਜਿਵੇਂ ਸਵਾਰ ਨੇ ਕਰਨਾ ਇਸ਼ਾਰਾ, ਉਵੇਂ ਘੋੜੇ ਨੇ ਮੋੜ ਕੱਟਣਾ। ਉਹ ਆਪ ਤਾਂ ਹੁਣ ਪੈਰ ਤੁਰ ਨਹੀਂ ਸਕਦਾ, ਆਪ ਤਾਂ ਜਦ ਪੈਦਲ ਹੋਊ ਤਾਂ ਪੈਂਤਰਾ ਆਪ ਬਦਲ ਕੇ ਮਾਰੂਗਾ ਦੂਏ ਦੇ। ਫਿਰ ਤਾਂ ਘੋੜੇ ਨੇ ਦੱਸਣਾ, ਘੋੜੇ ਨੂੰ ਇਸ਼ਾਰਾ ਕਰਨਾ ਵੀ ਇੱਧਰ ਦੀ ਮੈਂ ਮਾਰਨਾ, ਹੈ ਮਾਰਨਾ। ਘੋੜਾ ਸਵਾਰ ਇੱਕ ਹੋਣਗੇ ਤਾਂ ਜੰਗ ਹੁੰਦੀ ਹੈ ਘੋੜੇ ਤੇ। ਉਹ ਘੋੜੇ ਦੀਆਂ ਲੱਤਾਂ ਹੀ ਸਵਾਰ ਦੀਆਂ ਲੱਤਾਂ ਨੇ, ਹੋਰ ਉਹਦੇ ਕੋਲ ਲੱਤਾਂ ਕਿਹੜੀਆਂ ਨੇ ਹੁਣ ਉੱਥੇ? ਘੋੜਾ ਸਵਾਰ ਦੋਏ ਇੱਕੋ ਨੇ। ਇਸ ਕਰਕੇ ਸਿੰਘ ਕਰਦੇ ਨੇ ਘੋੜੇ ਦੀ ਕਦਰ। ਹਾਂ, ਘੋੜਾ ਮੈਂ ਇੱਕੋ ਹੀ ਹਾਂ, ਦੋ ਕਿਵੇਂ ਹੋ ਗਏ? ਜੋ ਆਪ ਖਾਣਾ ਉਹੀ ਘੋੜੇ ਨੂੰ ਦੇਣਾ, ਉਹੀ ਦੇਣਾ ਘੋੜੇ ਤੇ। ਲੱਤਾਂ ਘੋੜੇ ਵਾਲੀਆਂ ਨੇ, ਮੇਰੇ ਕੋਲ ਕਿਹੜੀਆਂ ਲੱਤਾਂ ਨੇ?
ਤੇ ਜੇ ਮੇਰੇ ਮਾਲ ਲੱਗਿਆ ਤੀਰ ਉਹ ਘੋੜੇ ਦੇ ਵੀ ਲੱਗ ਸਕਦਾ, ਮੇਰੇ ਮਾਲ ਲੱਗਿਆ ਗੋਲੀ ਘੋੜੇ ਦੇ ਵੀ ਲੱਗ ਸਕਦੀ ਹੈ, ਵਰਸ਼ਾ ਮੇਰੇ ਮਾਲ ਲੱਗਿਆ ਘੋੜੇ ਦੇ ਵੀ ਲੱਗ ਸਕਦਾ। ਫਿਰ ਦੋ ਤਾਂ ਰਹੇ ਹੀ ਨਾ, ਇੱਕੋ ਹੋ ਗਏ ਦੋਏ। ਜਿਸ ਦਿਨ ਤਰੰਗ ਘੋੜਾ ਲੈ ਕੇ ਆ ਗਏ ਮੈਦਾਨ ਚ ਉਹ ਨਿਪਜੇਤਨ ਤੁਰੰਗ ਨਚਾਏ ਹੈ, ਤਰੰਗ ਨਚਾਇਆ, ਜਦੋਂ ਨਚਾਇਆ ਉਹਨਾਂ ਨੇ ਬਿਨ ਇੱਕ ਵਿਵੇਕ ਸੁਣ ਲੈ ਨਿਰਪਤ, ਸੋ ਸਮਰ ਨ ਦੂਸਰ ਜਾਏ ਹੈ। ਉਸ ਜੰਗ ਦੇ ਵਿੱਚ ਵਿਵੇਕ ਦੇ ਸਵਾ ਨਹੀਂ ਕਿਸੇ ਨੇ ਜਾਣਾ, ਬਿਨ ਇੱਕ ਵਿਵੇਕ ਉਹਨਾਂ ਦੇ ਨਾਲ ਵਿਵੇਕ ਤੇ ਬਿਨਾਂ ਕਿਸੇ ਨੇ ਗਿਆਨ ਚਰਚਾ ਨਹੀਂ ਕਰਨੀ। ਗੁਰੂ ਨਾਨਕ ਨਹੀਂ ਕੀਤੀ ਜਾ ਕੇ। ਮੱਕੇ ਨੂੰ ਗਏ ਨੇ, ਉਹ ਆਏ ਨੇ ਇਸਲਾਮ ਇੱਧਰ ਨੂੰ ਦੇਣ, ਉਹ ਮੱਕੇ ਨੂੰ ਗਏ ਨੇ, ਉਹ ਚੜੇ ਨੇ ਇਸਲਾਮ ਦੇਣ ਇੱਧਰ ਨੂੰ, ਪੂਰਬ ਨੂੰ ਉਹ ਗਏ ਨੇ ਪੱਛਮ ਨੂੰ, ਉਹਨਾਂ ਤੇ ਨੂੰ ਚੜਾਈ ਕਰਕੇ ਗਏ ਨੇ। ਆਓ ਅਸਲ ਚ ਆ ਗੱਲ ਸੀ ਜਾਣਦੀ। ਉਹ ਆਏ ਸੀ ਨਾ ਮੈਸੇਜ ਦੇਣ ਵੀ ਸਾਡੇ ਕੋਲ ਗਿਆਨ ਹੈ, ਸਾਡੇ ਨਾਲ ਚਰਚਾ ਕਰੋ। ਇਹ ਉਧਰ ਨੂੰ ਚਲੇ ਗਏ, ਆਓ ਸਾਡੇ ਨਾਲ ਕਰੋ ਚਰਚਾ। ਇੱਧਰ ਢਾਉਂਦੇ ਹੀ ਚਲੇ ਗਏ ਸਭ ਨੂੰ, ਬਲੀ ਕੰਧਾਰੀ ਢਾਹਿਆ, ਉੱਡਣ ਸ਼ਾਹ ਉੱਥੇ ਹੀ ਢਾ ਲਿਆ ਸੀ। ਇੱਧਰ ਸਮਝਿਆ ਨਹੀਂ, ਕੋਈ ਖੜਿਆ ਹੀ ਨਹੀਂ ਮੂਹਰੇ। ਸਾਰੇ ਜਿਹੜਾ ਮਿਲਦਾ ਗਿਆ ਰੁਕਨਦੀਨ ਸੀ। ਜਿਹੜੇ ਇਸਲਾਮ ਵਾਲੇ, ਉਦੋਂ ਇਸਲਾਮ ਵਾਲੇ ਬਹੁਤ ਨੇਕ ਬੰਦੇ ਸੀ, ਇਸਲਾਮ 'ਚ ਉਦੋਂ ਨੇਕ ਬੰਦੇ ਬਹੁਤ ਸੀ। ਜੇ ਹਿੰਦੁਸਤਾਨ ਤੇ ਚੜ੍ਹ ਗਏ ਤੇ ਜੈ ਜੇ ਚੜ੍ਹ ਕੇ ਆਏ ਸੀ। ਇਹਨਾਂ ਦੀ ਅੱਤ ਵੀ ਬਹੁਤ ਚੱਕੀ ਹੋਈ ਸੀ, ਅੱਤ ਚੱਕੀ ਹੋਈ ਸੀ। ਕੰਨਾਂ 'ਚ ਸਿੱਕੇ ਢਾਲ ਕੇ ਪਾਉਣੇ ਕੋਈ ਚੰਗੀ ਗੱਲ ਥੋੜ੍ਹੀ ਸੀ। ਐਡੀ ਬੜੀ ਮਤਲਬ ਇੰਨੀ ਬੜੀ ਪ੍ਰਜਾ ਨੂੰ ਅਸੀਂ ਧਰਮ ਨਹੀਂ ਪੜ੍ਹਨ ਦੇਣਾ, ਤੁਸੀਂ ਮੰਦਰ 'ਚ ਨਹੀਂ ਪੜ੍ਹ ਸਕਦੇ, ਤੁਸੀਂ ਪੂਜਾ ਨਹੀਂ ਕਰ ਸਕਦੇ, ਤੁਸੀਂ ਸਾਡੇ ਗੁਲਾਮ ਬਣ ਕੇ ਹੀ ਰਹੋਗੇ। ਇਹ ਤਾਂ ਬਹੁਤ ਮਹਾਂਪਾਪ ਸੀ। ਇੱਥੇ ਮਹਾਂਪਾਪ ਸੀ। ਮਹਾਂਪਾਪ ਨਾਲ ਇੱਕ ਜੰਗ ਹੋਈ ਸੀ ਉਹ ਪਾਣੀਪਤ ਦੀ, ਪਰ ਇਹ ਮਹਾਂਪਾਪੀ ਆਪਣੇ ਆਪ ਨੂੰ ਨਹੀਂ ਮੰਨਦੇ ਕਦੇ। ਰਾਵਣ ਮਹਾਂਪਾਪੀ ਸੀ, ਹਾਰ ਗਿਆ। ਪ੍ਰਿਥਵੀਰਾਜ ਚੌਹਾਨ ਹਾਰਿਆ, ਮਹਾਂਪਾਪੀ ਨਹੀਂ ਸੀ। ਰਾਵਣ ਹਾਰ ਗਿਆ, ਮਹਾਂਪਾਪੀ ਸੀ। ਦੁਰਯੋਧਨ ਹਾਰ ਗਿਆ, ਮਹਾਂਪਾਪੀ ਸੀ। ਜੰਗ 'ਚ ਪਾਪ ਹਾਰਦਾ ਹੀ ਹੁੰਦਾ, ਪਰ ਜੇ ਅਸੀਂ ਹਾਰ ਜਾਈਏ ਫਿਰ ਨਹੀਂ ਮਹਾਂਪਾਪੀ ਹੁੰਦੇ ਸੀ, ਫਿਰ ਜਿੱਤਣ ਵਾਲੇ ਪਾਪੀ ਹੁੰਦੇ ਨੇ। ਇੱਕੋ ਰੱਖੋ ਬਈ ਫਾਰਮੂਲਾ, ਦੋ ਫਾਰਮੂਲੇ ਕਾਹਤੇ ਬਣਾ ਲਏ? ਫਾਰਮੂਲਾ ਇੱਕੋ ਹੀ ਰੱਖੋ। ਜੇ ਜੰਗ ਹੈ ਹੋ ਰਹੀ ਹੈ, ਜੰਗ 'ਚ ਪਾਪ ਹਾਰਦਾ ਹੈ, ਝੂਠ ਹਾਰਦਾ, ਸੱਚ ਹੀ ਜਿੱਤਦਾ, ਫਿਰ ਉੱਥੇ ਵੀ ਤੁਸੀਂ ਝੂਠ ਦੇ ਹਾਰ ਕਿਉਂ ਨਹੀਂ ਮੰਨਦੇ? ਨਹੀਂ ਮੰਨਦੇ। ਇਹ ਆਦਮੀ ਦੀ ਕਮੀ ਹੈ। ਸੱਚਾ ਆਦਮੀ ਹੋਵੇ ਤਾਂ ਮੰਨੇ, ਝੂਠਾ ਕੌਣ ਮੰਨੂ? ਕਿਵੇਂ ਮੰਨੂਗਾ? ਅਸੀਂ ਜੇ ਜ਼ੁਲਮ ਕਰੀਏ ਜ਼ੁਲਮ ਨਹੀਂ, ਜੇ ਦੂਜਾ ਜ਼ੁਲਮ ਕਰੇ, ਦੂਜਾ ਜ਼ੁਲਮ ਵੀ ਨਾ ਕਰੇ। ਇਨਸਾਫ ਦੇ ਵਿੱਚ ਵੀ ਜੇ ਸਜ਼ਾ ਦੇਵੇ ਤਾਂ ਜ਼ੁਲਮ ਹੈ। ਕਈ ਵਾਰ ਇਨਸਾਫ ਦੇ ਵਿੱਚ ਸਜ਼ਾ ਦੇਣੀ ਪੈਂਦੀ ਹੈ। ਇਨਸਾਫ ਕਰਨ ਵੇਲੇ ਸਜ਼ਾ ਦੇਵੇ ਉਹ ਵੀ ਜ਼ੁਲਮ ਹੈ ਉਹਦਾ। ਸਾਡਾ ਜ਼ੁਲਮ ਕੀਤਾ ਵੀ ਜ਼ੁਲਮ ਨਹੀਂ। ਇਹ ਧਰਮ ਨਹੀਂ ਹੈ, ਇਹ ਸਚਿਆਰਿਆਂ ਦੀਆਂ ਗੱਲਾਂ ਨਹੀਂ ਹੈ। ਹਾਂਜੀ। ਛਪੈ ਛੰਦ ਅਸਿਤ ਤੁਲਿਆ, ਸਾਰਥੀ ਅਸਿਤ ਬਸਤਰੇ ਅਰਬਾਜੀ। ਅਸਿਤ, ਇਹ ਅਸਿਤ ਉੱਥੇ, ਹਾਂ ਅਸਿਤ ਤੁਜਾ, ਸਾਰਥੀ ਵੀ ਤੁਜਾ ਵੀ ਅਸਿਤ ਹੈ, ਸੱਚ ਨਹੀਂ ਹੈ। ਉਹ ਸੱਚ ਨਹੀਂ ਹੈ, ਸੱਚ ਤੋਂ ਹਟਵੀਂ ਗੱਲ ਹੈ। ਕੋੜ ਸਾਡੇ ਸੱਚ ਹੈ, ਅਰਥਾਂ 'ਚ ਅਸੀਂ ਸੱਚ ਗਾਇਬ ਕਰਤਾ। ਅਸਿਤ ਕਵਚ ਤਨ ਕਸੇ, ਅਸਿਤ ਦਾ ਹੀ, ਹਾਂ ਝੂਠ ਦਾ ਹੀ ਤਨ, ਝੂਠ ਦਾ ਸਾਰਾ ਅਸਿਤ ਝੂਠੇ ਹੈ। ਅਸਿਤ ਝੂਠ ਹੈ। ਕਵਚ ਵੀ ਅਸਿਤ ਦੀ ਹੈ। ਅਸਿਤ ਕੀ ਹੈ, ਕਵਚ ਕੀ ਹੈ? ਸਾਡੇ ਕੋਲ ਝੂਠੀਆਂ ਕਹਾਣੀਆਂ ਦਾ ਸਹਾਰਾ ਲਿਆ ਹੋਇਆ। ਸਿਮਰਤ ਜਿਹੜੇ ਵੇਦ ਪੁਰਾਣ ਬਣਾਏ ਨੇ, ਸਿਮਰਤੀਆਂ ਸ਼ਾਸਤਰ ਬਣਾਏ ਨੇ, ਇਹ ਅਸਿਤ ਹੈ ਸਭ। ਵੇਦ ਤੋਂ ਵੇਦ ਛੱਡ ਕੇ ਉਹ ਬਣਾ ਲਿਆ ਸਾਰਾ। ਹਾਂ ਤਜਤ ਬਾਨਣਗੀ ਰਾਜੀ। ਹਾਂ ਜਦ ਤੀਰ ਚਲਾਉਂਦਾ
ਜਦੋਂ ਗੱਲਾਂ ਕਰਦਾ ਇਕੱਠੇ ਹੀ ਤੀਰ ਛੱਡ ਦਿੰਦਾ, ਇਕੱਠੇ ਹੀ ਸਵਾਲ ਕਰ ਦਿੰਦਾ, ਬਹੁਤੇ ਜ਼ਿਆਦਾ। ਦੂਏ ਤੇ ਸਵਾਲ ਇੱਕਦਮ ਜ਼ਿਆਦਾ ਕਰਦੇ ਨੇ। ਅਸਿਤ ਸਗਲ ਤੇ ਵਰਣ ਅਸਿਤ ਲੋਚਨ ਦੁਖ ਮਰਦਾਨਾ। ਆ ਜਿਹੜਾ ਵਰਣ ਹੈ ਬਾਹਰਲਾ, ਸਰੀਰ ਵੀ ਬਾਹਰਲਾ ਬਣਾਈ ਫਿਰਦਾ, ਮਾਇਆ ਦੇ ਵਿੱਚ ਹੀ ਹੈ ਸਾਰਾ ਕੁਛ। ਜੋ ਪ੍ਰਚਾਰ ਹੈ, ਜੋ ਗਿਆਨ ਹੈ, ਸਭ ਮਾਇਆ ਦੇ ਉੱਤੇ ਹੀ ਸਾਰਾ ਲਿਆ ਕੇ ਅਸਿਤ ਸੱਤ ਨੂੰ ਛੱਡਿਆ ਹੋਇਆ, ਮਾਇਆਧਾਰੀ ਹੈ। ਅਸਿਤ ਲੋਚਨ ਦੁਖ ਮਰਦਾਨਾ। ਲੋਚਨਾਂ ਨੂੰ ਵੀ ਬਾਹਰ ਅੱਖਾਂ ਨੂੰ ਲੋਚਨ ਬਣਾ ਲਿਆ। ਅਸਿਤ ਲੋਚਨ ਹੁੰਦੀਆਂ ਨੇ ਅੱਖਾਂ ਜਿਹੜੀਆਂ ਬਾਹਰਲੀਆਂ ਨੂੰ ਲੋਚਨ ਜੇ ਕਹਿਤਾ ਅਸਿਤ ਹੋ ਗਏ। ਜੇ ਚਲਣ ਪੈਰਾਂ ਨੂੰ ਚਲਣ ਕਹਿਤਾ ਨਾ ਫਿਰ ਅਸਿਤ ਹੋ ਗਏ। ਚਲਣ ਹੋਰ ਨੇ, ਪੈਰ ਅੱਖਾਂ ਹੋਰ ਨੇ, ਲੋਚਨ ਹੋਰ ਨੇ। ਇਹ ਅਸਿਤ ਲੋਚਨ ਨੇ ਬਾਹਰਲੇ। ਅਸਿਤ ਮੰਨਣ ਕੇ ਸਗਲ ਅੰਗ ਭੂਖਣ ਰੁਚ ਵਰਦਨ। ਸਾਰੇ ਅੰਗ ਜਿਹੜੇ ਅਸਿਤ ਬਣਾ ਲਏ। ਸਿਰ ਵੀ ਜਿਹੜਾ ਸੀਸ ਕਹਿੰਦੇ ਇਹਨੂੰ, ਇਹ ਵੀ ਅਸਿਤ ਹੈ। ਸੀਸ ਜਿਹੜਾ ਹੈ ਹੰਕਾਰ ਹੈ, ਮਨ ਹੈ, ਉਹ ਸਿਰ ਹੈ ਅੰਦਰਲੇ। ਬੁੱਧੀ ਦਾ ਜਿਹੜਾ ਸਰੀਰ ਹੈ ਉਹਦਾ ਮਨ ਹੈ ਸਿਰ। ਜੇ ਮਨ ਝੁਕ ਗਿਆ ਉਹਦਾ ਸਿਰ ਝੁਕ ਗਿਆ, ਜੇ ਮਨ ਨਹੀਂ ਝੁਕਿਆ ਉਹਦਾ ਬੁੱਧੀ ਦਾ ਸਿਰ ਨਹੀਂ ਝੁਕਿਆ। ਜੋ ਸਿਰ ਸਾਈਂ ਨਾਮ ਨਵੈ ਸੋ ਸਿਰ ਕਾ ਪੋਤਾਰ। ਬਾਹਰਲਾ ਹੀ ਸਿਰ ਬਣਾ ਲਿਆ। ਅਸਿਤ ਮੰਨਣ ਕੇ ਸਗਲ ਅੰਗ ਭੂਖਣ ਰੁਚ ਵਰਦਨ। ਸਾਰੇ ਅੰਗਾਂ ਨੂੰ ਅਸਿਤ ਬਣਾ ਲਿਆ। ਭੂਖਣ ਨੇ ਜਿਹੜੇ ਉੱਤੇ, ਰੁਚੀ ਭੂਖਣਾ ਦੀ ਉੱਤੇ ਸਿਰ ਤੇ ਤਾਜ ਰੱਖ ਲਿਆ। ਉਹ ਜਿਵੇਂ ਵਿਸ਼ਨੂੰ ਦੇ ਪਾਏ ਹੋਏ ਨੇ। ਦੇਖੋ ਨਾ, ਮੂਰਤੀ ਜਾਂ ਪੂਜਾ ਬਣਾਉਣੀ ਹੈ, ਫਿਰ ਉੱਤੇ ਤਾਜ ਪਾਉਣੇ ਨੇ, ਗਲ 'ਚ ਉਹ ਹਾਰ ਪਾਉਣੇ ਨੇ, ਗਹਿਣੇ ਪਾਉਣੇ ਨੇ। ਮੂਰਤੀ ਪੂਜਾ ਬਣਾਤੀ ਧਰਮ ਨੂੰ। ਭੂਖੜ ਨਹੀਂ ਪਾਏ ਹੋਏ, ਗਹਿਣੇ ਨਹੀਂ ਪਾਏ ਹੋਏ, ਬਸ ਉਹ ਗਹਿਣੇ ਪਾਤੇ। ਕ੍ਰਿਸ਼ਨ ਦੇ ਵੀ ਪਾਏ ਹੋਏ ਨੇ, ਰਾਮਚੰਦਰ ਦੇ ਘੱਟ ਦਿਖਾਉਂਦੇ ਨੇ ਗਹਿਣੇ। ਅਸ ਕੁਵਿਰਤੀ ਵੀਰ ਦੁਰ ਧਰਖਾਤੀ ਜੇ ਦਿਨ ਸਮਨ ਕਹਿ ਸਜ ਹੈ। ਇਹ ਕੁਵਿਰਤੀ ਵਾਲੇ ਨੇ। ਕੁਵਿਰਤੀ ਬਿਰਤੀ ਚੰਗੀ ਨਹੀਂ ਹੈ। ਕੁਵਿਰਤੀ ਵੀਰ, ਕੁਵਿਰਤੀ ਕਿਉਂਕਿ ਜਿਹੜਾ ਸੀ ਨਾ ਪੰਡਤ ਪਾੜੀ ਬਾਟ, ਉਹ ਹੈ ਕੁਵਿਰਤੀ। ਜਾਣ ਬੁੱਝ ਕੇ ਬਾਟ ਪਾੜੀ ਹੈ, ਬਿਰਤੀ ਠੀਕ ਨਹੀਂ ਹੈ। ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਦੂਏ ਕੀਤੇ ਨੇ ਨਾ, ਉਹ ਕੁਵਿਰਤੀ ਵਾਲੇ ਨੇ। ਉਹ ਗੱਲਾਂ ਬੜੀਆਂ ਕਰਦੇ ਨੇ ਬਹੁਤ। ਜਦੋਂ ਪਤਾ ਲੱਗ ਜਾਂਦਾ ਨਾ, ਲੱਗ ਜਾਵੇ ਨਾ ਵੀ ਇਹ ਅਰਥ ਐ ਨਹੀਂ ਐ ਨੇ, ਫਿਰ ਵੀ ਉਹ ਜਿੱਦ ਕਰਨ। ਕੁਵਿਰਤੀ ਹੈ ਉਹਨਾਂ ਦੀ। ਦਸਮ ਦਾ ਪਤਾ ਲੱਗ ਗਿਆ ਵੀ ਠੀਕ ਹੈ, ਫਿਰ ਵੀ ਨਹੀਂ ਹੈ। ਕੁਵਿਰਤੀ ਵਾਲੇ ਨੇ, ਪਿੱਛੋਂ ਹੀ ਕੁਵਿਰਤੀ ਚਲੀ ਆਉਂਦੀ ਹੈ ਉਹਨਾਂ ਦੀ। ਹਾਂ, ਪੁੱਠੀ ਬਿਰਤੀ। ਕੁਵਿਰਤੀ ਹੈ ਪੁੱਠੀ ਬਿਰਤੀ। ਬਿਰਤੀ ਉਹਨਾਂ ਦੀ ਮਾੜੀ ਹੈ। ਗੁਰਮਤਿ ਐਂਟੀ ਨੇ ਅੰਦਰੋਂ, ਕੁਵਿਰਤੀ ਹੈ ਇਹ। ਕੁਵਿਰਤੀ ਵਾਲੇ ਹੁਣ ਵੀ ਹੈਗੇ, ਕੁਵਿਰਤੀ ਵਾਲੇ ਪਿੱਛੋਂ ਵੀ ਹੁੰਦੇ ਨੇ, ਹਮੇਸ਼ਾ ਹੀ ਰਹਿੰਦੇ ਨੇ। ਇਹ ਸਾਰੀਆਂ ਬਿਮਾਰੀਆਂ ਹਮੇਸ਼ਾ ਹੀ ਰਹਿੰਦੀਆਂ ਨੇ, ਇਹ ਨਹੀਂ ਵੀ ਨਹੀਂ ਰਹਿਣ। ਇਹ ਬਿਮਾਰੀਆਂ ਨੇ। ਜਿਹੜੇ ਰੋਗ ਦੱਸੇ ਨੇ ਨਾ, ਐਸੀ ਦਾਰੂ ਲੋੜ ਲਹੋ ਜਿਤ ਬੰਜੇ ਰੋਗਾਂ ਘਾਣੇ। ਰੋਗ ਦੱਸੇ ਹੋਏ ਨੇ ਸਾਰੇ ਹੀ ਮਨ ਨੂੰ। ਇਹ ਰੋਗ ਨੇ ਸਾਰੇ। ਰੋਗਾਂ ਦਾ ਘਾਣ ਇੱਕੋ ਹੀ ਦੁਆ ਕਰੂ। ਉਹ ਕੀ ਕਰੂਗਾ? ਉਹ ਵਿਵੇਕ ਕਰੂਗਾ। ਇੱਕ ਪਾਸੇ ਰੋਗ ਨੇ, ਘਾਣ ਕੀ ਹੈ? ਘਾਣ ਵਿਵੇਕ ਹੈ। ਅਖੀਰ ਵਿਵੇਕ ਤੇ ਆ ਕੇ ਗੱਲ। ਵਿਵੇਕ 'ਚ ਸੰਤੋਖ ਹੈ, ਵਿਵੇਕ 'ਚ ਸ਼ਾਂਤੀ ਹੈ, ਵਿਵੇਕ ਦੇ ਵਿੱਚ ਧੀਰਜ ਹੈ। ਵਿਵੇਕ ਦੇ ਵਿੱਚ ਨੇ ਨਾ ਗੁਣ। ਇਹ ਕਿਤੇ ਪੂਰੇ ਵਿਵੇਕ ਦੀ ਲੋੜ ਹੈ, ਕਿਤੇ ਕਿਸੇ ਵਿਵੇਕ ਦੇ ਗੁਣ ਦੀ ਲੋੜ ਹੈ। ਵਿਵੇਕ 'ਚ ਉਦਮ ਹੈ, ਵਿਵੇਕ 'ਚ ਉਦਮ ਹੈ। ਕਿਤੇ ਤਾਂ ਇਕੱਲੇ ਇੱਕ ਗੁਣ ਦੀ ਲੋੜ ਹੈ, ਕਿਤੇ ਪੂਰੇ ਵਿਵੇਕ ਦੀ ਲੋੜ ਹੈ। ਇਸਲਾਮ ਨਾਲ ਪੂਰੇ ਵਿਵੇਕ ਨੂੰ ਆਪ ਆਉਣਾ ਪਿਆ। ਕਿਉਂ? ਕਾਣਾ ਉਹ ਦੋ ਅੱਖਾਂ ਵਾਲਾ। ਕਾਣੇ ਨਾਲ ਤਾਂ ਮੁਕਾਬਲਾ ਦੋ ਅੱਖਾਂ ਵਾਲੇ ਨੇ ਕਰਨਾ ਨਾ। ਜਾਂ ਇਸਲਾਮ ਆਇਆ ਮੈਦਾਨ 'ਚ, ਫਿਰ ਵਿਵੇਕ ਨੂੰ ਆਪ ਆਉਣਾ ਪਿਆ। ਨਹੀਂ ਤਾਂ ਇੱਕ ਆਪਣਾ ਹੋਰ ਸੂਰਮਾ ਭੇਜ ਦਿੰਦੇ ਨੇ ਛੋਟਾ ਜਿਹਾ। ਹੁਣ ਕਿਸੇ ਨੂੰ ਘਰੋਂ ਬੁਲਾ ਕੇ ਲਿਆਉਣਾ, ਉੱਥੇ SSP ਨੇ ਥੋੜ੍ਹੀ ਜਾਣਾ, ਇਹ ਥਾਣੇਦਾਰ ਨੇ ਥੋੜ੍ਹੀ ਜਾਣਾ, ASI ਨੇ ਥੋੜ੍ਹੀ ਜਾਣਾ, ਸਿਪਾਹੀ ਭੇਜ ਦੇਣਾ। ਬੱਚੇ ਡਕੈਤ ਨੇ ਕਹਾ, ਫਿਰ ਸਿਪਾਹੀ ਨਹੀਂ ਜਾ ਸਕਦੇ। ਫਿਰ ਥਾਣੇਦਾਰ ਵੀ ਆਊਗਾ, DSP ਵੀ ਨਾਲ ਜਾਊਗਾ। ਜੇ ਜ਼ਿਆਦਾ ਵੱਡੇ ਨੇ ਫਿਰ SSP ਕਹਿੰਦਾ ਵੀ ਖੜ ਜਾਓ, ਮੈਨੂੰ ਵੀ ਆ ਜਾਣ ਦਿਓ, ਹੋਰ ਫੋਰਸ ਪੂਰੀ ਲੈ ਕੇ ਚੱਲੀਏ। ਜਿਹੇ ਜੀ ਗਾਹਾਂ ਬਿਮਾਰੀ ਹੈ, ਉਹੋ ਜਿਹੇ ਹਥਿਆਰ ਲੈ ਕੇ ਜਾਣਾ ਪੈਂਦਾ।
ਜਿੰਨਾ ਦੁਸ਼ਮਣ ਸ਼ਕਤੀਸ਼ਾਲੀ ਹੈ ਉਹਦੇ ਨਾਲ ਦੁੱਗਣੀ ਚੌਗਣੀ ਸ਼ਕਤੀ ਰੱਖ ਕੇ ਜਾਣਾ ਪੈਂਦਾ ਉਹਦੇ ਸਾਹਮਣੇ ਜੇ ਜਾਣਾ ਹੋਵੇ। ਕਹਿੰਦੇ ਗਿੱਦੜ ਮਾਰਨਾ ਹੋਵੇ ਸ਼ੇਰ ਦਾ ਸਮਾਨ ਲੈ ਕੇ ਜਾਈਦਾ। ਹਾਂਜੀ ਆਸੁਕ ਬਿਰਤੀ ਵੀਰ ਦੁਰਧਰਕ ਅਤੀ ਜੇਦਨ ਸਮਰ ਕਾਹੇ ਸਜ ਹੈ। ਐਸੀ ਕੁਵਿਰਤੀ ਵਾਲੇ ਵੀਰ ਨੇ ਦੁਰਧਰਕ ਅਤੀ ਦੁਰਧਰਖ ਅਤੇ ਨਹੀਂ ਜਿੱਤੇ ਜਾਂਦੇ। ਕਿੰਨਾ ਚਿਰ ਦੇ ਬੋਲਦੇ ਸੀ 10 ਸਾਲ ਹੋ ਗਏ ਨਾ ਰੌਲਾ ਪਾਉਂਦੇ ਨੂੰ ਮਿਸ਼ਨਰੀ ਵਾਲਿਆਂ ਨੂੰ। ਕਿੰਨੇ ਸਵਾਲ ਕਰਦੇ ਤੇ ਖੌਰੂ ਪਾਇਆ ਪਿਆ ਸੀ ਇਹਨਾਂ ਦਾ। ਜਿਆਦਾ ਮੈਦਾਨ 'ਚ ਆ ਜਾਂਦੇ ਨੇ ਨਾ ਫੇਰ ਇਹਨਾਂ ਦਾ ਮੁਕਾਬਲੇ ਤੇ ਨਹੀਂ ਕੋਈ ਹੁੰਦਾ ਬਹੁਤ ਛੇਤੀ ਨਿਕਲਦਾ। ਹਾਂ ਜਿਹਦਨ ਸਮਰ ਕਹੇ ਸੱਜ ਹੈ ਜਿੱਦਣ ਪੂਰੀ ਤਿਆਰੀ ਕਰਕੇ ਸੱਜਦੇ ਨੇ। ਪੂਰੀ ਤਿਆਰੀ ਕਰਕੇ ਆਉਂਦੇ ਨੇ। ਪਹਿਲਾਂ ਤਿਆਰੀ ਕਰਦੇ ਨੇ ਵੀ ਆਪਾਂ ਕੀ ਕਰਨਾ ਹਾਂ ਕੀ ਬੋਲਣਾ ਪਿੱਛੋਂ ਸਾਰੇ ਇੱਕੋ ਬੋਲੀ ਬੋਲਦੇ ਨੇ। ਫਿਰ ਸਮਰ ਕੇ ਸੱਜ ਹੈ ਹਾਂ ਬਿਨ ਇੱਕ ਧੀਰਜ ਵੀਰ ਤਜ ਔਰ ਸਗਲ ਦਲ ਭੱਜ ਹੈ। ਇਹਨਾਂ ਨੂੰ ਵੇਖ ਦੀ ਲੋੜ ਨਹੀਂ ਹੁੰਦੀ, ਇਹਨਾਂ ਨੂੰ ਧੀਰਜ ਦੀ ਲੋੜ ਹੁੰਦੀ ਹੈ। ਮੈਂ ਇਹਨਾਂ ਦੀ ਗੱਲ ਸੁਣੀ ਜਾਵੇ ਪਹਿਲਾਂ ਵੀ ਕਿੰਨਾ ਕੁ ਪਾਣੀ ਇਹਨਾਂ ਦਾ ਪਾਣੀ ਨਾਪ ਲਵੇ। ਉਹ ਜਿੰਨਾ ਕੁ ਪਾਣੀ ਹੁੰਦਾ ਉਹਨਾਂ ਕੁ ਡੰਡਾ ਲੈ ਲਵੇ ਜਿੰਨਾ ਪਾਣੀ ਇਹਨੇ। ਬੜੇ ਡੰਡੇ ਤੇ ਕੀ ਲੈਣਾ ਆਪਾਂ ਨੇ। ਜਿੰਨਾ ਕੁ ਪਾਣੀ ਡੂੰਘਾ ਉਹਨਾਂ ਕੁ ਮੀਟਰ ਲੈ ਕੇ ਨਾਪ ਦੇਵੇ ਲੈ ਆਹੀ ਪਾਣੀ ਹੈ ਤੁਹਾਡੇ 'ਚ ਹੋਰ ਦੱਸੋ ਆ ਲੱਗ ਗਿਆ ਥੱਲੇ। ਇਹਨਾਂ ਦਾ ਪਾਣੀ ਨਾਪ ਕੇ ਦੱਸਦਾ ਵੀ ਤੁਹਾਡੇ ਕੋਲ ਆਹ ਕੁਛ ਹੈ। ਜਿਹੜਾ ਤੁਹਾਡਾ ਬੇਸ ਹੈ ਸੀ ਜੋ ਤੁਸੀਂ ਬੋਲਦੇ ਹੋ ਪਹਿਲਾਂ ਜਿਹਦੇ ਤੁਸੀਂ ਖਿਲਾਫ ਹੋ ਟੀਕੇ ਦੇ ਉਸੇ ਟੀਕੇ ਦੀ ਨਕਲ ਮਾਰੀ ਹੋਈ ਹੈ ਤੁਹਾਡੀ। ਪਹਿਲਾਂ ਇਹ ਦੱਸੋ ਉਹ ਜਿਹਦੇ ਖਿਲਾਫ ਹੋ ਉਸੇ ਦੀ ਨਕਲ ਹੈ ਤੁਹਾਡੇ ਕੋਲ। ਉਹਦੇ ਹੀ ਤੁਸੀਂ ਖਿਲਾਫ ਹੋ ਉਹੀ ਚੀਜ਼ ਲਈ ਫਿਰਦੇ ਹੋ। ਨਹੀਂ ਸੀ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਾਨੂੰ ਤਾਂ ਪਤਾ ਹੈ। ਦੇਖੋ ਪੜ੍ਹ ਕੇ ਆਓ ਬੈਠੋ ਸ਼ਾਹੀ ਮਾਈ ਹੋ ਗਏ ਸਭ। ਧੀਰਜ ਬੋਲਣਾ ਨਹੀਂ ਬਹੁਤ ਛੇਤੀ ਚਾਹੀਦਾ ਇਹਨਾਂ ਦੇ ਸਾਹਮਣੇ। ਆਪਣੀ ਗੱਲ ਨਹੀਂ ਦੱਸਣੀ ਚਾਹੀਦੀ। ਆਪਣੇ ਹਥਿਆਰ ਤੀਰ ਲੈ ਕੇ ਬੈਠੇ ਰਹਿਣਾ ਚਾਹੀਦਾ। ਤੀਰ ਦੇ ਬਿਨਾਂ ਤੀਰ ਨਹੀਂ ਰਹਿੰਦੇ ਆਪਣੇ। ਕਾਲੀ ਪੈਂਦੇ ਨੇ ਬੋਲਣ ਦੀ। ਬਿਆਨ ਨਹੀਂ ਬਹੁਤ ਛੇਤੀ ਦੇਣ ਦੀ ਲੋੜ ਹੁੰਦੀ। ਚੁੱਪ ਕਰਕੇ ਬੈਠਾ ਰਹੇ। ਇਹ ਕੀ ਭੱਠੀ ਢਾ ਦੇਣਗੇ। ਦਾਣੇ ਤੜਕ ਕੇ ਭੱਠੀ ਨਹੀਂ ਢਾਉਂਦੇ ਹੁੰਦੇ। ਤਿਲਕਦੇ ਤਿਲਕੀ ਜਾਣ। ਇਹਨਾਂ ਨੂੰ ਭੱਠੀ ਢਾ ਦੇਣੀ ਸੀ। ਇਹ ਕੀ ਕਰ ਲੈਣਾ ਸੀ ਇਹਨਾਂ ਨੇ। ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਇਹ ਤਾਂ ਪਰਮੇਸ਼ਰ ਦੇ ਸਹਾਇ ਨੂੰ ਵਿਚਾਲੇ ਰੱਖ ਕੇ ਉਹਨਾਂ ਨੇ ਪੰਥ ਸਾਜਿਆ ਸੀ। ਇਹ ਢਾ ਦੇਣਗੇ ਇਹਨੂੰ ਪੰਥ ਨੂੰ। ਨਾਲੇ ਅਕਾਲੀ ਢਾ ਦੇਣਗੇ। ਸਕੀਮਾਂ ਹੀ ਚੂਹਿਆਂ ਨੂੰ ਕਰੀ ਜਾਂਦੇ ਸੀ। ਚੂਹੇ ਸਕੀਮਾਂ ਹੀ ਕਰਦੇ ਨੇ। ਬਿੱਲੀ ਦੇ ਗਲ ਟੱਲੀ ਕੌਣ ਪਾਊ। ਜਦ ਬਿੱਲੀ ਆਉਂਦੀ ਹੈ ਚੂਹਾ ਇੱਕ ਵੀ ਨਹੀਂ ਰਹਿੰਦਾ। ਪਹਿਲਾਂ ਸਕੀਮਾਂ ਕਰੀ ਜਾਂਦੇ ਨੇ ਵੀ ਐਂ ਕਰਦੀ ਐਂ ਕਰਦੀ ਇਉਂ ਕਰਦੀ ਇਉਂ ਕਰਦੀ। ਫਿਰ ਕੀ ਹੈ ਜਦ ਬਿੱਲੀ ਆਉਂਦੀ ਹੈ ਕੋਈ ਛਾਈ ਮਾਈ ਸਭ। ਹਾਂਜੀ ਛਪੈ ਛੰਦ ਚਰਮ ਬਰਮ ਕਹਿ ਧਰੇ ਧਰਮ ਛਤਰੀ ਕੋ ਧਾਰਤ। ਇੱਕ ਹੋਰ ਕੈਟਾਗਰੀ ਹੈ ਉਹ ਨੇ ਛਤਰੀ ਧਰਮ ਵਾਲੇ। ਅਸੀਂ ਛਤਰੀ ਹਾਂ। ਬਾਈਧਾਰੀਏ ਰਾਜੇ ਸੀ ਜਿਹੜੇ ਰਾਜਪੂਤ। ਅਸੀਂ ਬਰਾਬਰ ਨਹੀਂ ਆਪਣੇ ਘੋੜੇ ਤੇ ਕਿਸੇ ਨੂੰ ਚੜ੍ਹਨ ਦੇਣਾ ਨੀਵੀਆਂ ਜਾਤਾਂ ਨੂੰ। ਅਸੀਂ ਜਿਹਦੀ ਪੂਜਾ ਕਰਦੇ ਹਾਂ ਸਾਡੇ ਛਤਰੀ ਸੀ। ਰਾਮਚੰਦਰ ਸਾਡਾ ਛਤਰੀ ਸੀ। ਕ੍ਰਿਸ਼ਨ ਸਾਡਾ ਛਤਰੀ ਸੀ। ਅਸੀਂ ਉਹਨਾਂ ਦੀ ਔਲਾਦ ਹਾਂ। ਉਹਨਾਂ ਦੀ ਮੂਰਤੀ ਪੂਜਾ ਕਰਦੇ ਹਾਂ। ਇੱਥੇ ਦੂਏ ਨਹੀਂ ਜਾ ਸਕਦੇ ਉੱਥੇ ਅੰਦਰ ਵੜ ਸਕਦੇ। ਇਹ ਛਤਰੀ ਧਰਮ ਹੈ। ਆਪਣੇ ਬਰਾਬਰ ਕਿਸੇ ਨੂੰ ਸਮਝਦੇ ਨਹੀਂ। ਹੰਕਾਰੀ ਨੇ। ਅਸੀਂ ਉਹ ਬਹਾਦਰ ਹਾਂ ਹੋਰ ਕੋਈ ਬਹਾਦਰ ਇਹ ਨਹੀਂ। ਮੁਸਲਮਾਨਾਂ ਦੀ ਗੁਲਾਮੀ ਭਰਦੇ ਨੇ। ਮੁਸਲਮਾਨਾਂ ਦੇ ਗੁਲਾਮ ਨੇ ਕਹਿੰਦੇ ਅਸੀਂ ਛਤਰੀ ਘੋੜੇ ਤੇ ਨਹੀਂ ਚੜ੍ਹਦੇ ਨੇ ਬਰਾਬਰ। ਹਾਂ ਚਰਮ ਬਰਮ ਕਹਿ ਧਰੇ। ਚਰਮ ਬਰਮ ਕਹਿ ਧਰੇ ਧਾਰਨ ਕੀ ਕਰਦੇ ਨੇ ਢਾਲ। ਚਰਮ ਹੁੰਦਾ ਗੈਂਡੇ ਦੇ ਚਮ ਤੋਂ ਢਾਲ ਬਣਦੀ ਹੈ ਜਿਹੜੀ ਉਹਨੂੰ ਚਰਮ ਕਹਿੰਦੇ ਨੇ। ਚਰਮ ਬਰਮ ਕਹਿ ਧਰੇ। ਬਰਮ ਹੁੰਦੀ ਹੈ ਸੰਜੋ ਪਾਈ ਹੁੰਦੀ ਸੀ ਲੋਹੇ ਦੀ। ਧਰਮ ਧਾਰਨ ਕਰ ਧਰਮ ਛਤਰੀ ਦਾ। ਧਰਮ ਛਤਰੀ ਕੰਮ ਕੀ ਹੈ ਜੰਗ ਕਰਦੇ ਆ। ਕੰਮ ਕੀ ਹੈ ਲੜਾਈ ਕਰਨਾ ਜੰਗ ਕਰਨਾ। ਅਜੈ ਜਾਨ ਆਪਣੇ ਸਰਬ ਰਣ ਸੁਭਟ ਪ੍ਰਚਾਰਤ। ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਸੂਰਮਾ ਪ੍ਰਚਾਰਦੇ ਨੇ। ਸਾਡੇ ਨਾਲ ਕੋਈ ਜੰਗ ਨਹੀਂ ਕਰ ਸਕਦਾ ਛਤਰੀਆਂ ਨਾਲ।
ਛਤਰੀਆਂ ਨਾਲ ਛਤਰੀ ਹੀ ਲੜ ਸਕਦਾ, ਛਤਰੀ ਦੇ ਮੂੰਹ ਤੇ ਹੋਰ ਨਹੀਂ ਕੋਈ ਖੜ ਸਕਦਾ, ਇਹ ਕਹਿੰਦੇ ਨੇ ਉਹ। ਤਾਂ ਹੀ ਛਤਰੀਆਂ ਦੇ ਸਾਹਮਣੇ ਦੂਏ ਕਰਤੇ ਨਾ 10 ਪਾਤਸ਼ਾਹ ਨੇ। ਜਿਨ੍ਹਾਂ ਤੋਂ ਛਤਰੀ ਭਜਦੇ ਸੀ ਮੁਸਲਮਾਨਾਂ ਤੋਂ, ਉਹਨਾਂ ਦੇ ਸਾਹਮਣੇ ਉਹ ਦੋਆਂ ਤੋਂ ਭਜਾਤੇ ਬਗੈਰ ਛਤਰੀਆਂ ਤੋਂ ਹੀ। ਧਰਨ ਨ ਆਗੈ ਧੀਰ ਵੀਰ ਜੇ ਸਾਮੂਹੇ ਧਾਵ। ਜਿਹੜੇ ਸਾਹਮਣੇ ਆਉਂਦੇ ਨੇ ਵੀਰ ਸਾਡੇ, ਕਹਿੰਦੇ ਧੀਰ ਜੀ ਨਹੀਂ ਧਰ ਸਕਦੇ, ਹੌਸਲਾ ਨਹੀਂ ਰੱਖ ਸਕਦੇ, ਭੱਜ ਜਾਂਦੇ ਨੇ। ਸੁਰ ਤਾਵਤ ਹੈ, ਤਾਵ ਨਹੀਂ ਹੈ, ਇੱਥੇ ਹੀ ਤੱਤ ਹੈ। ਅੱਛਾ ਤਾਵਤ, ਹਾਂ ਤਾਵਤ ਹੈ। ਸੁਰ ਨਰ ਸੁਰ ਅਸੁਰ ਨਰ ਨਾਰ ਜਚ ਗੰਧਰਵ ਗੁਣ ਗਾਵਤ। ਇਹਨਾਂ ਦੀਆਂ ਕਹਾਣੀਆਂ ਨਹੀਂ ਗਾਉਂਦੇ, ਰਾਜਾ ਰਾਣੀਆਂ ਦੀਆਂ ਕਹਾਣੀਆਂ ਨਹੀਂ ਗਾਉਂਦੇ। ਸੁਰ ਅਸੁਰ ਨਰ ਨਾਰ, ਸੁਰ ਅਸੁਰ ਨਰ ਨਾਰ ਜਚ ਜੱਜ ਗੰਧਰਵ ਇਹਨਾਂ ਦੇ ਗੁਣ ਗਾਵਤ, ਗੁਣ ਗਾਉਂਦੇ ਨੇ। ਇਹ ਵਿਧੀ ਗੁਮਾਨ ਜਾਂ ਦਿਨ ਗਰਜ ਪਰਮ ਕ੍ਰੋਧ ਕਰ ਢੁੱਕ ਹੈ। ਰਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਉਹ ਨੇ, ਉਹ ਕੈਟਾਗਰੀ ਹੈ। ਉਹ ਵੀ ਇਹਦੇ ਨਾਲ ਨੇ, ਕਹਿੰਦਾ ਉਹ ਵੀ ਤੇਰੇ ਨਾਲ ਨੇ, ਉਹਦੇ ਨਾਲੇ ਨੇ। ਉਹ ਵੀ ਹੁਣ ਚੁੱਪ ਕਰੇ ਬੈਠੇ ਨੇ ਵਿਚਾਰੇ, ਪਾਰਸਨਾਥ ਦੇ ਨਾਲੇ ਨੇ ਉਹ ਵੀ। ਇਹ ਵਿਧੀ ਗੁਮਾਨ ਜਾਂ ਦਿਨ ਗਰਜ, ਇਹ ਗੁਮਾਨ ਹੰਕਾਰੀ ਨੇ ਬੰਦੇ। ਇਹ ਵਿਧੀ ਜਿੱਦਣ ਗੁਮਾਨ ਗਰਜੇ ਮੈਦਾਨ ਚ ਆ ਕੇ ਪਰਮ ਕ੍ਰੋਧ ਕਰ ਢੁੱਕ ਹੈ। ਪਰਮ ਕ੍ਰੋਧ ਕਰ ਜਾ ਢੁਕਦੇ ਨੇ, ਆਉਂਦੇ ਨੇ ਇਹ। ਬਿਨ ਇੱਕ ਸੀਲ ਸੁਣ ਰੇ ਨਿਰਪਤ ਸੋ ਔਰ ਸਕਲ ਪਰ ਹੂਕ ਹੈ। ਬਸ ਉਦਣ ਸੀਲ ਹੈ ਜਿਹੜਾ ਨਾ, ਸ਼ਾਂਤੀ ਜਿਹੜੀ ਹੈ, ਉਹ ਰੱਖ ਕੇ ਹੀ ਇਹਨਾਂ ਦਾ ਮੁਕਾਬਲਾ ਹੋ ਸਕਦਾ। ਕਿਲੇ 'ਚ ਬੈਠੇ ਰਹੇ ਨੇ, ਬਾਹਰ ਰਹੇ ਨੇ, ਕਹਿੰਦੇ ਜਿਹੜਾ ਨੇੜੇ ਉਹਨੂੰ ਦੇਖਾਂਗੇ, ਬੈਠੇ ਰਹਿਣ ਦੋ। ਕਿਲਾ ਛੱਡਣਾ ਨਹੀਂ, ਨੇੜੇ ਆਉਣ ਦੇਣਾ ਨਹੀਂ। ਕਹਾਣੀ ਲਿਖੀ ਜਾਂਦੇ ਨੇ ਕੁਛ, ਆਪਣੀ ਵੀ ਗੱਲ ਹੈ, ਪਹਿਲਾਂ ਵੀ ਏਦਾਂ ਹੁੰਦਾ ਹੈ। ਕਹਿੰਦੇ ਐਂ ਕਰਦੇ ਹੁੰਦੇ ਨੇ ਇਹ। ਫਿਰ ਤੇ ਉਹ ਵਿਆਕੁਲ ਨੇ ਵੀ ਇਹ, ਉਹ ਕਹਿੰਦੇ ਇਹਨਾਂ ਨੇ ਆਵੇ ਭੱਜ ਭੁੱਜ ਜਾਣਾ, ਤੁਸੀਂ ਚੁੱਪ ਕਰੋ, ਥੋੜ੍ਹੇ ਦਿਨ ਹੋਰ ਠਹਿਰ ਜਾਓ। ਇਹ ਭੱਜਣੇ ਵਾਲੇ ਹੀ ਨੇ, ਨੇੜੇ ਕਿਸੇ ਨੂੰ ਆਉਣੀ ਨਹੀਂ। ਜਿਹੜੇ ਨੇੜੇ ਉਹ ਦੇਖੀ ਜਾਓ, ਨੇੜੇ ਕੋਈ ਆਉਂਦਾ ਨਹੀਂ ਸੀ, ਨੇੜੇ ਨਹੀਂ ਆਪਣੇ ਆਉਣਾ ਇਹਨਾਂ ਨੇ, ਪਰੇ ਬਾਹਰ ਬੈਠੇ ਰਹਿਣ। ਆਪਾਂ ਨੂੰ ਕੀ ਕਹਿੰਦੇ, ਬੈਠੇ ਰਹਿਣ ਦੇ। ਘਰ ਇਹਨਾਂ ਨੇ ਛੱਡਿਆ, ਬਾਹਰ ਇਹਨਾਂ ਨੇ। ਅੱਜ ਕੱਲ੍ਹ ਦਸੰਬਰ ਦੇ ਮਹੀਨੇ ਬਾਰਿਸ਼ ਤਾਂ ਉਹਨਾਂ ਦੇ ਵੀ ਪੈਂਦੀ ਸੀ, ਤੁਸੀਂ ਘਰ 'ਚ ਬੈਠੇ ਹੋ ਆਪਣੇ 'ਚ, ਇਹ ਬਾਹਰ ਬੈਠੇ ਨੇ ਜੰਗਲ 'ਚ। ਪਰੇਸ਼ਾਨ ਉਹਨੇ ਕਿ ਆਪਾਂ ਬੈਠੇ ਰਹਿਣ ਦੇ। ਫਿਰ ਰਾਤ ਨੂੰ ਜਾ ਕੇ ਰਾਸ਼ਨ ਪਾਣੀ ਉਹਨਾਂ ਦਾ ਖੋਲ੍ਹ ਲਿਆਉਂਦੇ ਸੀ। ਭੁੱਖੇ ਪੱਖੇ ਦੀ ਕੋਈ ਗੱਲ ਨਹੀਂ ਸੀ, ਐਵੇਂ ਬਕਵਾਸ ਕਰਦੇ ਨੇ ਰਾਗੀ ਢਾਡੀ। ਉਹਦੇ ਸੇ ਖੋਲ੍ਹ ਲਿਆਉਂਦੇ ਸੀ ਰਾਤ ਨੂੰ ਜਾ ਕੇ ਰਾਸ਼ਨ। 10 ਪਾਤਸ਼ਾਹ ਹਾਲਾਂਕਿ ਕਹਿੰਦਾ ਵੀ ਨਹੀਂ ਸੀ, ਉਹ ਉਹਨਾਂ ਨੇ ਘਰ ਨੂੰ ਚਲਾ ਜਾਣਾ। ਰਾਤ ਦੇ 10 ਵਜੇ ਤੋਂ ਬਾਅਦ ਉਹਦੇ ਸੇ ਹੁੰਦਾ ਸੀ ਮਾਲਕ ਆਨੰਦਗੜ੍ਹ ਦਾ, ਮਨੀ ਸਿੰਘ ਦਾ ਮੁੰਡਾ, ਉਹ ਇੰਚਾਰਜ ਹੁੰਦਾ ਸੀ। ਸਮਝੇ ਨਹੀਂ? ਇਹਨਾਂ ਨੇ ਕੀ ਕਰਨਾ, ਸੂਈਏ ਇਹਨਾਂ ਦੇ ਕੋਲ ਵੀ ਹੁੰਦੇ ਸੀ। ਸੂਈਆ ਨੇ ਦੱਸ ਦੇਣਾ ਵੀ ਉੱਥੇ ਜਿਹੜਾ ਉਹਨਾਂ ਦਾ ਰਾਸ਼ਨ ਵਾਲਾ, ਉੱਥੇ ਜਾ ਕੇ ਕੋਈ ਸੀਖ ਜਾਲਤੀ ਆ, ਕੋਈ ਲਾਈਟ ਕਰਤੀ ਨੇੜੇ ਤੇੜੇ, ਉਹ ਜਾ ਕੇ ਉੱਥੇ ਹਮਲਾ ਕਰ ਦਿੱਤੇ। ਇੱਧਰ ਜਦ ਨੇੜੇ ਜਾਣਾ ਨੇ, ਜਗਾਰੇ ਗਿਦਾ ਉਹਨੂੰ ਛੱਡ ਕੇ ਭੱਜਣ। ਕੌਣ ਮਰਦਾ ਹੁੰਦਾ ਰਾਤ ਨੂੰ? ਕੋਈ ਮਰਦਾ ਹੁੰਦਾ? ਕੀ ਲੋੜ ਹੈ ਉਹਨੂੰ ਛੱਡ ਕੇ ਭੱਜ ਜਾਣਾ ਪਰੇ। ਇਹਨਾਂ ਬੰਦੂਕ ਗੋਲੀਆਂ ਫਾਇਰ ਫੂਰ ਕਰਦੇ ਨੇ, ਉਹਨਾਂ ਨੇ ਆਪਣੀ ਉੱਥੋਂ ਲੱਦ ਲਿਆਉਣਾ ਰਾਸ਼ਨ। ਦੂਏ ਤੀਏ ਦਿਨ ਲੈ ਆਉਂਦੇ ਸੀਗੇ, ਕਦੇ ਇੱਧਰ ਹਮਲਾ ਕਰ ਦਿੰਦੇ, ਕਦੇ ਇੱਧਰ, ਕਦੇ ਚਾਰੇ ਪਾਸੇ ਸੀ। ਉਹ ਕਿਧਰੇ ਹੀ ਹਮਲਾ ਕਰ ਦਿੰਦੇ ਸੀ ਜਾ ਕੇ ਡਕੈਤਾਂ ਨੂੰ। ਉਹਨਾਂ ਨੇ ਇਹ ਤਾਂ ਮਰਨ ਮਾਰਨ ਨੂੰ ਫਿਰਦੇ ਨੇ। ਆਪਾਂ ਕਾਸ ਨੂੰ, ਆਪਾਂ ਘਰ ਨਿਆਣਿਆਂ ਨੂੰ ਤਨਖਾਹ ਦਿੰਦੇ ਹਾਂ, ਤਾਂ ਰੋਟੀ ਚੱਲਦੀ ਹੈ। ਰਾਜਾ ਕਿਹੜਾ ਆਪ ਹੁੰਦਾ ਉੱਥੇ? ਰਾਜਾ ਤਾਂ ਆਪ ਨਹੀਂ ਬਾਹਰ ਨਿਕਲਦਾ ਰਾਤ ਨੂੰ, ਵੀ ਕੋਈ ਮੇਰਾ ਹੀ ਬੰਦਾ ਨਾ ਮੈਨੂੰ ਮਾਰ ਦੇਵੇ। ਫਿਰ ਇੱਕ ਸੀਲ ਸੁਣ ਰੇ ਨਿਰਪਤ ਸੋ ਔਰ ਸਕਲ ਪਰ ਹੂਕ ਹੈ। ਇੱਕ ਜਿਹੜੀ ਸੀਰ ਹੈ ਨਾ, ਠੰਡਾ ਸੁਭਾਅ ਹੈ ਉਸ ਵੇਲੇ। ਠੰਡੇ ਹੌਸਲੇ ਨਾਲ ਬੈਠਾ ਰਹੇ, ਠੰਡੇ ਠੰਡਾ ਸੁਭਾਅ। ਹੌਸਲੇ ਤੋਂ ਬਿਨਾਂ ਸੁਭਾਅ ਠੰਡਾ ਨਹੀਂ ਹੁੰਦਾ। ਹੌਸਲੇ ਵਾਲਾ ਬੰਦਾ ਉੱਥੇ ਕੱਟਦਾ ਫਿਰ ਇਹਨਾਂ ਦੇ ਸਾਹਮਣੇ।
ਕਹਿੰਦਾ ਕੋਈ ਨਹੀਂ, ਆ ਜਾਣ ਦੇ ਗਾਹਾਂ ਤਾਂ ਹੁਣ ਪਰੇ ਪਰੇ ਦੜੂਕਦੇ ਨੇ, ਜਾਂ ਨੇੜੇ ਆਉਣਗੇ ਜਾਂ ਦੱਸਾਂਗੇ ਇਹਨਾਂ ਨੂੰ। ਪਰੇ ਪਰੇ ਦੜੂਕੀ ਜਾਣਦੇ ਇਹਨਾਂ ਨੂੰ, ਨੇੜੇ ਆਉਣ ਦੇ, ਆਪਣੇ ਨੇੜੇ ਤਾਂ ਲੱਗਣ, ਫਿਰ ਦੱਸਾਂਗੇ ਇਹਨਾਂ ਨੂੰ। ਹਾਂਜੀ। ਛਪੈ ਛੰਦ ਕੜਕ ਕ੍ਰੋਧ ਕਰ ਚੜਗ ਭੜਕ ਭਾਦਵੇਂ ਜਿਉ ਗੱਜਤ। ਇੱਕ ਹੋਰ ਵੀ ਨੇ ਕਹਿੰਦੇ, ਉਹ ਪਹਿਲਾਂ ਹੀ ਕੜਕਦੇ ਆਉਂਦੇ ਨੇ, ਦੂਰੋਂ ਹੀ ਰੌਲਾ ਪਾਉਂਦੇ ਕ੍ਰੋਧ ਦੇ ਨਾਲ। ਇਹ ਉਤਲੇ ਕੜਕ ਕ੍ਰੋਧ ਨਾਲ ਨਹੀਂ ਆਉਂਦੇ ਹੁੰਦੇ, ਆਉਂਦੇ ਨੇ ਮੈਦਾਨ 'ਚ, ਜਾਂਦੇ ਨਹੀਂ ਹੁੰਦੇ, ਬਹੁਤੇ ਰੌਲਾ ਪਾਉਂਦੇ। ਹਾਂ, ਜਦ ਤਾਂ ਸਾਰੇ ਹੀ ਆਪਣੇ ਆਪਣੇ ਸਲੋਗਨ ਉਚਾਰਦੇ ਨੇ, ਜੰਗ ਹੋਣ ਲੱਗ ਜਾਂਦੀ ਹੈ, ਸਮਝੇ ਨਹੀਂ? ਹਾਂਜੀ। ਕੜਕ ਕ੍ਰੋਧ ਕੜਕ ਕ੍ਰੋਧ ਕਰ ਚੜਗ ਭੜਕ ਭਾਦਵੇਂ ਜਿਉ ਗੱਜਤ। ਭਾਦੋਂ ਦੇ ਵਿੱਚ ਜਿਵੇਂ ਬੱਦਲ ਗਾਜਦਾ ਨਾ, ਐਂ ਕ੍ਰੋਧ ਕਰਕੇ ਚੜ੍ਹਦੇ ਨੇ। ਇੱਕ ਐਸੀ ਕੈਟਾਗਰੀ ਵੀ ਹੈ। ਧਰਮ ਸਾਰਿਆਂ ਦੇ ਹੀ ਹੁੰਦੇ ਨੇ, ਧਰਮ ਸਾਰੇ ਹੀ ਮੰਨਦੇ ਨੇ, ਅਲੱਗ ਅਲੱਗ ਜਿਹਨੇ ਨੇ, ਸਾਰੇ ਇਲਾਕੇ ਕਿਸੇ ਨਾ ਕਿਸੇ ਧਰਮ ਨੂੰ ਮੰਨਦੇ ਹੀ ਹੁੰਦੇ ਨੇ। ਕੋਈ ਕਿਸੇ ਦੇਵੀ ਦੇਵਤੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ। ਸੜਕ ਤੇਗ ਦਾਮਣ ਤੜਕ ਤੜ ਭੜ ਰਣ ਸੱਜਤ। ਹਾਂ, ਜਦੋਂ ਕਹਿੰਦੇ ਸੜਕ ਤੇ ਤਲਵਾਰਾਂ ਕੱਢਦੇ ਨੇ, ਬਿਜਲੀ ਵਾਂਗੂ ਚਮਕਦੀ ਆ, ਬਿਜਲੀ ਜਿਵੇਂ ਚਮਕਦੀ ਆ, ਐ ਤਲਵਾਰਾਂ ਨਿਕਲਦੀਆਂ ਉਹਨਾਂ ਦੀਆਂ ਬਿਆਨ ਚੋਂ। ਤੜ ਭੜ ਰਣ ਸੱਜਤ, ਤੜ ਪੜ ਕਰਕੇ ਫਟਾਫਟ ਜਾ ਕੇ ਜੰਗ 'ਚ ਜਾ ਜੁੜਦੇ ਨੇ। ਲੜਕ ਲੁੱਥ ਬਿਥਰਗ ਸੇਲ ਸਾਮੋ ਹੈ ਘੱਲਤ। ਜਦ ਲੜਾਈ ਹੁੰਦੀ ਆ, ਲੋਥਾਂ ਖਿਲਾਰ ਦਿੰਦੇ ਨੇ, ਲੋਥਾਂ ਦੀ ਲੋਥਾਂ ਕਰ ਦਿੰਦੇ ਨੇ ਜਾ ਕੇ। ਲੁੱਥ ਬਿਥਰਗ, ਹਾਂ ਬਿਥਰਗ, ਹਾਂ ਬਿਥਰਗ, ਬਿਖਰ ਜਾਂਦੀਆਂ ਲੋਥਾਂ ਹੀ ਲੋਥਾਂ। ਜੇ ਜੰਗ ਲੜਦੇ ਨੇ, ਲੋਥਾਂ ਹੀ ਲੋਥਾਂ ਬਣਾ ਦਿੰਦੇ ਨੇ, ਚਾਹੇ ਆਪਣੀਆਂ ਬਣ ਜਾਣ ਚਾਹੇ ਦੂਏ ਦੀਆਂ ਬਣ ਜਾਣ, ਲੋਥਾਂ ਹੀ ਲੋਥਾਂ ਖਿਲਰ ਜਾਂਦੀਆਂ ਨੇ ਸਾਰੇ ਮੈਦਾਨ 'ਚ। ਸੇਲ ਸਾਮੋ ਹੈ ਘੱਲਤ, ਸਾਹਮਣੇ ਮੂਹਰੇ ਤੋਂ ਹੋ ਕੇ ਬਰਛੇ ਮਾਰਦੇ ਨੇ ਸੇਲ, ਖਾਂਦੇ ਵੀ ਨੇ, ਚੱਲਦੇ ਵੀ ਨੇ, ਮਾਰਦੇ ਵੀ ਨੇ। ਜੇ ਦਿਨ ਰੋਸ ਰਾਵਤ ਰਣੈ ਦੂਸਰ ਕੋ ਝੱਲਤ। ਹਾਂ, ਜਿੱਦਣ ਕੋਈ ਦੂਸਰਾ ਝੱਲਣ ਵਾਲਾ ਆ ਗਿਆ, ਉਹ ਇਹਦੇ ਮੂਹਰੇ ਖੜਦਾ, ਜਿਹੜਾ ਚੱਲ ਨਹੀਂ ਸਕਦਾ ਉਹ ਤਾਂ ਉੱਤੋਂ ਦੇਖ ਕੇ ਟੇੜਦੇ ਜਾਂਦੇ ਇਹਨਾਂ ਨੂੰ। ਇਹ ਵਿਧੀ ਅਪਮਾਨ ਤੇ ਪ੍ਰਤਪਨ ਜਿਦਨ ਰੁਦਰ ਰਸ ਮਚ ਹੈ। ਇਹ ਅਪਮਾਨ ਹੈ, ਅਪਮਾਨ ਦੇ ਮਾਰੇ ਹੋਏ ਰਾਜੇ ਆਏ ਸੀ, ਇਸ ਕਰਕੇ ਨਹੀਂ ਸੀ ਆਏ ਬਈ ਤੁਸੀਂ ਇਹਨਾਂ ਨੂੰ ਕਿਉਂ ਘੋੜੇ ਤੇ ਚੜਾਉਂਦੇ ਹੋ। ਜਦੋਂ ਉਹ ਤਾਂ ਪੀ ਗਏ ਗੱਲਾਂ ਸਾਰੀਆਂ ਰਾਜੇ, ਬਾਈ ਧਾਰੀ ਪੰਥ ਵੀ ਸੱਜ ਗਿਆ, ਸਭ ਕੁਝ ਹੋ ਗਿਆ, ਘੋੜਿਆਂ ਤੇ ਵੀ ਚੜੇ ਫਿਰਦੇ ਰਹੇ। ਜਦੋਂ ਅਪਮਾਨ ਹੋ ਗਿਆ ਨਾ, ਕਾਹੇ ਕੋ ਪੂਜਤਾ ਹੈ ਪਾਹਨ ਪੂਜਤਾ ਹੈ, ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ, ਫੇਰ ਨਹੀਂ ਚੱਲ ਸਕੇ ਅਪਮਾਨ। ਬਸ ਫੇਰ ਆਪੇ ਬਾਹਰ ਹੋ ਗਏ, ਆਪਾ ਖੋਤਾ ਅਪਮਾਨ ਹੋ ਗਿਆ ਨਾ। ਫਿਰ ਪੱਥਰ ਪੂਜਾ ਨੂੰ ਅਪਮਾਨ ਕਰਤਾ, ਪੱਥਰ ਪੂਜਾ ਕਰਨ ਦੇ ਵਿੱਚ। ਉਹ ਤਾਂ ਪੀ ਗਏ ਸੀ ਗੱਲ, ਉਹ ਤਾਂ ਸੀਗਾ ਹੀ ਵੀ ਭਾਈ ਵੇਦ ਕਹਿੰਦਾ ਸਾਰੇ ਬਰਾਬਰ ਨੇ, ਤੁਸੀਂ ਦੱਸੋ ਕਿਵੇਂ ਕਹਿੰਦੇ ਹੋ। ਉਹ ਤਾਂ ਪੀਣੀ ਪੈ ਗਈ ਸੀ ਗੱਲ। ਮੁਸਲਮਾਨ ਵੀ ਕਹਿੰਦੇ ਸੀ ਵੀ ਹਾਂ ਸਾਰੇ ਬਰਾਬਰ ਨੇ, ਮੁਸਲਮਾਨਾਂ ਦਾ ਰਾਜ ਸੀ, ਉਹ ਗੱਲਾਂ ਤਾਂ ਪੀਣੀਆਂ ਪੈ ਗਈਆਂ ਸੀ। ਅਪਮਾਨ ਨਹੀਂ ਸਹਾਰ ਹੋਇਆ। ਜਦੋਂ ਕਹਿੰਦੇ ਅਪਮਾਨ ਕਰੇਗਾ ਤੂੰ, ਇਹਨਾਂ ਦਾ ਜੋ ਅਪਮਾਨ ਕੀਤਾ ਇੱਥੇ, ਜੇ ਅਪਮਾਨ ਦਾ ਬਦਲਾ ਲੈਣ ਦੇ ਵਾਸਤੇ ਇਹਨਾਂ ਦੇ ਅੰਦਰ ਅੱਗ ਸੁਲਗ ਗਈ ਅਪਮਾਨ ਦੀ, ਫਿਰ ਬਗਾਵਤ ਹੋ ਜੂਗੀ। ਰਾਜੇ ਸਾਰੇ ਨਾਲ ਨੇ, ਪਹਿਲਾਂ ਦਸਮ ਪਾਤਸ਼ਾਹ ਦੇ ਬਾਗੀ ਹੋਏ ਨੇ, ਰਵਾਜ ਸਾਰੇ ਰਾਜੇ ਇਕੱਠੇ ਨਹੀਂ ਹੋਏ। ਇੱਕ ਵਾਰ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਸੀ ਸਿੰਘ ਸਾਜ ਜਾਂਦੇ ਆ, ਬਈ ਸਾਨੂੰ ਇੱਕ ਤਾਂ ਅਸੀਂ ਜਿਹੜੇ ਮੂਰਤੀ ਪੂਜਾ ਕਰਾਂਗੇ, ਇੱਕ ਜਨੇਊ ਪਾਵਾਂਗੇ। ਉਹ ਕਹਿੰਦੇ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਇੱਕ ਸਿੱਖੀ ਤੇ ਦੂਜੀ ਸਿੱਖੀ ਨਹੀਂ ਟਿਕਦੀ ਹੁੰਦੀ। ਜਵਾਬ ਦੇ ਦਿੱਤਾ ਉਹਨਾਂ ਨੇ, ਫਿਰ ਬਾਗੀ ਹੋਏ। ਜੇ ਮੂਰਤੀ ਪੂਜਾ ਦਾ ਵੀ ਸਾਨੂੰ ਦੇ ਦਿੱਤਾ ਇਹਨਾਂ ਨੇ ਛੂਟ, ਆਪੇ ਪਾਹਨ ਪੂਜੇ ਵਾਲੀ ਗੱਲਾਂ ਪਿੱਛੇ ਹਟਾ ਦੇਣਗੇ। ਇਹ ਤਰੀਕਾ ਸੀ ਪੰਡਤ ਨੇ ਵਰਤਿਆ। ਪੰਡਤ ਨੇ ਦੱਸਿਆ ਵੀ ਐਂ ਕਰੋ,
ਸਾਰੇ ਇਕੱਠੇ ਹੋ ਕੇ ਤੁਸੀਂ ਕਹਿ ਦਿਓ ਵੀ ਅਸੀਂ ਤੇਰੇ ਸਿੱਖ ਬਣ ਜਾਂਦੇ ਹੋ। ਵੀ ਇੱਕ ਤਾਂ ਮੂਰਤੀ ਪੂਜਾ, ਉਹਨੇ ਕਹਾ ਮੇਰੇ ਚੁੰਗਲ ਚੋਂ ਬਿਨਾਂ ਨਿਕਲ ਜਾਣ ਪੰਡਤ ਨੇ। ਜੇ ਮੂਰਤੀ ਪੂਜਾ ਜਿਹਨੇ ਉਛੜਦਾ ਪੰਡਤ ਰਹਿ ਗਿਆ। ਵੀ ਮੂਰਤੀ ਪੂਜਾ ਜਿਹਨੇ ਉਹਨਾਂ ਤੇ ਦੀ ਛੂਟ ਲੈ ਲਓ, ਮੂਰਤੀ ਪੂਜਾ ਜਿਹਨੇ ਉਹਦੀ ਛੂਟ ਮੰਗੀ, ਉਹ ਕਹਿੰਦਾ ਉਹ ਸਮਝਦਾ ਸੀ ਵੀ ਪੰਡਤ ਆਪਣਾ ਵੀ ਚੇਲੇ ਰੱਖਣੇ ਚਾਹੁੰਦਾ, ਮੇਰੇ ਵੀ ਚੇਲੇ ਬਣਾਉਂਦਾ। ਵੀ ਅਸੀਂ ਜਾਣੀ ਜੋ ਮੂਰਤੀ ਪੂਜਾ ਦੇ ਖਿਲਾਫ ਗੁਰਮਤ ਦੀ ਵਿਚਾਰਧਾਰਾ ਉਹਦੇ 'ਚ ਅਸੀਂ ਬੋਰਡ ਪਾ ਲਈਏ। ਗੱਲ ਇਹ ਸੀ, ਇਸ ਲਾਲਚ ਨੂੰ ਵੀ ਸਾਡੇ ਸਿੱਖ ਬਣਦੇ ਨੇ। ਉਹ ਮੂਰਤੀ ਪੂਜਾ ਵਾਲਾ ਜਿਹੜਾ ਗੁਰਬਾਣੀ ਮੂਰਤੀ ਪੂਜਾ ਦੇ ਖਿਲਾਫ ਹੈ, ਉਹਦੇ ਨਾਲ ਕੰਪਰੋਮਾਈਜ਼ ਕਰ ਲਈਏ ਵੀ ਚਲੋ ਕਰੀ ਜਾਓ, ਕੋਈ ਨਹੀਂ। ਕਦੇ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਜੋ ਅਸੀਂ ਲਿਖਿਆ ਗੁਰਮਤਿ ਨੇ ਜੋ ਮੰਨਿਆ ਉਹ ਵਿਚਾਰਧਾਰਾ 'ਚ ਅਸੀਂ ਬਿਲਕੁਲ ਵੀ ਹਵਾ ਸਮਾਨ ਫਰਕ ਨਹੀਂ ਪਾਉਣਾ। ਤਾਂ ਇੱਥੋਂ ਹੋਈ ਸੀ ਜੰਗ ਸ਼ੁਰੂ। ਇਹ ਵਿਧੀ ਅਪਮਾਨ ਤੇ ਪ੍ਰਤਪਨ ਜੇ ਦਿਨ ਰੁਦਰ ਰਸ ਮਚਿਆ ਹੈ। ਪਰ ਰੁਦਰ ਰਸ 'ਚ ਫੇਰ ਆ ਗਏ ਤੇ ਜਾਂ ਰੁਦਰ ਰਸ 'ਚ ਆ ਗਏ ਵੀ ਹੁਣ ਖੂਨ ਖਰਾਬਾ ਹੋਊਗਾ, ਖੂਨ ਖਰਾਬਾ ਹੋਊਗਾ ਇਹਦਾ ਜਾਂ ਸਨੇਹ ਆਉਣਾ। ਕਹਿੰਦੇ ਕੋਈ ਨਹੀਂ, ਜੋ ਭਾਣਾ ਹੋਣਾ ਹੀ ਹੈ, ਖੂਨ ਖਰਾਬੇ ਦਾ ਨਹੀਂ ਸਾਨੂੰ ਰੌਲਾ। ਇਹ ਹੁਕਮ ਹੈ, ਜਿਹੜਾ ਹੁਕਮ ਦੀ ਖੇਡ ਵਰਤਣੀ ਹੈ, ਇਹਦਾ ਨਹੀਂ ਕੋਈ ਰੌਲਾ ਹੈਗਾ। ਜੋ ਹੁੰਦਾ ਹੋਣ ਦਿਓ। ਸਭ ਪਤਾ ਸੀ ਹੋਣ ਦਾ, ਐਸੀ ਨਹੀਂ ਗੱਲ ਵੀ ਨਹੀਂ ਪਤਾ ਸੀ। ਇੱਕੋ ਦਮ ਨਹੀਂ ਆ ਪਏ, ਸਾਰੀਆਂ ਗੱਲਾਂ ਹੁੰਦੀਆਂ ਰਹੀਆਂ। 8-9 ਮਹੀਨੇ ਘੇਰਾ ਵੀ ਰਿਹਾ, ਉਦੋਂ ਵੀ ਚਲਦੀ ਰਹੀ ਹੈ ਗੱਲਬਾਤ। ਉਹ ਨਹੀਂ ਮੰਨਿਓ, ਕਹਿੰਦੇ ਨਹੀਂ ਹੋ ਸਕਦਾ। ਹਾਂਜੀ, ਇੱਕ ਸੀਲ ਦੁਸੀਲ ਭੱਟ ਸੋ ਔਰ ਕਮਲ ਰਣ ਰਚ ਹੈ। ਬਿਨ ਇੱਕ ਸੀਲ, ਸੀਲ ਆਪਣਾ ਹੌਸਲਾ ਸ਼ਾਂਤੀ ਬਣਾਈ ਰੱਖਣੀ, ਪਰਵਾਹ ਨਹੀਂ ਕਰਨੀ, ਟੈ ਨਹੀਂ ਕਰਨਾ। ਔਰ ਦੁਸੀਲ, ਦੂਆ ਦੁਸੀਲ ਹੈ। ਜਿਹੜਾ ਦੁਸੀਲ ਹੈ, ਦੁਸੀਲ ਭੱਟ, ਉਹ ਦੁਸੀਲ ਹੈ, ਉਹਦੇ ਅੰਦਰ ਅੱਗ ਹੈ, ਕਿਉਂ ਅਪਮਾਨ ਹੋਇਆ ਹੈ। ਸੋ ਔਰ ਕਮਲ ਉਹਦੇ ਅੰਦਰ ਅੱਗ ਹੈ, ਤੁਹਾਡੀ ਸੀਤਲਤਾ ਹੈ। ਅੱਗ ਕੁਛ ਵੀ ਨਹੀਂ ਨੇੜੇ ਆ ਸਕਦੀ, ਕੁਛ ਨਹੀਂ ਵਿਗਾੜ ਸਕਦੀ। ਜਿੱਥੇ ਬਰਫ਼ ਜ਼ਿਆਦਾ ਪੈਂਦੀ ਹੁੰਦੀ ਹੈ ਉੱਥੇ ਮਾੜਾ ਮੋਟੀ ਅੱਗ ਜਲਦੀ ਹੁੰਦੀ ਕਿ ਚੰਗਾ ਹੀ ਹੁੰਦਾ, ਉਹਦਾ ਕੋਈ ਮਾੜਾ ਨਹੀਂ ਹੁੰਦਾ। ਬਹੁਤ ਯਾਦ ਰਹਿੰਦੀ ਰਹੇ, ਚੰਗੀ ਹੁੰਦੀ ਹੈ ਸਾਹਮਣੇ। ਮਰਨਾ ਮਨੋਂ ਨਾ ਵਿਸਰੇ ਨਾ, ਚੰਗਾ ਹੁੰਦਾ। ਇਹ ਹਰ ਵਾਰ ਬਹੁਤ ਮੂਹਰੇ ਖੜੀ ਰਹੇ, ਚੰਗੀ ਹੁੰਦੀ ਹੈ, ਮਾੜੀ ਨਹੀਂ ਹੁੰਦੀ। ਗੁਰਮਤਿ ਨੂੰ, ਗੁਰਮਤਿ ਦੇ ਦੇਸੀ ਕੋਲ ਤੋਂ ਚੰਗੀ ਹੁੰਦੀ ਹੈ। ਜਿਹੜੇ ਕਹਿੰਦੇ ਨੇ ਚੰਗੀ ਨਹੀਂ ਹੁੰਦੀ, ਉਹ ਬੇਫਿਕਰ ਹੋਣਾ ਚਾਹੁੰਦੇ ਨੇ ਮੌਤ ਤੋਂ। ਮੌਤ ਜੇ ਦੀਂਦੀ ਨਾ ਹੋਵੇ ਤਾਂ ਮਤਲਬ ਇਹ ਤਾਂ ਨਹੀਂ ਵੀ ਸਿਰ 'ਤੇ ਹੈ ਨਹੀਂ। ਜੇ ਦੀਂਦੀ ਨਹੀਂ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਉਹ ਹੈ ਨਹੀਂ। ਆਉਣੀ ਦਾ ਜਦ ਹੀ ਆ ਨੇੜੇ, ਜਦ ਹੁਕਮ ਹੋਊਗਾ। ਪਹਿਲਾਂ ਨਹੀਂ ਆਉਂਦੀ ਨੇੜੇ, ਖੜੀ ਰਹੇ ਚਾਹੇ ਨਾ ਖੜੀ ਰਹੇ। ਖੜੀ ਕੀ ਕਰੂਗੀ ਖੜ ਕੇ? ਹੁਕਮ ਦੇ ਬਿਨਾਂ ਤਾਂ ਨਹੀਂ ਨਾ ਕੁਛ ਬਾਲ ਬਿੰਗਾ ਹੋਣਾ। ਖੜੀ ਰੋ, ਖੜੀ ਰਹੇ। ਖੜੀ ਚੰਗੀ ਹੁੰਦੀ ਹੈ ਦੀਂਦੀ। ਇਹ ਪਾਣੇ 'ਚ ਰਹਿੰਦਾ, ਪਾਣੇ 'ਤੇ ਭਰੋਸਾ ਕਰਦਾ ਰਹਿੰਦਾ, ਭਰੋਸਾ ਵੱਜਦਾ ਇਹਨੂੰ ਪਾਣੇ 'ਤੇ। ਹਾਂ, ਮਰਨ ਮਨੋਂ ਵਸਾਰਿਆ ਤਾਂ ਮਾੜਾ ਮੰਨਿਆ। ਗੁਰਬਾਣੀ 'ਚ ਮਰਨ ਮਨੋਂ ਵਸਾਰਿਆ ਹੈ ਤਾਂ ਮਾੜਾ ਮੰਨਿਆ। ਸਮਾਂ ਨਾ ਵਿਸਰੇ, ਚੰਗਾ ਰਹਿੰਦਾ। ਇਹ ਆਪਣੇ ਵਜੂਦ 'ਚ ਰਹਿੰਦਾ। ਫਿਰ ਛਪੈ ਛੰਦ ਤਨੁਖ ਮੰਡਲਾਕਾਰ ਲਗਤ ਜਾਕੋ ਸਦੀਵ ਰਾਣ। ਦੇਖੋ ਤਨਖ ਕੀ ਹੈ? ਮੰਡਲਾਕਾਰ ਹੈ, ਗੋਲ ਹੈ। ਗੋਲ ਤਨਖ ਹੁੰਦਾ, ਮੰਡਲਾਕਾਰ ਗੋਲ ਤਨਖ। ਤਾਂ ਜਾਕੋ ਸਦੀਵ ਰਾਣ, ਸਦਾ ਹੀ ਰਣ ਦੇ ਵਿੱਚ ਗੋਲ ਮੋਲ ਗੱਲਾਂ ਕਰਦਾ। ਗੋਲ ਮੋਲ ਗੱਲ ਹੈ, ਗੱਲ 'ਚ ਕੋਈ ਰਾਏ ਨਹੀਂ ਹੈ। ਤਨੁਖ ਮੰਡਲਾਕਾਰ ਆਪਣੀ ਗੱਲ ਨੂੰ ਆਪ ਹੀ ਕੱਟ ਦੇਣਾ। ਆਪਾਂ ਵਿਰੋਧੀ ਗੱਲਾਂ ਕਰੀ ਜਾਣੀਆਂ, ਆਪਾਂ ਵਿਰੋਧੀ ਗੱਲਾਂ 'ਚ ਕੱਟੇ ਜਾਣੇ। ਜਿੰਨੇ ਸਾਰੇ ਆਪਾਂ ਵਿਰੋਧੀ ਨੇ ਸਾਰੇ ਠੀਕ ਹੈ। ਇਹ ਮੰਡਲਾਕਾਰ ਧਨਖ ਹੈ। ਨਿਰਕਤ ਤੇਜ ਪ੍ਰਭਾਵ ਭਟਕ ਭਜਦਾ ਹੈ ਭਟਰਾ। ਜਿੱਧਰੋਂ ਮਰਜੀ, ਜੇ ਮੰਡਲਾਕਾਰ ਧਨਖ ਹੈ, ਜਿੱਥੋਂ ਮਰਜੀ, ਜਿੱਧਰੋਂ ਮਰਜੀ ਤੀਰ ਛੱਡ ਲੈ, ਚਾਹੇ ਇਹਨੂੰ ਛੱਡ ਲੈ, ਚਾਹੇ ਇਹਨੂੰ ਛੱਡ ਲੈ, ਚਾਹੇ ਇਹਨੂੰ ਛੱਡ ਲੈ, ਚਾਹੇ ਇਹਨੂੰ ਛੱਡ ਲੈ। ਸਾਰੇ ਪਾਸੇ ਨੂੰ ਤੀਰ ਜਾਈ ਜਾਣੇ ਨੇ। ਉਹ ਤੋਂ
ਇਸ ਕਰਕੇ ਸਾਰੇ ਪਾਸਿਆਂ ਤੋਂ ਆਪਾਂ ਵਿਰੋਧੀ ਗੱਲਾਂ ਕਰੀ ਜਾਣੀਆਂ ਨੇ। ਨਿਰਖਤ ਤੇਜ ਪ੍ਰਭਾਵ ਭਟਕ ਭਾਜਤ ਹੈ ਭਟ ਰਣ। ਨਿਰਖ ਤੇਜ ਪ੍ਰਭਾਵ, ਉਹ ਤੇਜ ਪ੍ਰਭਾਵ ਕਈ ਆਦਮੀ ਸਮਝਦੇ ਵੀ ਇਹਨੂੰ ਤਾਂ ਸਾਰੀਆਂ ਗੱਲਾਂ ਦੀ ਨੌਲੇਜ ਹੈ, ਇਹਨੂੰ ਤਾਂ ਸਾਇੰਸ ਦੀ ਵੀ ਨੌਲੇਜ ਹੈ, ਇਹਨੂੰ ਡਾਕਟਰੀ ਦੀ ਵੀ ਨੌਲੇਜ ਹੈ, ਇਹਨੂੰ ਉਹ ਵੀ ਹੈ, ਇਹਨੂੰ ਉਹ ਵੀ ਹੈ। ਆਮ ਆਦਮੀ ਦਾ ਪ੍ਰਭਾਵ ਥੱਲੇ ਆਊਗਾ, ਆਮ ਆਦਮੀ ਦਾ ਉਹਦੇ ਨਾਲ ਗੱਲ ਨਹੀਂ ਕਰ ਸਕਦਾ। ਇਹਦੇ ਸਾਰੇ ਪਾਸੇ ਦੀ ਜਨਰਲ ਨੌਲੇਜ ਬਹੁਤ ਜ਼ਿਆਦਾ ਹੋਵੇ, ਉੱਥੇ ਤਾਂ ਫਿਰ ਕੋਈ ਬਿਰਲਾ ਟਿਕੂ ਆ ਕੇ ਉਹਦੇ ਕੋਲ ਮੰਡਲਾ ਕਰ ਦੇਣ ਉਹਦੇ ਕੋਲ ਸਾਰੇ ਪਾਸੇ ਨੂੰ ਤੀਰ ਚਲਾ ਦਿੰਦਾ। ਕੌਣ ਬਾਂਧ ਤੇ ਧੀਰ ਵੀਰ ਨਿਰਖਤ ਦੁੱਤ ਲਾਜਤ। ਉਹਦੇ ਸਾਹਮਣੇ ਕਿਹੜਾ ਸੂਰਮਾ ਖੜੇ ਹੋਣ, ਇੰਨੀ ਨੌਲੇਜ ਕਿਹਨੂੰ ਹੋਵੇ ਸਾਰੇ ਪਾਸਿਆਂ ਦੀ, ਸਾਰੀ ਦੁਨੀਆ ਦੀ ਨੌਲੇਜ ਰੱਖੇ ਤਾਂ ਹੀ ਕੋਈ ਸਾਹਮਣੇ ਆਵੇ। ਜਿਹੜੀ ਉਹਨੂੰ ਨਹੀਂ ਆਉਂਦੀ ਉਹ ਕਰ ਦਿੰਦਾ ਸਵਾਲ, ਉਹਦੇ ਕੋਲ ਉਹ ਹੈ ਨਹੀਂ। ਕਿਹੜਾ ਸੂਰਮਾ ਆਵੇ ਉਹਦੇ ਸਾਹਮਣੇ ਜਿਹਦਾ ਸਾਰਿਆਂ ਨੂੰ ਹੀ ਸ਼ਰਮਸਾਰ ਕਰਕੇ ਭੇਜ ਦਿੰਦਾ, ਦੂਈ ਗੱਲ ਕਰ ਦਿੰਦਾ, ਉਹਦਾ ਜਵਾਬ ਨਹੀਂ ਹੁੰਦਾ, ਫਿਰ ਸ਼ਰਮ ਹਾਰ ਖਾ ਕੇ ਚਲਾ ਜਾਂਦਾ। ਨਹਨ ਜੁੱਧ ਠਹਿਰਾਤ, ਕਿਉਂਕਿ 3 ਲੋਕ ਦੇ ਗਿਆਨ ਸੰਸਾਰ ਦੇ ਵਿੱਚ, ਗੁਰਮਤਿ ਦਾ ਗਿਆਨ 3 ਲੋਕ ਦਾ ਗਿਆਨ ਹੈ। ਕਿਸੇ ਸੈਕਟਰ ਦੀ ਵੀ ਗੱਲ ਕਰ ਸਕਦਾ, ਤੁਹਾਡੇ ਨਾਲ ਗੱਲ ਕਰਨ ਆਇਆ ਬੰਦਾ, ਤੁਸੀਂ ਉਹਦਾ ਸੈਟਿਸਫੈਕਟਰੀ ਜਵਾਬ ਕਿਵੇਂ ਦੇਣਾ ਹੈ? ਮਾਇਆ ਦੀ ਗੱਲ ਕਰੂਗਾ, ਮਾਇਆ ਦਾ ਤਾਂ ਸਾਡਾ ਵਿਸ਼ਾ ਹੀ ਨਹੀਂ ਹੈ। ਮਾਇਆ ਤਾਂ ਮਾਇਆ, ਗੱਲ ਤਾਂ ਨਿਆ ਕਰਦੀ ਹੈ। ਮਾਇਆ ਦਾ ਤਾਂ ਗਿਆਨ ਅਲੱਗ ਹੈ, ਸਾਡੇ ਵਿਸ਼ੇ ਤੋਂ ਬਾਹਰ ਹੈ ਮਾਇਆ। ਮਾਇਆ ਦਾ ਵਿਸ਼ਾ ਮਾਇਆ ਵਾਲੇ ਹੈਗੇ ਨੇ, ਉਹਨਾਂ ਕੋਲ ਚਲਾ ਜਾ। ਮਾਇਆ ਦਾ ਵਿਸ਼ਾ ਅਲੱਗ ਹੈ, ਵਿਸ਼ਾ। ਨਹਨ ਜੁੱਧ ਠਹਿਰਾਤ ਤਰਸਤ ਦਸੂੰ ਦਿਸ ਭਾਜਤ। ਹਾਂ, 10 ਦਿਸ਼ਾਵਾਂ ਦੇ ਵਿੱਚ ਭਜਦਾ ਉਹ। ਨਹਨ ਜੁੱਧ ਠਹਿਰਾਤ, ਇੱਕ ਜਗ੍ਹਾ ਨਹੀਂ ਖੜਦਾ ਯੁੱਧ ਦੇ ਵਿੱਚ, ਇੱਕ ਜਗ੍ਹਾ ਪੈਰ ਕੱਢ ਕੇ ਨਹੀਂ ਲੜਦਾ ਉਹ। ਤਰਸਤ ਦਸੂੰ ਉਹ 10 ਚ ਬਸ ਬਦਲੀ ਜਾਂਦਾ ਸਵਾਲ ਆਪਣੇ। ਉਹ ਪੂਰਾ ਗਿਆਨ ਉਹਨੂੰ ਨਹੀਂ, ਹਰ ਦੇਖੋ ਕਿਸੇ ਆਦਮੀ ਨੂੰ ਹਰ ਸੈਕਟਰ ਦਾ ਪੂਰਾ ਗਿਆਨ ਨਹੀਂ ਹੁੰਦਾ, ਸਾਰੇ ਸੈਕਟਰਾਂ ਦਾ ਥੋੜਾ ਥੋੜਾ ਉਹਨੂੰ ਹੈ। ਉਹ ਜਿਹੀਆਂ ਗੱਲਾਂ ਉਹ ਜਾਂ ਜਿੱਧਰੋਂ ਇੱਧਰੋਂ ਹਾਰਿਆ ਦੂਏ ਪਾਸੇ ਚਲੇ ਗਿਆ, ਦੂਏ ਪਾਸੇ ਜੇ ਹਾਰ ਗਿਆ ਦੂਏ ਪਾਸੇ ਚਲਾ ਗਿਆ। ਜੇ ਦੂਏ ਕੋਲ ਗਿਆਨ ਨਹੀਂ ਹੈ ਤਾਂ ਉਹ ਹਾਰ ਗਿਆ। ਇਹ ਜਿਹੇ ਜਿਹੜੇ ਕਰਦੇ ਹੁੰਦੇ ਤੇ ਨਾ, ਇਹ ਸ਼ਾਸਤਰਾਰਥ ਕਰਦੇ ਤੇ ਇਹ ਪੰਡਤ ਲੋਕ, ਗਿਆਨ ਚਰਚਾ ਇਹੋ ਜਿਹੇ ਕਿਸਮ ਦੀ ਵੀ ਹੁੰਦੀ ਸੀ ਸ਼ਾਸਤਰਾਂ ਚੋਂ। ਮੰਡਲਾਕਾਰ ਧਨੁਖਾਲੀ, ਹਾਂ ਮੰਡਲਾਕਾਰ ਧਨੁਖਾਲੀ, ਉਹ ਇੱਕ ਤੁਕ ਦੇ 20 ਅਰਥ ਕਰ ਦੇਣੇ ਹੋਈ। ਉਹ ਜਿਹੜੇ ਇੱਕ ਪੰਕਤੀ ਦੇ 20 ਅਰਥ ਕਰਦੇ ਮੰਡਲਾਕਾਰ ਧਨੁਖਾਲੀ ਦੇ ਵਿਦਵਾਨ, ਗ੍ਰੰਥ ਪੜ੍ਹੇ ਹੋਏ ਨੇ ਜ਼ਿਆਦਾ। ਆਪਾਂ ਵਿਰੋਧੀ ਗੱਲਾਂ ਨੇ, ਕਦੇ ਕਿਤੋਂ ਗੱਲ ਕਰਦੀ, ਕਦੇ ਕਿਤੋਂ ਕਰਤੀ। ਅਜੇ ਵਿਦਵਾਨ ਨੇ, ਉਹ ਕਹਿੰਦਾ ਉਹ ਫਲਾਣੇ ਕਿਤਾਬ ਜਾ ਲਿਖਿਆ, ਉਹ ਕਹਿੰਦਾ ਫਲਾਣੇ ਕਿਤਾਬ ਜਾ ਲਿਖਿਆ ਹੈ। ਰਿਜ਼ਲਟ ਕੀ ਨਿਕਲਦਾ? ਕੁਝ ਵੀ ਨਹੀਂ। ਰਿਜ਼ਲਟ ਕਿਸੇ ਦਾ ਵੀ ਕੁਝ ਨਹੀਂ ਨਿਕਲਦਾ ਇਹਨਾਂ ਦਾ। ਇਹ ਵਿਦਵਾਨ ਹੁੰਦੇ ਨੇ ਇਹ ਜੀ। ਇਹ ਵਿਧੀ ਅਨਰਥ ਸਮਰੱਥ ਰਣ ਜੇ ਦਿਨ ਤੁਰੰਗ ਮਟਕ ਹੈ। ਇਹ ਅਨਰਥ ਕਰਦੇ ਨੇ ਲੋਕ, ਅਰਥਾਂ ਦੇ 20 ਅਰਥ ਕਰਨ ਵਾਲੇ। ਇਹ ਵਿਧੀ ਅਨਰਥ ਸਮਰੱਥ, ਅਨਰਥ ਸਮਰੱਥ ਹੈ ਉਹ ਇੱਕ ਪੰਕਤੀ ਦੇ 20 ਅਰਥ ਕਰਦਾ ਰਿਹਾ ਉਹ ਗੁਰਬਚਨ ਸਿੰਘ। ਇਸੇ ਗੱਲ ਦੀ ਉਹ ਸਮਝਦਾ ਸੀ, ਮੈਂ ਬੜਾ ਵਡਿਆਈ ਮੰਨਦਾ ਸੀ। ਫਿਰ ਸੱਚ ਕੀ ਹੋਇਆ? ਸੱਚ ਤਾਂ ਰੋਲਤਾ, ਤਾਂ ਸੱਚ ਦਾ ਰੋਲਤਾ। ਠੀਕ ਅਰਥ ਕਿਹੜੇ ਹੋਏ ਇਹ ਦੱਸ? ਅਨਰਥ ਕਰਨ ਵਾਲੇ ਇਹ ਕਰਦੇ ਨੇ। ਅਨਰਥ ਕਰ, ਦੇਖੋ ਅਨਰਥ ਦਾ ਮਤਲਬ ਹੈ ਪਾਪ, ਮਹਾਪਾਪ ਅਨਰਥ ਹੁੰਦਾ। ਇਹ ਮਹਾਪਾਪੀ ਨੇ ਲੋਕ ਅਨਰਥ ਕਰਨ ਵਾਲੇ। ਅਰਥਾਂ ਦੇ ਅਨਰਥ ਕਰਨੇ ਮਹਾਪਾਪ ਹੈ। ਜਿਨ੍ਹਾਂ ਨੇ ਅਰਥਾਂ ਦੇ ਅਨਰਥ ਕਰਕੇ ਵੇਦਾਂ ਦੇ ਸਿਮਰਤ ਸ਼ਾਸਤਰ ਬਣਾਏ ਨੇ, ਕੀ
वो अनर्थ लफ्ज ਜਿਹੜਾ ਆਇਆ ਹੋਇਆ ਅਰਥਾਂ ਤੋਂ ਦੂਏ ਕਰਨੇ ਅਨਰਥ ਬਾਹ ਪਾਪ ਵਾਸਤੇ ਵੀ ਆਇਆ ਹੋਇਆ ਅਨਰਥ ਹਾਂ ਅਨਰਥ ਕਰਕੇ ਜੀ ਤੋਂ ਵੱਡਾ ਪਾਪ ਕੋਈ ਨਹੀਂ ਉਹਨੂੰ ਅਨਰਥ ਕਹਿੰਦੇ ਨੇ ਇਹ ਤੋਂ ਵੱਡਾ ਪਾਪ ਕੋਈ ਨਹੀਂ ਹੈ ਆ ਜਿਹੜੇ ਅਨਰਥਾਂ ਦੇ ਹੁਣ ਸਾਈਡ ਲੈ ਰਹੇ ਨੇ ਨਾ ਅਨਰਥ ਕੀਤੇ ਹੋਏ ਮਿਸ਼ਨਰੀ ਆ ਹੋਰ ਟਕਸਾਲ ਵਾਲੇ ਇਹਨਾਂ ਤੋਂ ਵੱਡਾ ਪਾਪੀ ਨਹੀਂ ਕੋਈ ਹੈ ਅਨਰਥ ਜਿਹੜੇ ਅਰਥ ਨਹੀਂ ਹਨ ਬਣਦੇ ਉਹ ਅਰਥਾਂ ਤੇ ਵਿਜਿਤ ਹੋਣਾ ਅਨਰਥ ਹੈ ਉਹਨੂੰ ਕਹਿੰਦੇ ਅਨਰਥ ਮਹਾਪਾਪ ਹੈ ਵੀ ਸੱਚ ਦਾ ਗਿਆਨ ਨਾ ਹੋ ਜਾਵੇ ਪਬਲਿਕ ਨੂੰ ਜੇ ਸੱਚ ਦਾ ਗਿਆਨ ਨਾ ਹੋਵੇ ਡੁੱਬ ਜਾਣ ਮਰ ਜਾਣ ਜੰਮਣ ਮਰਨ ਤੋਂ ਛੁੱਟਣ ਨਾ ਤੇ ਡੁੱਬ ਇਹ ਤੋਂ ਵੱਡਾ ਪਾਪ ਕੀ ਹੈ ਉਹ ਜਿਹੜਾ ਹੈ ਨਾ ਹਿਰਨਾ ਬਾਜਾਂ ਤੇ ਸਿੱਕਦਾਰਾਂ ਇਹਨਾਂ ਪੜਿਆ ਨੌ ਫਾਹੀ ਲੱਗੀ ਜਾਤ ਫਾਹਣ ਅੱਗੇ ਨਹੀਂ ਥਾਂ ਉਹ ਨੇ ਅਨਰਥ ਵਾਲੇ ਇਹ ਉਹੀ ਨੇ ਇੱਕ ਇਹ ਕੈਟਾਗਰੀ ਵੀ ਤੇਰੇ 'ਚ ਬੈਠੀ ਹੈ ਉਹ ਵੀ ਚੁੱਪ ਕਰੇ ਹੋਏ ਨੇ ਹੁਣ ਉਹਨਾਂ ਦਾ ਪੇਸ਼ਾ ਅਨਰਥ ਕਰਨੇ ਅਨਰਥ ਕਰਨ 'ਚ ਰੋਟੀ ਖਾਂਦੇ ਨੇ ਉਹ ਸਿਰਫ ਭਰਮਾ ਕੇ ਰਣ ਜੇ ਦਿਨ ਤੁਰੰਗ ਮਟਕ ਹੈ ਉਹ ਜਿੱਦਣ ਆ ਕੇ ਰਣ ਦੇ ਵਿੱਚ ਘੋੜੇ ਮਟਕਾਏ ਉਹਨਾਂ ਨੇ ਆਪਣੇ ਆ ਦੇਖੋ ਨਾ ਇਹਨਾਂ ਦੇ ਹੀ ਸੀ ਇਹ ਅਨਰਥ ਵਾਲਿਆਂ ਦੇ ਘੋੜੇ ਕਿੰਨਾ ਚਿਰ ਚੱਲੇ ਨੇ ਟਕਸਾਲ ਕਹਿ ਕੇ ਦਮਦਮੀ ਅਨਰਥ ਸੀ ਕੋਲ ਕੁਝ ਵੀ ਨਹੀਂ ਕੋਲ ਕੀ ਅਨਰਥ ਪੰਜੇ ਪਿਆਰਿਆਂ ਦੇ ਸੀਸ ਲੈ ਕੇ ਦੂਏ ਦੇ ਦੂਏ ਨੂੰ ਲਾਏ ਲੈ ਦੱਸੋ ਕਿੱਡਾ ਬੜਾ ਝੂਠ ਇਹ ਲਿਖਤਾ ਮਾਂ ਬੜੇ ਬੜੇ ਝੂਠ ਬੋਲੇ ਅਨਰਥ ਔਰ ਕਿੰਨੇ ਮੁੰਡੇ ਬਰਬਾਦ ਤੇ ਨਿਕਲਿਆ ਕੀ ਕਿੰਨਾ ਪਾਪ ਕੀਤਾ ਹੁਣ ਕੀ ਹੈ ਕਿਹਨੇ ਪੈਦਾ ਕੀਤੇ ਸੀ ਕਿੱਥੋਂ ਚੱਲੇ ਸੀ ਨਾਲ ਕੌਣ ਜੁੜਿਆ ਕਿਸੇ ਨੇ ਕਿਹਦੇ ਨਾਲ ਸਲਾਹ ਕੀਤੀ ਸੀ ਖਾਲਿਸਤਾਨ ਦੀ ਸਲਾਹ ਕਿਹਦੇ ਨਾਲ ਕੀਤੀ ਸੀ ਸਾਰੀ ਸਿੱਖ ਸੰਗਤ ਸੀ ਸਾਰਿਆਂ ਨੂੰ ਸਲਾਹ ਕਰਦੇ ਵਰਡ 'ਚ ਅਸੀਂ ਆਹ ਕੰਮ ਕਰਨ ਲੱਗੇ ਥੋੜੀ ਵੱਧ ਕੋਈ ਕਿਉਂ ਕਰੇ ਤੁਸੀਂ ਪੰਗਾ ਲੈ ਲਓ ਇਕੱਲੇ ਪੁੱਠਾ ਪਾਗਲ ਨੇ ਦੂਏ ਤੂੰ ਜ਼ਿਆਦਾ ਅਕਲਮੰਦ ਸੀ ਕੀ ਸੀ ਸਾਰੀ ਬੈਕਗਰਾਉਂਡ ਸਭ ਨੂੰ ਪਤਾ ਹੈ ਅਸੀਂ ਜੀ ਸ਼ਹੀਦ ਹੋ ਗਏ ਉਹ ਜੀ ਸ਼ਹੀਦ ਜੀ ਫਲਾਨਾ ਜੀ ਢਿਮਕਾ ਜੀ ਤੁਸੀਂ ਕਹੀ ਜਾਓ ਜਿਹੜੇ ਨਹੀਂ ਮੰਨਦੇ ਉਹ ਨਹੀਂ ਮੰਨਦੇ ਤੁਸੀਂ ਕਿਵੇਂ ਮਨਾ ਲਓਗੇ ਧੱਕੇ ਨਾਲ ਸਮਾਂ ਆ ਗਿਆ ਹੁਣ ਅਨਰਥਾਂ ਨੂੰ ਨੰਗੇ ਕਰਨ ਦਾ ਗੁਰਬਾਣੀ ਦਾ ਖਿਲਾਫ ਹੈ ਇਹਨਾਂ ਗੱਲਾਂ ਤੇ ਜੋ ਪੜਦੇ 10 ਗ੍ਰੰਥ ਫੋਲਦਾ ਸਾਰਿਆਂ ਦੇ ਨਹੀਂ ਆਜ ਚੋਂ ਫੁੱਲਦੇ ਧੋਤੇ ਕਦੇ ਵੀ ਸਾਰੇ ਨੰਗੇ ਕਰ ਦੇਣੇ ਨੇ ਦੇਖ ਲਓ ਕੌਣ ਕਿੱਥੇ ਖੜਾ ਨਕਸ਼ਾ ਪਿਆ ਤੁਹਾਡੇ ਕੋਲ ਨਕਸ਼ਾ ਦਿੱਤਾ ਹੋਇਆ ਨਾ ਸਾਰਿਆਂ ਦਾ ਹੀ ਨਕਸ਼ਾ ਇੱਥੇ ਜਿੰਨੀਆਂ ਮੱਤਾਂ ਵਾਲੇ ਖੜੇ ਨੇ ਉਹ ਪਛਾਣ ਲਓ ਇੱਥੋਂ ਪਛਾਣੀ ਜਾਓ ਅਨਰਥ ਵਾਲਾ ਕੌਣ ਹੈ ਅਰਥ ਵਾਲਾ ਕੌਣ ਹੈ ਉਧਰ ਪਾਰਸਨਾਥ ਦਾ ਬਹਾਨਾ ਬਣਾਇਆ ਹੋਇਆ ਵਿਵੇਕ ਪੈਦਾ ਕੀਤਾ ਨਾ ਮੱਛੀ ਹੁੰਦੀ ਹੈ ਨਾ ਮੱਛੀ ਦੇ ਪੇਟ 'ਚ ਮਛਿੰਦਰ ਹੁੰਦਾ ਇਹ ਤਾਂ ਗਿਆਨ ਦੇਣਾ ਇਹ ਤਾਂ ਤਿੰਨ ਲੋਕ ਸਾਡੇ ਸਾਹਮਣੇ ਹੀ ਨੇ ਆ ਜੋ ਕੁਛ ਹੈ ਧਰਮ ਦੇ ਖੇਤਰ 'ਚ ਕਿੰਨੇ ਲੋਕ ਭੇਖ ਬਦਲ ਕੇ ਆਏ ਹੋਏ ਨੇ ਵੱਖ-ਵੱਖ ਉਹ ਭੇਸ ਆ ਰਹੇ ਨੇ ਧਰਮ ਨੇ ਇਹ ਅਲੱਗ-ਅਲੱਗ ਲੋਕਾਂ ਨੂੰ ਲੁੱਟਣ ਨੂੰ ਬੇਵਕੂਫ ਬਣਾਉਣ ਨੂੰ ਤਾਂ ਕਮਨੇ ਸਿਕਾਇਤ ਧਰਮ ਦਾ ਇੱਕ ਫੀਮ ਹੈ ਨਸ਼ਾ ਨਹੀਂ ਛੱਡ ਹੁੰਦਾ ਗੱਲ ਠੀਕ ਕਹਿੰਦੇ ਸੀ ਕਿਉਂ ਅਸਲੀ ਧਰਮ ਉਹਨਾਂ ਨੇ ਦੇਖਿਆ ਕੋਈ ਨਹੀਂ ਵਿਚਾਰਿਆਂ ਨੇ ਨਕਲੀ ਨੂੰ ਉਹ ਧਰਮ ਉਹਨਾਂ ਨੂੰ ਲੱਗਦਾ ਹੈ ਨਹੀਂ ਸੀ ਉਹ ਹੈ ਹੀ ਫੀਮ ਦੀ ਨਕਲੀ ਜਿਹੜੇ ਧਰਮ ਨੇ ਉਹਨਾਂ ਨੂੰ ਫਰਾਡ ਲੱਗਦਾ ਹੀ ਲੱਗਦਾ ਸੀ ਮੰਨਣ ਵਾਲੇ ਆਪੇ ਫੀਮ ਮਾੜੀ ਹੈ ਸਭ ਮੰਨਦੇ ਨੇ ਲੇਕਿਨ ਲੋਕ ਖਾਂਦੇ ਨੇ ਜਿਹੜਾ ਖਾਂਦਾ ਨਹੀਂ ਛੱਡ ਸਕਦਾ ਸ਼ਰਾਬ ਨੂੰ ਮਾੜਾ ਕਹਿੰਦੇ ਨੇ ਜਿਹੜਾ ਪੀਂਦਾ ਨਹੀਂ ਹਟ ਸਕਦਾ ਡਾਕਟਰ ਖੁਦ ਨਸ਼ੇ ਦਿੰਦੇ ਨੇ ਕਈ ਵਾਰ ਨਸ਼ੇ ਹੀ ਸਾਨੂੰ ਸਾਡਾ ਜੀਵਨ ਰੱਖਿਆ ਕਰਦੇ ਨੇ ਇਸ ਕਰਕੇ ਉਹ ਕਹਿੰਦੇ ਵੀ ਇਹ ਨਸ਼ਿਆਂ ਦੇ ਸਿਰ ਤੇ ਧਰਮ ਦੇ ਸਿਰ ਤੇ ਲੋਕ ਜੀਵਨ ਜਿਉਂਦੇ ਨੇ ਅਸੀਂ ਧਾਰਮਿਕ ਹਾਂ ਮੰਨਦੇ ਨੇ ਧਾਰਮਿਕ ਹੈ ਨਹੀਂ ਇਹਨਾਂ ਦਾ ਜੀ ਲੱਗਿਆ ਰਹਿੰਦਾ ਵੀ ਅਸੀਂ ਧਾਰਮਿਕ ਆ ਚਲੋ ਕੋਈ ਨਾ ਕੁਛ ਅਸੀਂ ਕਰੀ ਜਾਂਦੇ ਹਾਂ ਸਾਡਾ ਜੀਵਨ ਸਫਲਾ ਹੋ ਰਿਹਾ ਉਹ ਤਾਂ ਕਹਿੰਦੇ ਸੀ ਉਹ ਆਪਣੀ ਜਗ੍ਹਾ ਠੀਕ ਕਹਿੰਦੇ ਸੀ
ਇਹਨਾਂ ਧਰਮਾਂ ਸਾਰਿਆਂ ਤੇ ਬੈਨ ਲੱਗਣਾ ਚਾਹੀਦਾ, ਬੈਨ ਲੱਗ ਜਾਣਾ ਚਾਹੀਦਾ। ਜੇ ਬੈਨ ਲੱਗ ਜਾਵੇ ਇੱਕ ਧਰਮ ਬਣ ਜਾਵੇ ਆਪੇ, ਜਿਹੜਾ ਇਹਨਾਂ ਦੇ ਸਾਰਿਆਂ ਦੇ ਬੈਨ ਲਾਉਂਦਾ ਇੱਕ ਹੈ ਉਹੀ ਠੀਕ ਹੈ। ਜਿਹੜਾ ਧਰਮਾਂ ਦੇ ਵਿੱਚ ਜਿਹੜੀ ਗੱਲ ਕਹੀ ਹੋਈ ਹੈ, ਜਿਹੜੀ ਚੀਜ਼ ਦੀਦੀ ਨਹੀਂ ਸੱਚ ਆ ਉਹਨੂੰ ਗਾਹਾਂ ਲਿਆਓ, ਪੂਰੇ ਸੱਚ ਨੂੰ ਰੜਕਣ ਲੱਗ ਜਾਓ ਆਪੇ ਰਹਿ ਜੂ ਉਹੀ। ਜਿਹੜਾ ਸੱਚ ਨੂੰ, ਜਿਹੜਾ ਧਰਮ ਸੱਚ ਹੋ ਜਾਊਗਾ ਉਹ ਧਰਮ ਮੰਨ ਲਓ, ਜਿੱਥੋਂ ਹੋਊਗਾ ਨਿਕਲਿਆ ਆਊਗਾ ਆਪੇ। ਜਦ ਦਹੀਂ ਨੂੰ ਰੜਕੋਗੇ ਮੱਖਣ ਆਪੇ ਨਿਕਲਿਆ ਹੁਣ, ਵਰਡ ਲੈਵਲ ਤੇ ਰੜਕਣ ਲੱਗ ਜਾਣ, ਸਾਰੀਆਂ ਮੱਤਾਂ ਪਾਲਣ ਵਿੱਚ, ਸਾਰਿਆਂ ਦੇ ਵਿੱਚੋਂ ਜੋ ਜੋ ਮੱਖਣ ਹੋਊ ਥੋੜ੍ਹਾ ਥੋੜ੍ਹਾ ਨਿਕਲਿਆ ਆਊਗਾ। ਕੋਈ ਆਪਣਾ ਆਪਣਾ ਦੁੱਧ ਸਾਰਾ ਹੀ ਪਾ ਦੇਣਾ, ਸਾਰਿਆਂ 'ਚ ਜੋ ਨਿਕਲੂਗਾ ਮੂਹਰੇ ਆ ਜਾਊਗਾ। ਇੱਕੋ ਭਾਂਡੇ ਸਾਰਾ ਹੀ ਦੁੱਧ ਪਾ ਦੇਣ ਲਿਆ ਕੇ, ਬਾਕੀ ਜਿਹੜਾ ਲੱਸੀ ਥੱਲੇ ਰਹਿ ਜੂਗੀ, ਛਿੱਡੀਆਂ ਵੀ ਰਹਿ ਜਾਣਗੀਆਂ, ਮੱਖਣ ਉੱਤੇ ਆ ਜਾਊਗਾ। ਜੋ ਉੱਤੇ ਆ ਜਾਊ ਉਹ ਸੱਚ ਹੈ ਸਾਰਿਆਂ ਦੇ। ਬਿਨ ਇੱਕ ਧੀਰ ਸੁਨ ਵੀਰਵਾਰ, ਸੋ ਦੂਸਰ ਕੌਣ ਹਟਕਾ ਹੈ। ਬਹੁਤੇ ਧੀਰੇ ਖੜੂਗੀ, ਧੀਰ ਜੇ ਖੜੂਗਾ। ਉਹ ਕਹਿੰਦਾ ਕੋਈ ਨਹੀਂ ਕਰ ਲੈਣ ਦਾ ਇਹਨਾਂ ਨੂੰ। ਅਰਥਾਂ ਦੇ ਅਨਰਥ 50 ਸਾਲ ਪਹਿਲਾਂ ਦਾ ਕਰਦਾ ਸੀ ਉਹ, 50 ਸਾਲ ਪਹਿਲਾਂ ਦਾ ਅਨਰਥ ਕਰ ਰਿਹਾ ਸੀ ਉਹ ਬੰਦਾ। ਬਥੇਰਾ ਨੂੰ ਹਟਾਇਆ, ਸਮਝਾਇਆ ਵੀ ਨਾ ਕਰ, ਇਹ ਨਹੀਂ ਮੰਨਿਆ। ਤਾਂ ਹੀ ਸੰਤਾਂ ਸੋ ਕਹਿੰਦਾ ਵੀ ਇਹਦੇ ਸੰਗਲ ਲਾ ਲਓ। ਗੁਰਬਚਨ ਸਿੰਘ ਦੇ ਗੁਰਬਚਨ ਸਿੰਘ ਦੇ ਜੈਦਾਰ ਕਹਿੰਦੇ ਆਪਾਂ ਸਿਆਪਾ ਨਹੀਂ ਛੇੜਨਾ, ਅਕਾਲੀ ਆਪਣੇ ਖਿਲਾਫ ਨੇ, ਆਪਾਂ ਨੂੰ ਲੜਾ ਦੇਣਗੇ। ਅਕਾਲੀਆਂ ਦੀ ਉਂਗਲ ਹੈ ਇਹਨੂੰ ਲੱਗੀ ਹੋਈ, ਪਹਿਲਾਂ ਉਹਨਾਂ ਦੀ ਉਂਗਲ ਸੀ। ਇਹਨਾਂ ਨੇ ਬਹੁਤ ਕੁਛ ਕੀਤਾ ਅਕਾਲੀਆਂ ਨੇ, ਕਿਵੇਂ ਇਹਨੇ ਅੰਗਾ ਸਿੰਘਾਂ ਨੂੰ ਕਮਜ਼ੋਰ ਕਰਕੇ ਇਹ ਜਿਹੜੀ ਗੁਰੂ ਦੀ ਨਿਸ਼ਾਨੀ ਹੈ ਨਾ ਫੌਜ, ਇਹਨੂੰ ਖਤਮ ਕਿਵੇਂ ਕਰਨਾ ਸੀ। ਆਪਣੇ ਜਹੇਦਾਰ ਫਿਰ ਬਣਾਤੇ, ਉਹ ਪ੍ਰੋਪੋਗੰਡਾ ਕਰਤਾ, ਇਹ ਕਰਤਾ, ਉਹ ਕਰਤਾ। ਉਹ ਕਹਿੰਦੇ ਤੁਸੀਂ ਚੁੱਪ ਕਰ ਰਹੋ, ਜੇ ਤਾਂ ਤੁਹਾਨੂੰ ਵਿਸ਼ਵਾਸ ਹੈ ਪੰਥ ਚਲੇ ਤਬ ਜਗਤ में जब तब करो सहाय, हाँ पंथ चले तब जब तुम करो सहाय। फिर ਤਾਂ ਇਹਨਾਂ ਦਾ ਨਹੀਂ ਕੱਖ ਵਿਗੜਦਾ, ਇਹਨਾਂ ਦਾ ਕੱਖ ਰਹਿਣਾ ਨਹੀਂ, ਪੰਥ ਦਾ ਕੱਖ ਵਿਗੜਨਾ ਨਹੀਂ। ਤੁਸੀਂ ਚੁੱਪ ਕਰਕੇ ਚਲੇ, ਤੁਸੀਂ ਕੀ ਲੈਣਾ। ਇਹ ਗੁਰੂ ਨਾਲੇ ਆਡਾ ਲਾ ਲਿਆ, ਆਪੇ ਮਰ ਜਾਣਗੇ, ਛੱਡੋ ਪਰੇ। ਜਿਨ੍ਹਾਂ ਦੇ ਅੰਦਰ ਗੁਰੂ ਤੋਂ ਖਿਲਾਫ ਹੈ, ਅੱਗ ਦੁਖਦੀ ਹੈ ਵੀ ਗੁਰੂ ਨੇ ਜੋ ਬਣਾਈ ਹੈ ਇਹ ਅਸੀਂ ਰਹਿਣ ਨਹੀਂ ਦੇਣਾ। ਤੇ ਗੁਰੂ ਤੋਂ ਖਿਲਾਫ ਨੇ, ਤੁਹਾਡੇ ਕੀ ਖਿਲਾਫ ਨੇ, ਤੁਸੀਂ ਕੀ ਲੈਣਾ। ਤੁਸੀਂ ਆਪਣੇ ਵਾਰੂ ਕਰਦੇ ਚਲੇ ਚਲੋ। ਸੰਗਤ ਦੇਖ ਰਹੀ ਹੈ, ਹਾਂ ਜੇ ਤੁਸੀਂ ਆਪਣੇ 'ਚ ਕੋਈ ਕਮੀ ਨਾ ਆਉਣ ਦਿਓ, ਆਪਣੇ ਆਪ ਨੂੰ ਬਚਾ ਕੇ ਰੱਖੋ। ਕਮੀ ਦੂਏ ਦੀ ਨਹੀਂ ਦੇਖੀ ਦੀ ਹੁੰਦੀ, ਆਪਣੀ ਦੇਖੀ ਦੀ। ਸਾਡੇ ਘਰ ਕਮੀ ਨਾ ਬੜੇ ਕੋਈ, ਬਸ ਇੰਨੀ ਗੱਲ ਬਹੁਤ ਹੈ। ਤੁਸੀਂ ਗੁਰੂ ਨਾਲ ਜੁੜੇ ਰਹੋ, ਆਪੇ ਗੁਰੂ ਨੇ ਕਰ ਲੈਣੀ ਹੈ ਰਕਸ਼ਾ, ਆਪੇ ਉਹਨੇ ਚਾਬੀ ਦੇ ਦੇਣੀ ਹੈ ਕਿਸੇ ਨੂੰ, ਆਪੇ ਸਭ ਕੁਛ ਆਜੂ, ਸੋਝੀ ਸਾਜੀ ਸਭ ਆ ਜਾਂਦੀ ਹੁੰਦੀ ਹੈ। ਜਦ ਉਹਦੀ ਮਰਜ਼ੀ ਹੁੰਦੀ ਹੈ ਸਭ ਕੁਛ ਹੋ ਜਾਂਦਾ, ਸਾਰੇ ਇੰਤਜ਼ਾਮ ਹੋ ਜਾਣਗੇ। ਉਹ ਜਿਹੜੇ ਸਿਆਣੇ ਸੀ ਉਹ ਪਾਸੇ ਹੋ ਗਏ। ਤੁਸੀਂ ਗੁਰਬਾਣੀ ਦੇ ਲੜ ਲੱਗੋ, ਗੁਰਬਾਣੀ 'ਚੋਂ ਖੋਜ ਕਰੋ ਕੁਛ, ਆਪੇ ਗੁਰੂ ਨਾਲ ਹੈ, ਗੁਰਬਾਣੀ ਉਹ ਗੁਰੂ ਹੈ। ਜੇ ਨਾਲ ਹੈ ਅੰਗ ਸੰਗ, ਆਪੇ ਮਸਲੇ ਹੱਲ ਹੋ ਜਾਣਗੇ। ਛਪੈ ਛੰਦ ਪੀਤ ਬਸਤਰ ਤਨ ਧਰੇ, ਤੁਝਾ ਪੀਰੀ ਰਥ ਧਾਰੇ। ਇੱਕ ਪੀਲੇ ਵਸਤਰਾਂ ਵਾਲੇ ਹੁੰਦੇ ਨੇ, ਇਹ ਕ੍ਰਿਸ਼ਨ ਭਗਤ ਨੇ। ਉਹ ਜਿਹੜਾ ਸੀ ਨਾ ਆਪਣੇ ਇਹਦਾ ਪੀਤਾਂਬਰ ਵਾਕੇ ਹਿਰਦੇ ਵਸੈ, ਇਹ ਉਹਦੀ ਗੱਲ ਹੈ। ਉਹ ਪੀਲੇ ਵਸਤਰ ਧਾਰਨ ਦਾ, ਪੀਤਾਂਬਰ ਦਾ ਅਰਥ ਤਾਂ ਇਹ ਹੈ ਅੰਬਰ ਪੀਤਾ ਹੈ ਜਿਹਦਾ, ਪਰ ਉਹ ਪੀਤਾਂਬਰ ਦੇ ਅਰਥਾਂ ਦੇ ਅਨਰਥ ਜੋ ਕੀਤੇ ਨੇ ਨਾ, ਜਿਹਨਾਂ ਨੇ ਅਰਥ ਕਰੇ ਬਾਹਰਲੇ ਪੀਲੇ ਕੱਪੜੇ ਕਰ ਲੈ। ਹਾਂ, ਪੀਤ ਬਸਤਰ ਤਨ ਧਰੇ, ਉਹ ਪੀਲੇ ਵਸਤਰ ਸਰੀਰ ਤੇ ਪਾਉਣ ਲੱਗੇ। ਕਿਸੇ ਨਾ ਕਿਸੇ ਤਰੀਕੇ ਨਾਲ ਖਾਲਸੇ ਦੇ ਵੀ ਪੀਲੇ ਹੀ ਵਸਤਰ ਨੇ, ਪੀਲੇ ਨਹੀਂ, ਇਹ ਥੋੜੇ ਜਿਹੇ ਸਾਡੇ ਕੇਸਰੀ ਨੇ, ਕੇਸਰ ਵਰਗੇ। ਉਹਨਾਂ ਦੇ ਸਰੋਂ ਦੇ ਫੁੱਲ ਵਰਗੇ ਹੁੰਦੇ ਨੇ। ਸਰੋਂ ਦਾ ਫੁੱਲ ਹੁੰਦਾ ਨਾ ਪੀਲਾ, ਪੀਲਾ ਉਹ ਵੀ ਹੁੰਦਾ ਹੈ। ਉਹ ਪੀਲੇ 'ਚ ਹਰਿਆਈ ਹੁੰਦੀ ਹੈ, ਸਾਡੇ ਪੀਲੇ ਦੇ ਵਿੱਚ ਲਾਲੀ ਹੈ। ਇਹ ਪੀਲੇ 'ਚ ਲਾਲੀ ਹੈ, ਕੇਸਰੀ 'ਚ, ਉਹ 'ਚ ਪੀਲੇ 'ਚ ਹਰਿਆਈ ਹੈ। ਉਹ ਤਾਂ ਹਰਿਆਈ ਝਲਕਦੀ ਹੈ ਪੀਲੇ 'ਚ। ਉਹ ਕ੍ਰਿਸ਼ਨ ਭਗਤ ਨੇ ਸਾਰੇ। ਕ੍ਰਿਸ਼ਨ ਗੀਤਾ ਦੀ ਗੱਲ ਤਾਂ ਕਰਦਾ ਹੈ, ਪੁੰਨ ਪਾਪ ਤੋਂ ਤਾਂ ਖਿਲਾਫ ਹੈਗਾ ਖੜਾ, ਪਰ ਮੈਂ ਹੈਗੀ ਹੈ ਮੁਸਲਮਾਨਾਂ ਵਾਲੀ ਉੱਥੇ
मैं ਇਹਦੇ ਵਾਲੀ ਉਹ ਖੜੀ ਹੈ ਪਾਰਸਨਾਥ ਵਾਲੀ। ਤੁਜਾ ਪੀਅਰੀ ਰਥ ਧਾਰੇ, ਤੁਜਾ ਪੀਅਰੀ ਰਥ ਧਾਰੇ, ਹੈ ਤਾਂ ਨੇੜੇ ਗੁਰਮਤਿ ਤੋਂ, ਪਰ ਹੈ ਜੋ ਥੱਲੇ ਖੜਾ। ਮੈਂ ਕਹਿੰਦਾ ਨਾ ਤੂੰ ਦੀ ਜਗ੍ਹਾ ਮੈਂ ਤੇ ਆ ਗਿਆ। ਪੀਤ ਧਨਕ ਕਰ ਸੋਭਮਾਨ, ਰਤ ਪਤ ਕੋ ਟਾਰੇ। ਬਸ ਉਹ ਪੀੜਾ ਹੀ ਪ੍ਰਚਾਰ ਹੈ ਉਹਨਾਂ ਦਾ, ਪੀੜੇ ਹੀ ਤੀਰ ਨੇ, ਪੀੜਾ ਪ੍ਰਚਾਰ ਹੈ। ਧਨਕ ਔਰ ਤੀਰ ਪ੍ਰਚਾਰ ਹੀ ਹੁੰਦਾ। ਧਨਕ ਔਰ ਤੀਰ ਪ੍ਰਚਾਰ ਨੂੰ ਕਹਿੰਦੇ ਨੇ। ਰਤ ਪਤ ਕੋ ਟਾਰੇ, ਹਾਂ ਰਤ ਪਤ ਕੋ ਟਾਰੇ, ਹਾਂ ਰਥ ਹੈ, ਰਤ ਪਤ ਕੋ ਟਾਰੇ। ਅੱਛਾ, ਰਤ ਪਤ ਕੋ ਟਾਰੇ। ਜਿਹੜੀ ਉਹ ਲਾਲ ਰੰਗ ਹੈ ਨਾ, ਲਾਲ ਰੰਗ, ਇਹ ਰੱਤਾ ਰੰਗ, ਇਹਦਾ ਦੇਵੀ ਦੇ ਮੰਨਣ ਵਾਲੇ ਨੇ, ਹਾਂ ਉਹ ਤੋਂ ਖਿਲਾਫ ਹੈ। ਉਹ ਪੁੰਨ ਪਾਪ ਤੋਂ ਖਿਲਾਫ ਹੈ। ਉਹ ਜਿਹੜੇ ਪੁੰਨ ਪਾਪ ਵਾਲੇ ਨਾ, ਰਤ ਨੂੰ ਕਹਿੰਦੇ ਨੇ, ਜਾਮਾ ਹੋਏ ਪਲੀਤ ਕਹਿੰਦੇ ਨਹੀਂ। ਜਿੱਥੇ ਤੁਸੀਂ ਖੂਨ ਕਰਦੇ ਹੋ ਜਾਂ ਕਿਸੇ ਨੂੰ, ਉਹਨੂੰ ਪਾਪ ਮੰਨਦੇ ਨੇ ਨਾ। ਰਤ ਔਰ ਪੱਤ ਇਹ ਦੋਹਾਂ ਨੂੰ ਨਹੀਂ, ਉਹ ਪੁੰਨ ਪਾਪ ਨੂੰ ਨਹੀਂ ਮੰਨਦਾ। ਰਤ ਪਤ ਕੋ ਟਾਰੇ, ਹਾਂ ਪੁੰਨ ਪਾਪ ਨੂੰ ਨਹੀਂ ਮੰਨਦਾ, ਪਰੇ ਕਰਦਾ ਪੁੰਨ ਪਾਪ ਨੂੰ। ਹਾਂ ਜੀਵ ਹੱਤਿਆ ਨਹੀਂ। ਪੀਤ ਵਰਨ ਸਾਰਥੀ, ਪੀਤ ਵਰਨ ਰਥ ਬਾਜੀ। ਪੀਤ ਬਰਨ ਤਾਂ ਅਸਲ ਪੀਤੰਬਰ ਸੀ, ਉਹਦਾ ਬਰਨ ਇਹੀ ਹੈ। ਅੰਬਰ ਪੀਤਾ ਹੈ ਜਿਹਦਾ ਜੋਤ ਹੈ। ਅਸਲ 'ਚ ਬ੍ਰਹਮ ਜਿਹੜਾ ਹੈਗਾ, ਬ੍ਰਹਮ ਪੀਤੰਬਰ ਹੈ। ਬ੍ਰਹਮ ਦਾ ਅੰਬਰੇ ਪੀਤਾ ਹੁੰਦਾ, ਕੱਲਾ ਅੰਬਰੇ ਉਹਦੀ ਦੇ, ਜੋਤ ਦੀ ਦੇ ਅੰਬਰੇ ਹੁੰਦੀ ਹੈ। ਜਿਹੜਾ ਬ੍ਰਹਮ ਗਿਆਨੀ ਕਾ ਮਨ ਪ੍ਰਕਾਸ਼ ਐਸੇ ਧਾਰੂ ਪਰ ਆਕਾਸ਼ ਹੈ ਪੀਤਾ ਉਹਨੇ, ਹੋਰ ਵਧਿਆ ਅੰਬਰੇ ਪੀਤਾ ਹੋਇਆ। ਹੋਰ ਕੀ ਹੈ ਉਹਦੇ ਕੋਲ? ਇੱਕ ਤੱਤ ਹੈ ਉਹ ਅੰਬਰ, ਆਪ ਪਰਮ ਤੱਤ ਹੈ, ਉਹਨੂੰ ਪੀਤਾੰਬਰ ਕਹਿੰਦੇ ਨੇ। ਪੀਤ ਵਰਨ ਕੋ ਮਹਾਨ, ਪੀਤ ਵਰਨ ਹੈ ਨਾ ਫਿਰ ਇਹ ਸਰੀਰ ਕੀ ਹੈ? ਪੀਤ ਵਰਨ ਜੋ ਪੀਤਾ ਹੋਇਆ ਉਹੀ ਸਰੀਰ ਹੈ, ਆਕਾਸ਼ ਹੈ। ਸੁਣ ਗੱਲਾਂ ਆਕਾਸ਼ ਕੀ। ਕੀਟ ਜਿਹੜਾ ਸਰੀਰ ਦੇ ਧਾਰੀ ਹੈ, ਇਹ ਆਕਾਸ਼ ਕੀ ਗੱਲਾਂ ਨੇ। ਅੰਤਰਾਤਮਾ ਦੀ ਆਵਾਜ਼ ਜਿਹੜੀ ਹੈ ਆਕਾਸ਼ ਕੀ ਹੈ, ਉਹ ਆਕਾਸ਼ ਵਰਨ ਹੈ ਉਹਦਾ। ਪੀਤ ਵਰਨ ਆਕਾਸ਼ ਵਰਨ। ਖੇਤ ਚੜ੍ਹ ਇਹਨਾਂ ਨੇ ਜੋ ਪੀਤਾ ਹੋਇਆ ਉਹੀ ਵਰਨ। ਪੀਤਾ ਹੋਇਆ ਕੀ ਹੈ? ਅੰਬਰ ਪੀਤਾ ਹੋਇਆ ਉਹੀ ਉਹਦਾ ਸਰੀਰ ਹੈ, ਵਰਨ। ਇਹ ਗੱਲ ਇੱਥੇ ਅਰਥ ਇਹ ਨੇ ਆਪਣੇ ਕੋਲ। ਖੇਤ ਚੜ੍ਹ, ਉਹ ਜੋ ਮਰਜੀ ਕਹੀ ਜਾਣ, ਪੀਲੇ ਕਹੀ ਜਾਣ, ਪੀਤ ਵਰਨ। ਪੀਤ ਵਰਨ ਕੋ ਬਾਣ, ਖੇਤ ਚੜ ਗਰਜਤ ਗਾਜੀ। ਖੇਤ ਚੜ, ਜੇ ਭਲਾ ਇੰਨਾ ਵੀ ਗਿਆਨ ਹੋਵੇ ਵੀ ਜਿਹੜਾ ਆਤਮਾ ਹੈ ਉਹ ਅੰਬਰੇ ਪੀਤਾ ਹੁੰਦਾ, ਉਹ ਤਾਂ ਕੋਈ ਉਹਨੂੰ ਨੌਲੇਜ ਹੋਵੇ ਇਸ ਗੱਲ ਦੀ। ਹਾਂ, ਖੇਤ ਚੜ ਗਰਜਤ ਗਾਜੀ, ਖੇਤ ਚੜ ਗਰਜਤ ਗਾਜੀ, ਪਰ ਮੁੱਖ ਗਿਆਨੀ ਹੋਵੇ। ਮੁੱਖ ਗਿਆਨੀ ਵੀ ਤਾਂ ਹੋ ਸਕਦਾ। ਹੁਣ ਕਹਿੰਦੇ ਨੇ ਆਤਮਾ ਮਰਦੀ ਨਹੀਂ, ਆਤਮਾ ਮਰਦੀ ਨਹੀਂ, ਸਾਰੇ ਰੌਲਾ ਪਾਉਂਦੇ ਨੇ ਆਤਮਾ ਅਮਰ ਹੈ, ਮੈਂ ਆਤਮਾ ਹੂੰ। ਉਹ ਨਹੀਂ ਕਹਿੰਦੇ ਬ੍ਰਹਮ ਕੁਮਾਰੀਆਂ, ਉਹ ਵੀ ਤਾਂ ਰੌਲਾ ਪਾਉਂਦੀਆਂ ਨੇ। ਆਤਮਾ ਦੀ ਗੱਲ ਹੈ, ਮੂਰਤੀ ਹੈ ਨਹੀਂ। ਜੇ ਮੂਰਤੀ ਪੂਜਾ ਨਹੀਂ ਹੈਗੇ, ਉਹ ਬਾਈ ਧਾਰੀਆਂ ਵਾਂਗੂ ਨਹੀਂ ਹੈਗੇ, ਉਹ ਆਤਮਾ ਦੀ ਗੱਲ ਕਰਦੇ ਨੇ। ਕ੍ਰਿਸ਼ਨ ਦੀ ਤਾਂ ਉਹ ਵੀ ਮੂਰਤੀ ਬਣਾਈ ਬੈਠੇ ਨੇ। ਫਿਰ ਕ੍ਰਿਸ਼ਨ ਦੀ ਰਾਧਾ ਦੀ, ਆਖਿਰ ਉਹਨਾਂ ਨੇ ਵੀ ਮੂਰਤੀ ਬਣਾ ਲਈ। ਰਾਮਚੰਦਰ ਦੇ ਖਿਲਾਫ ਨੇ ਉਹ ਮੂਰਤੀ ਬਣਾਉਣ ਦੇ। ਅਸਲ 'ਚ ਪਹਿਲਾਂ ਮੂਰਤੀ ਪੂਜਾ ਦੇ ਖਿਲਾਫ ਸੀ ਉਹ, ਬਾਅਦ 'ਚ ਆ ਕੇ ਆਪਣੀ ਵੀ ਮੂਰਤੀ ਬਣਾ ਲਈ। ਇਹ ਬਾਅਦ ਵਾਲਿਆਂ ਨੇ ਬਣਾਈ ਹੈ। ਕ੍ਰਿਸ਼ਨ ਨਹੀਂ ਮੂਰਤੀ ਦੇ ਹੱਕ 'ਚ ਹੈਗਾ ਕਿ ਬ੍ਰਾਹਮਣ ਮੂਰਤੀ ਪੂਜਾ ਤਾਂ ਕਰਦਾ, ਉਹ ਬ੍ਰਾਹਮਣ ਦੇ ਖਿਲਾਫ ਹੈ, ਪੁੰਨ ਪਾਪ ਨੂੰ ਮੰਨਦਾ ਹੈ ਨਹੀਂ। ਇਹ ਬਾਅਦ 'ਚ ਸਾਰਿਆਂ ਦੀਆਂ ਮੂਰਤੀਆਂ ਬਣਾਤੀਆਂ। ਹੁਣ ਤਾਂ ਨਾਮਦੇਵ ਦੀ ਵੀ ਬਣਾਤੀ ਇਹਨਾਂ ਨੇ ਮੂਰਤੀ, ਉਹਦੇ ਬਾਅਦ ਸਾਰਿਆਂ ਦੀਆਂ ਬਣਾਤੀ। ਰਵਿਦਾਸ ਦੀ ਵੀ ਬਣਾਤੀ, ਕਬੀਰ ਦੀ ਵੀ ਬਣਾਤੀ, ਨਾਨਕ ਦੀ ਵੀ ਬਣਾਤੀ, ਸਾਰਿਆਂ ਦੀਆਂ ਬਣਾਤੀਆਂ। ਨਾਨਕ ਦੀ ਕੀ ਬਣਾਤੀ ਉਹਨਾਂ ਨੇ? ਬਾਬਾ ਦੀਪ ਸਿੰਘ ਦੀ ਬਣਾਤੀ ਇਹਨਾਂ ਨੇ। ਮੂਰਤੀ ਵੀ ਉੱਥੇ ਬਣਾਈ, ਉਹ ਅੰਮ੍ਰਿਤਸਰ ਹੋਰ ਕੀ ਬਣਾਇਆ? ਇਹ ਭਾਂਤ ਬੈਰ ਸੂਰਾ ਨਿਰਪਤ, ਜੇ ਦਿਨ ਗਰਜ ਦਲ ਗਾਹੇ ਹੈ। ਇਸ ਤਰੀਕੇ ਨਾਲ ਇਹ ਭਾਂਤ ਬੈਰ ਸੂਰਾ ਨਿਰਪਤ, ਇਹ ਵੀ ਬੈਰ ਹੈ।
ये भी तेरा विरोध करूगा, तेरा सीधा विरोध करूगा है। 6 दिन गर्ज दल गाहे है। हाँ, क्योंकि ये को ज्ञान है, गर्ज दल गाहे है। असल च ਜਿਹੜਾ ਕਹਿੰਦਾ ਹੈ ਨਾ ਪੁੰਨ ਪਾਪ ਹਮਰੇ ਬਸ ਨਹੀਂ, ਉਹ ਕੋਈ ਛੋਟੀ ਗੱਲ ਨਹੀਂ ਹੈ। ਇਹ ਉੱਥੇ ਕੀ ਸੀ ਦੇਖੋ, 2 ਖਾਨਦਾਨਾਂ ਦੀ ਲੜਾਈ ਹੈ, ਕੌਰਵਾਂ ਦੀ ਔਰ ਪਾਂਡਵਾਂ ਦੀ। ਖਤਮ ਹੋ ਗਈ ਲੜਾਈ। ਉਹ ਕਹਿੰਦਾ ਅਰਜੁਨ ਕਹਿੰਦਾ ਮੈਂ ਨਹੀਂ ਲੜਨਾ, ਸਾਡੇ ਘਰ ਦੇ ਨੇ, ਮੈਂ ਨਹੀਂ ਮਾਰਨਾ। ਕ੍ਰਿਸ਼ਨ ਕਹਿੰਦਾ ਮੈਂ ਮਰਵਾਉਣੇ ਨੇ, ਤੇ ਬੈਰ ਤਾਂ ਫਿਰ ਕ੍ਰਿਸ਼ਨ ਹੋਇਆ ਨਾ, ਕਾਲ ਰੂਪ ਤਾਂ ਕ੍ਰਿਸ਼ਨ ਹੋਇਆ। ਫਿਰ ਉਹ ਤਾਂ ਕਹਿੰਦੇ ਸਾਨੂੰ ਰਾਜਾ ਨਹੀਂ ਚਾਹੀਦਾ, ਛੱਡੋ ਪਰ, ਲੜਨਾ ਹੀ ਨਹੀਂ ਅਸੀਂ। ਪਰ ਕੀ ਇਹ ਗੱਲ ਹੋਈ ਹੋਊਗੀ? ਪੰਡਤ ਨੇ ਲਿਖੀ ਹੈ ਕ੍ਰਿਸ਼ਨ ਨੂੰ ਬਦਨਾਮ ਕਰਨ ਵਾਸਤੇ, ਕ੍ਰਿਸ਼ਨ ਦੇ ਖਿਲਾਫ ਹੈ ਪੰਡਤ। ਕੀ ਇਹ ਗੱਲ ਹੋਈ ਹੋਊਗੀ? ਕ੍ਰਿਸ਼ਨ ਨੂੰ ਕੀ ਲੋੜ ਸੀ? ਕ੍ਰਿਸ਼ਨ ਇੱਕ ਪਾਸੇ ਲੜਾਈ ਹਟਾਉਂਦਾ, ਦੂਜੇ ਪਾਸੇ ਹਟ ਗਈ, ਆਪੇ ਹਟ ਗਈ। ਜੋ ਨਾ ਲੈਂਦੇ ਉਹਨੇ ਆਪੇ ਦੇ ਦੇਣੇ ਤੇ ਪਿੰਡ। ਜੋ ਕਹਿੰਦਾ ਵੀ ਅਸੀਂ ਨਹੀਂ ਲੜਨਾ, ਆ ਜਾਂਦੇ ਲੜਾਈ ਚੋਂ ਵਾਪਸ। ਪਿੰਡ ਉਹਨੇ ਰਾਜ ਕਹਿੰਦਾ ਵੀ ਭਾਈ ਰਾਜ ਤੁਸੀਂ ਉਹ ਕਰੋ, ਮੈਂ ਨਹੀਂ ਕਰਦਾ। ਸਾਰੇ ਸੀ ਉਹਦੇ ਦਾਦੇ ਬਾਬੇ, ਸਾਰੇ ਗੁਰੂ ਸੀ। ਐਡਾ ਬੜਾ ਅਹਿਸਾਨ ਜੇ ਹੋ ਜਾਂਦਾ, ਇਹ ਗੱਲ ਹੋ ਜਾਂਦੀ, ਤਾਂ ਉਹ ਪਿੰਡ 5 ਕੀ ਉਹ ਅੱਧਾ ਰਾਜ ਦੇ ਦਿੰਦਾ ਉਹਨੂੰ। ਫੜੋ, ਬਹਿਰੇ ਖਤਮ ਹੋ ਜਾਂਦਾ, ਬਹਿਰ ਖਤਮ ਹੋ ਜਾਂਦਾ। ਬਹਿਰ ਦਾ ਰੂਪ ਹੈ ਇਹ, ਬਹਿਰੇ ਖਤਮ ਹੋ ਜਾਂਦਾ। ਦੇਖਿਆ ਨਾ ਉਹਦੇ ਚ ਛੋਟੀ ਬੇਦੀਆਂ ਚ ਆਉਂਦਾ, ਲਵ ਗੋਸ਼ਾਲੇ ਚ, ਉਸ ਪ੍ਰਸੰਗ ਚ ਸਾਰੇ ਚਲੇ ਗਏ। ਪ੍ਰਚਾਰ ਇਹ ਕਰਨ ਲੱਗੇ ਵੀ ਬਹਿਰ ਸਾਨੂੰ ਰਾਜ ਦੀ ਲੋੜ ਨਹੀਂ ਹੈ, ਭੁੱਖ ਨਹੀਂ। ਜੇ ਉਹਨਾਂ ਨੇ ਸੁਣਿਆ, ਉਹਨਾਂ ਨੇ ਆ ਕੇ ਬੁਲਾ ਕੇ ਰਾਜ ਦੇ ਦਿੱਤਾ, ਕਰ ਦਿੱਤਾ ਨਹੀਂ ਉੱਥੇ। ਤੇ ਉਹੀ ਗੱਲ ਹੋਣ ਲੱਗੀ ਸੀ ਇੱਥੇ ਦੁਬਾਰਾ, ਹੋਰ ਕੀ ਹੋਣ ਲੱਗੀ ਸੀ? ਬਹਿਰ ਵਿਰੋਧ ਜੇ ਆਪਣੇ ਮਨ ਚੋਂ ਚਲਾ ਜਾਵੇ, ਦੂਏ ਦੇ ਮਨ ਚੋਂ ਚਲਾ ਜਾਂਦਾ ਹੁੰਦਾ। ਗੁੱਸਾ ਹੀ ਸੀ ਕੋਲੋਂ, ਉਹਦੇ ਅੰਦਰ ਕੀ ਸੀ? ਦ੍ਰੋਪਦੀ ਦੀ ਗੱਲ ਕਹੀ ਤਾਂ ਗੁੱਸਾ ਹੀ ਸੀ, ਹੋਰ ਕੀ ਸੀ? ਬਿਨ ਇੱਕ ਗਿਆਨ ਸਾਵਧਾਨ ਹਵੈ, ਔਰ ਸਮਰ ਕੋ ਚਾਹੇ ਹੈ। ਬਿਨ ਇੱਕ ਗਿਆਨ ਸਾਵਧਾਨ ਹੋਏ, ਇੱਥੇ ਗਿਆਨ ਦੀ ਸਾਵਧਾਨੀ, ਗਿਆਨ ਨਾਲ ਜਾਗਿਆ ਹੋਇਆ ਆਦਮੀ ਉਹਦੇ ਨਾਲ ਮੁਕਾਬਲੇ ਤੇ ਹੋਊਗਾ। ਜਿਹੜੀ ਗੀਤਾ ਦਾ ਬਰਾਬਰ ਦੀ ਗੱਲ ਕਰਨੀ ਹੈ, ਗੀਤਾ ਸਭ ਤੋਂ ਉੱਤਮ ਮੰਨੀ ਹੋਈ ਹੈ। ਗੀਤਾ ਦੇ ਵਿੱਚ ਕਮੀ ਸਿੱਧ ਕਰ ਦੇਣੀ ਹਰੇਕ ਦਾ ਕੰਮ ਨਹੀਂ ਹੈ। ਉੱਥੇ ਆਤਮਾ ਦੀ ਗੱਲ ਕਰਦੇ ਨੇ, ਆਤਮਾ ਅਮਰ ਹੈ। ਇੱਥੇ ਸਾਵਧਾਨ ਜਿਹੜਾ ਜਾਗਾ ਉਹ ਕਹੂਗਾ ਆਤਮਾ ਦਾ ਅਮਰ ਜ਼ਰੂਰ ਹੈ, ਪਰ ਆਤਮਾ ਹੈ ਕੀ? ਸਵਾਲ ਇਹ ਹੈ ਮੇਰਾ। ਦੁਨੀਆ ਕਹਿੰਦੀ ਆਤਮਾ ਅਮਰ ਹੈ, ਪਰ ਉਹ ਕੀ ਚੀਜ਼ ਹੈ? ਮੈਨੂੰ ਉਹਦਾ ਦਰਸ਼ਨ ਕਰਾਓ, ਜਿਹੜੀ ਆਤਮਾ। ਇੱਥੇ ਆ ਕੇ ਸਾਰੇ ਫੇਲ ਨੇ। ਆਹ ਸਵਾਲ ਹੈ, ਉਹ ਤੇ ਹੁੰਦਾ, ਹੋਰ ਕੋਈ ਸਵਾਲ ਹੀ ਨਹੀਂ ਹੁੰਦਾ ਗੀਤਾ ਤੇ। ਕੀ ਕਰੋਗੇ ਹੋਰ ਸਵਾਲ ਤੁਸੀਂ? ਮੰਨਦੇ ਹਾਂ ਅਸੀਂ ਆਤਮਾ ਅਮਰ ਹੈ, ਸੁਣੀ ਸੁਣਾਈ ਹੋਈ ਗੱਲ ਹੈ, ਸਾਰੀ ਦੁਨੀਆ ਜਾਣਦੀ ਆਤਮਾ ਅਮਰ ਹੈ, ਪਰ ਕੀ ਹੈ ਉਹ? ਸਵਾਲ ਤਾਂ ਹੈ ਆਤਮਾ ਹੈ ਕੀ? ਇਹ ਸਵਾਲ ਦਾ ਜਵਾਬ ਨਹੀਂ ਹੈ ਗੀਤਾ ਦੇ ਵਿੱਚ। ਸਵਾਲ ਇਹ ਹੈ ਆਤਮਾ ਅਮਰ ਹੈ, ਮਰਦੀ ਨਹੀਂ। ਇਹ ਕਹਿ ਕੇ ਉਹ ਤਾਂ ਜਾਣਦਾ ਹੀ ਸੀ ਫਿਰ ਆਤਮਾ, ਉਹ ਤੋਂ ਪਹਿਲਾਂ ਦੀ ਗੱਲ। ਆਤਮਾ ਅਮਰ ਹੈ, ਉਹ ਜਾਣਦਾ ਹੀ ਸੀ, ਇਸ ਗੱਲ ਨੂੰ ਤਾਂ ਮੰਨਦਾ ਹੀ ਸੀ ਅਰਜਨ ਵੀ ਆਤਮਾ ਅਮਰ ਹੈ। ਉਹਨੇ ਕਿਹਾ ਆਤਮਾ ਅਮਰ ਨਹੀਂ ਹੈ, ਮਰਦੀ ਨਹੀਂ। ਕਹਿੰਦਾ ਹਾਂ, ਵੇਦ ਵਿੱਚ ਲਿਖਿਆ ਹੈ। ਹਾਂ, ਤੇ ਫਿਰ ਤੂੰ ਕਿਵੇਂ ਕਹਿੰਦਾ ਮੈਂ ਪਾਪ ਕਰਦਾ, ਮੈਂ ਮਾਰਦਾ? ਤੂੰ ਕਦੋਂ ਮਾਰਦਾ? ਕਿਹਨੂੰ ਮਾਰਦਾ ਤੂੰ? ਇਹ ਦਲੀਲਾਂ ਦਿੱਤੀਆਂ ਹੋਈਆਂ ਨੇ ਉੱਥੇ। ਫਿਰ ਆਤਮਾ ਕੀ ਦਾ ਤਾਂ ਡਿਸਕਸ਼ਨ ਗੱਲ ਹੀ ਨਹੀਂ ਹੈ, ਅੰਡਰ ਡਿਸਕਸ਼ਨ ਹੈ ਨਹੀਂ ਸਵਾਲ ਹੈ ਆਤਮਾ ਕੀ ਹੈ ਉੱਥੇ ਗੀਤਾ ਵਿੱਚ। ਕੁਰਾਨ ਦੇ ਵਿੱਚ ਅੰਡਰ ਡਿਸਕਸ਼ਨ ਹੈ ਨਹੀਂ। ਕੁਰਾਨ ਦੇ ਬਰਾਬਰ ਦੀ ਉਹ ਗੱਲ ਹੈ ਗੀਤਾ, ਹੋਰ ਕੁਝ ਨਹੀਂ ਹੈ। ਕੁਰਾਨ ਦੇ ਬਰਾਬਰ ਦੀ ਉਹ ਗੱਲ ਹੈ, ਹੋਰ ਬਹੁਤੀ ਗੱਲਬਾਤ ਨਹੀਂ ਹੈ ਉਹਦੇ ਵਿੱਚ। ਉਹੋ ਜਿਹੀ ਉਹ ਗੱਲ ਹੈ ਬਸ। ਇਹ ਇਸ ਕਰਕੇ ਇੱਥੇ ਵੀ ਗਿਆਨ ਦੀ ਉਹ ਗੱਲ ਆਈ ਹੈ, ਉੱਥੇ ਵੀ ਵਿਵੇਕ ਦੀ ਗੱਲ। ਗਿਆਨ ਸਾਵਧਾਨ ਹਵਾ, ਸਾਵਧਾਨ ਉਹੀ ਵਿਵੇਕ ਹੈ। ਉਹ ਸਾਵਧਾਨ ਜਾਗਿਆ ਹੋਇਆ ਗਿਆਨ, ਔਰ ਸਮਰ ਕੋ ਸਾਵਧਾਨ ਇਕਾਗਰ ਚੀਤ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਕਰੋ ਸੰਤ ਮੀਤ। ਉਸਤਤ ਕਰਦਾ ਕੌਣ ਹੈ? ਵਿਵੇਕੀ ਉਹ ਕਰਦਾ।
ਸਾਵਧਾਨ ਇਕਾਗਰ ਚੀਤ। ਜਾਂ ਸਾਵਧਾਨ ਇਕਾਗਰ ਚੀਤ ਆ ਵਿਵੇਕ ਹੈ। ਉਹ ਇੱਥੇ ਵਿਵੇਕ ਨਾ ਕਹਿ ਕੇ ਸਾਵਧਾਨ ਇਕਾਗਰ, ਸਾਵਧਾਨ ਕਹਿਤਾ। ਗਿਆਨ ਸਾਵਧਾਨ, ਗਿਆਨ ਨਾਲ ਜਾਗਿਆ ਹੋਇਆ ਜਿਹੜਾ ਜਾਗਰਤ ਅਵਸਥਾ ਵਾਲਾ ਹੈ। ਸਹਿਜ ਜਿਹੜਾ ਸਹਿਜਧਾਰੀ ਸਿੱਖ ਹੈ, ਇਹ ਸਹਿਜਧਾਰੀ ਸਿੱਖ ਹੈ। ਜਿਹੜਾ ਗਿਆਨ ਨਾਲ ਜਾਗਿਆ ਇਹਨੂੰ ਸਹਿਜਧਾਰੀ ਸਿੱਖ ਕਹਿੰਦੇ ਨੇ। ਇਹ ਸਹਿਜਧਾਰੀ ਸਿੱਖ ਹੈ, ਇਹ ਭੇਖਧਾਰੀ ਨੇ। ਆਪ ਭੇਖਧਾਰੀ ਨੇ ਵੋਟ ਕਹਿੰਦੇ ਉਹਨਾਂ ਦੀ ਨਹੀਂ ਚਾਹੀਦੀ, ਸਾਡੀ ਵੋਟ ਚਾਹੀਦੀ ਹੈ। ਗੋਲਕ ਦਾ ਹੱਕ ਸਾਡਾ, ਭੇਖਧਾਰੀਆਂ ਦਾ ਹੁੰਦਾ ਹੱਕ। ਭੇਖ ਦੀ ਤਾਂ ਕਟਾਈ ਕਰਦਾ 10 ਵੀ ਆਦਮੀ, ਭੇਖ ਤੇ ਤਾਂ ਕੁੱਟ ਪਈ ਹੋਈ ਹੈ ਸਾਰੀ। ਆਦਮੀ ਦੱਸ ਵੀ ਭੇਖ ਨੂੰ ਕੁੱਟਦਾ, ਆ ਭੇਖ ਤੇ ਕੁੱਟ ਪੈਂਦੀ ਹੈ। ਹੋਰ ਕੀ ਹੁੰਦਾ? ਸਾਰੇ ਭੇਖੇ ਨੇ ਬਣਾਏ ਹੋਏ ਅੱਡੋ ਅੱਡੀ। ਪੀਤਾਂਬਰ ਵਾਲਿਆਂ ਦਾ ਭੇਖ ਨਹੀਂ ਇਹ ਅੱਡ, ਪੀਲੇ ਵਸਤਰ ਪਾਈ ਫਿਰਦੇ, ਇਹ ਵੀ ਭੇਖ ਹੈ। ਹਰੇ ਵਾਲੇ ਪੀਲੇ ਵਾਲੇ ਭੇਖਾਂ ਦੀ ਕੁੱਟਾ ਇੱਥੇ। ਹੋਰ ਕੀ ਦੀ ਕੀਤੀ ਹੋਈ ਹੈ? ਵਿਵੇਕ ਦੀ ਕੋਈ ਸ਼ਕਲ ਨਹੀਂ ਦੱਸੀ ਹੋਈ। ਜਿਹੜਾ ਵਿਵੇਕ ਹੈ ਦੂਏ ਪਾਸੇ ਸਾਵਧਾਨ, ਉਹਦੀ ਕੋਈ ਸ਼ਕਲ ਨਹੀਂ। ਉਹਦੀ ਅਕਲ ਇਹ ਦੱਸੀ ਹੈ, ਸ਼ਕਲ ਨਹੀਂ। ਵਿਵੇਕ ਦੀ ਅਕਲ ਹੁੰਦੀ ਹੈ, ਸ਼ਕਲ ਨਹੀਂ ਹੁੰਦੀ। ਭੇਖ ਦੀ ਸ਼ਕਲ ਹੁੰਦੀ ਹੈ, ਅਕਲ ਨਹੀਂ ਹੁੰਦੀ। ਭੇਖ 'ਚ ਅਕਲ ਨਹੀਂ ਹੁੰਦੀ, ਸ਼ਕਲ ਹੁੰਦੀ ਹੈ। ਵਿਵੇਕ 'ਚ ਅਕਲ ਹੁੰਦੀ ਹੈ, ਸ਼ਕਲ ਨਹੀਂ ਹੁੰਦੀ ਕੋਈ। ਤੇ ਤਾਂ ਹੀ ਗੱਲ ਪੈਂਦੇ ਨੇ ਸਰਸੇ ਵਾਲਿਆਂ ਦੇ। ਅਕਲ ਹੈ ਨਹੀਂ ਨਾ, ਅਕਲ ਨਾ ਹੋਵੇ ਫਿਰ ਸ਼ਕਲ ਜਿਹੜੀ ਹੈ, ਸ਼ਕਲ ਨਹੀਂ ਗੱਲ ਪੈਣੇ ਜਾ ਕੇ। ਸ਼ਕਲ ਤਾਂ ਗੱਲ ਪੈਂਦੀ ਹੁੰਦੀ ਹੈ। ਫਿਰ ਉਹਨੂੰ ਧਰਮ ਚਰਚਾ ਨਹੀਂ ਕਰਨ ਦੇਣੀ। ਤੁਹਾਨੂੰ ਫਿਰ ਕੌਣ ਕਰਨ ਦਊ ਬਾਹਰ? ਯੂਪੀ 'ਚ, ਦਿੱਲੀ 'ਚ, ਬਿਹਾਰ 'ਚ ਜੇ ਅਗਲਿਆਂ ਨੇ ਬੈਨ ਲਾਤਾ ਬਾਹਰ, ਤੁਹਾਡੇ ਫਿਰ ਤੁਸੀਂ ਇੱਥੇ ਲਾਉਣੇ ਹੋ ਜਿੱਥੇ ਉਹਨਾਂ ਦਾ ਜ਼ੋਰ ਹੋਊ। ਉਹਨਾਂ ਨੇ ਲਾਤਾ, ਫਿਰ ਕੀ ਕਰੋਗੇ? ਲੜਾਈ ਅਕਲ ਦੀ ਨੂੰ ਸ਼ਕਲ ਦੀ ਲੜਾਈ ਤੇ ਲੈ ਗਏ, ਭੇਖ ਦੀ ਲੜਾਈ ਤੇ ਲੈ ਗਏ ਚੱਕ ਕੇ। ਅਕਲ ਗਵਾ ਲਿਆ ਨਾ, ਗਿਆਨ ਗਵਾਇਆ, ਦੂਜੇ ਪਾਇਆ ਦੂਜੇ ਪਾਇਆ। ਗਰਭ ਗਲੇ ਵਿਖਾਇਆ, ਵਿਖਾਇਆ ਮਾਇਆ ਨੇ ਕਰਤੇ ਗੋਲਕ ਨੇ ਵਿਖ ਮਾਇਆ। ਗਿਆਨ ਗਵਾਇਆ, ਦੂਜੇ ਪਾਇਆ ਭੁੱਖ ਕਾਹਦੀ ਹੋ ਗਈ? ਰਾਜ ਦੀ ਦੂਜੀ। ਗਰਭ ਗਲੇ, ਹੰਕਾਰ 'ਚ ਗਲ ਗਿਆ ਸਭ ਕੁਝ, ਗੁਣ ਸਾਰੇ ਗਲ ਗਏ ਹੰਕਾਰ ਦੇ ਵਿੱਚ। ਵਿਖਾਇਆ, ਖਾਦਾ ਕੀ ਹੈ? ਵਿਖ ਮਾਇਆ। ਹਰ ਰਸ ਨਾਦ ਵੇਦ ਨਹੀਂ ਭਾਵੈ, ਆ ਨਹੀਂ ਪਾਉਂਦਾ ਗੁਰਬਾਣੀ ਦਾ ਹਰ ਰਸ। ਇਹ ਨਾਦ ਦਾ ਜਿਹੜਾ ਗਿਆਨ ਹੈ ਨਾ, ਨਾਦ ਵੇਦ ਨਹੀਂ ਭਾਵੈ। ਸੁਣੀਆਂ ਗਹਿਰ ਗੰਭੀਰ ਗਵਾਇਆ। ਇਹ ਸੁਣਨਾ ਨਹੀਂ ਚੰਗਾ ਲੱਗਦਾ, ਗੰਭੀਰਤਾ ਗਵਾ ਲਈ। ਬੜੀ ਗੰਭੀਰ ਸੀ ਨਾ, ਸਭ ਕੁਝ ਸੁਣ ਕੇ ਚੁੱਪ ਕਰਕੇ ਸੁਣੀ ਜਾਣਾ ਸਭ ਦੀ, ਫਿਰ ਜਵਾਬ ਦੇਣਾ। ਉਹ ਹੈ ਨਹੀਂ, ਭੜਕ ਜਾਂਦੇ ਨੇ ਲਾ ਕਰਕੇ। ਚਲੋ ਇਹਨਾਂ ਦਾ ਉਹ ਬੰਦ ਕਰਾਈਏ, ਸਤਸੰਗ ਬੰਦ ਕਰਾਈਏ। ਨਾਲੇ ਸਤਸੰਗ ਨਾਲੇ ਬੰਦ ਕਰਾਉਂਦੇ ਨੇ, ਸਤਸੰਗ ਬੰਦ ਕਰਾਈਦਾ। ਤੁਸੀਂ ਜਾ ਕੇ ਆਪ ਗੱਲ ਕਰੋ ਨਾ, ਲੈ ਵੀ ਚਲੋ ਬਈ ਆਪਾਂ, ਤੁਸੀਂ ਵੀ ਕਰੋ ਅਸੀਂ ਵੀ ਕਰਦੇ ਹਾਂ। ਜੇ ਗੁਰੂ ਦੀ ਗੱਲ ਕਰਦੇ ਹੋ ਆਓ ਕਰੀਏ। ਰਾਧਾ ਸਵਾਮੀ ਆਓ ਬਈ ਅਸੀਂ ਵੀ ਕਰਦੇ ਹਾਂ। ਉੱਥੇ ਬੈਠ ਕੇ ਆਪ ਕਰੋ ਉਹਨਾਂ ਦੀ ਸਟੇਜ ਤੇ ਗੱਲ, ਜਾ ਕੇ ਗੁਰਮਤਿ ਲੈ ਕੇ। ਗਿਆਨ ਚਰਚਾ, ਹਾਂ ਗਿਆਨ ਚਰਚਾ ਹੀ ਹੁੰਦੀ ਹੈ ਉੱਥੇ। ਗਿਆਨ ਚਰਚਾ ਤਾਂ ਕਰਨ ਜੇ ਕੋਲ ਹੋਵੇ। ਹੈ ਤਾਂ ਭੇਖ, ਹੈ ਹੀ ਨਹੀਂ ਕੁਝ, ਗੋਲਕ ਹੈ, ਭੇਖ ਹੈ। ਭੇਖ ਦੇ ਛਿੱਤਰ ਪਰੇਡ ਹੋਈ ਹੈ ਗੁਰੂ ਘਰ 'ਚ। ਛਿੱਤਰ ਪਰੇਡ ਹੈ ਭੇਖਾਂ ਤੇ, ਸਾਰਿਆਂ ਤੇ। ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਰ, ਅੰਤਕਾਲ ਕਾਤੀ ਕੱਟਿਓ ਬਾਸ ਨਰਕ ਬੋਲੀ। ਸਾਰੀਆਂ ਰੇਲਾਂ ਨਰਕ ਜਾਣ ਵਾਲੀਆਂ ਇਹਨਾਂ ਦੀਆਂ। ਚਾਹੇ ਸੰਤ ਨੇ, ਚਾਹੇ ਜਿੰਨੇ ਵੀ ਨੇ, ਸਾਰੇ ਲਾ ਕਰਨ ਵਾਲੇ ਸਾਰੇ ਨਰਕ ਦੇ ਚ ਰੇਲ ਜਾਂਦੀ ਹੈ ਸਿੱਧੀ। ਟਿਕਟੇ ਉੱਥੇ ਦੇ ਨੇ ਨਾ ਕੋ।